ओके जी। सो अज वाली जो आपां करनी है जी रीडिंग, काफी सारे टफ पैसेज आओ फाइनल दे विच इदां दा पैसेज आउण दी संभावना घट हुंदी आ, इन्ना ज्यादा पैसेज टफ भी नहीं पाउंदे हुंदेगे ते बाकी डोंट वरी आपां देखदे हां जी की बनदा वा। ठीक है जी, ओके जी। तो देखियो जी सारिਆਂ ने जे आपां नेचर नाम की है जी द नेचर ऑफ जीनियस। ठीक है जी, एक चीज मैं तुहानू पहले ही कह दवां तुहानू सारिਆਂ ਨੂੰ नाल क्योंकि आपां रीडिंग दे नाल ਇਹਦੀਆਂ स्ट्रैटजीज ਦੀ ਗੱਲ डेली बेसिस ਜਿਵੇਂ ਕਰਦੇ ਆ। ਸਾਰਿਆਂ ਨੇ याद रखियो कि ਤੁਹਾਨੂੰ ना आह टॉपिक्स ਨੂੰ रीड कर लो ਤੁਸੀਂ। रीड ਦਾ ਮੇਰੇ ਕਹਿਣ ਦਾ मतलब देखो ਜਦੋਂ रीडिंग ਦੀ ਗੱਲ ਆਉਂਦੀ ਹੈ ਨਾ ਤਾਂ देखो रीडिंग ਦੇ ਵਿੱਚ ਹੁਣ ਬੱਚੇ ਕਹਿੰਦੇ ਸਰ ਮੇਰੀ रीडिंग टफ ਸੀਗੀ। मैं ਤੁਹਾਨੂੰ एक गल जे दसा ध्यान नाल ਤਾਂ रीडिंग कदे टफ नहीं हुंदी जी। एक्चुअल ਦੇ ਵਿੱਚ टफ की हुंदा वा, टफ रीडिंग ਦੀ लैंग्वेज हो सकती है जी। मैं ਤੁਹਾਨੂੰ एक गल ਇਹ छोटी जी गल है ਜਿਹੜੇ ਬੱਚੇ ਨੂੰ पता लग गई ਉਹਨੂੰ पता लग गया ना कि एक्चुअल ਦੇ ਵਿੱਚ रीडिंग नहीं औखी हुंदी। डिपेंड करदा कि ਤੁਹਾਡੇ ਪੈਰੇ ਦਾ टॉपिक की आ, डिपेंड करदा कि ਤੁਹਾਡੇ ਉਹ जो ਤੁਹਾਡੇ ਸਾਹਮਣੇ ਪੈसेज ਪਿਆ ਵਾ ਉਹਦੇ ਵਿੱਚ ਵੋਕੈਬ ਤੇ ਲੈਂਗੁਏਜ ਕਿੱਦਾਂ ਦੀ ਕੰਮ ਕਰੀ ਜਾਂਦੀ ਆ। ਮੰਨ ਕੇ ਚੱਲੋ ਤੁਹਾਨੂੰ ਜੋ ਟੌਪਿਕ ਆਇਆ ਉਹ ਮੈਡੀਕਲ ਦੇ ਰਿਲੇਟਡ ਹੈਗੇ, ਮੈਡੀਕਲ ਦਾ ਇੱਕ ਟੌਪਿਕ ਆ ਗਿਆ ਲੋ ਮੰਨ ਕੇ ਚੱਲੋ। ਹੁਣ ਇਹਦੇ ਵਿੱਚ ਤੁਸੀਂ ਦੇਖਿਆ ਜੀ ਕੀ ਲਿਖਿਆ ਪਿਆ ਇਹਦੇ ਵਿੱਚ, ਇਹਦੇ ਵਿੱਚ ਆਪਣੇ ਬ੍ਰੇਨ ਦੇ ਬਾਰੇ ਲਿਖਿਆ ਪਿਆ ਜੀ ਉਹਨਾਂ ਨੇ ਕਿ ਕੋਰਟੈਕਸ ਫਰੰਟਲ ਇਹਦੇ ਵਿੱਚ ਇੱਕ ਕੈਮੀਕਲ ਰਿਲੀਜ਼ ਹੁੰਦਾ ਜਿਹਨੂੰ ਡੋਪਾਮਾਈਨ ਕਹਿੰਦੇ। ਜਾਨੀ ਕਿ ਇਹ ਜਿਹੜੀਆਂ ਭਾਰੀਆਂ ਭਾਰੀਆਂ ਚੀਜ਼ਾਂ ਤੁਸੀਂ ਹੁਣ ਬਾਹਰ ਆ ਕੇ ਕਹੋਗੇ ਸਰ ਰੀਡਿੰਗ ਬਹੁਤ ਔਖੀ ਸੀ, ਐਕਚੁਅਲ 'ਚ ਰੀਡਿੰਗ ਨਹੀਂ ਔਖੀ ਸੀ। ਰੀਡਿੰਗ ਜਿਹੜਾ ਟੌਪਿਕ ਆ ਤੁਸੀਂ ਉਹਦੇ ਨਾਲ ਬੜਾ ਫੈਮਿਲੀਅਰ ਨਹੀਂ ਸੀਗੇ, ਉਹਦੀ ਜਿਹੜੀ ਲੈਂਗੁਏਜ ਆ ਉਹਦੇ ਵਿਚਲੇ ਜਿਹੜੇ ਵਰਡ ਆ। ਤੇ ਇਹੀ ਦੂਜੇ ਪਾਸੇ ਜੇ ਤੁਹਾਨੂੰ ਪੈਸੇਜ ਆਇਆ ਪਿਆ ਹੋਵੇ एनवायरमेंटल पोल्यूशन ते पैरा जी उनकी हेडिंग है एनवायरमेंटल पोल्यूशन, तो थोड़े सारे वोकैब तुसी कितना किते लाइफ में सारा कुछ देखिया जी है। ਤੁਹਾਨੂੰ ਪੈਰਾ ਹੈਗਾ ਜੀ ਟੂਰਿਜ਼ਮ ਦੇ ਉੱਪਰ, ਤੁਹਾਨੂੰ ਪੈਰਾ ਪਤਾ ਹੈ ਟੈਕਨੋਲੋਜੀ ਦੇ ਉੱਪਰ। ਇਹੀ ਹੁਣ ਤੁਸੀਂ ਕੀ ਕਹੋਗੇ ਕਿ ਸਰ ਪਹਿਲਾਂ ਪੈਸੇ ਤਾਂ ਸੌਖਾ ਬਹੁਤ ਸੀ, ਐਕਚੁਅਲ 'ਚ ਪੈਸਿਸ ਨਹੀਂ ਸੌਖਾ ਸੀਗਾ। ਉਹਦੇ ਟੌਪਿਕ ਨਾਲ ਤੁਸੀਂ ਫੈਮਿਲੀਅਰ ਸੀ, ਤੁਹਾਡੇ ਬ੍ਰੇਨ ਨੇ ਥੋੜੀ ਜਿਹੀ ਪੋਜ਼ਿਟਿਵਿਟੀ ਦਿਖਾਈ, ਅੰਦਰ ਜਾ ਕੇ ਵੋਕੈਬ ਵੀ ਫੈਮਿਲੀਅਰ ਸੀ ਤੇ ਇਹਦੇ ਨਾਲ ਤੁਹਾਨੂੰ ਕੀ ਹੋਣ ਲੱਗ ਗਿਆ, ਤੁਹਾਨੂੰ ਇਹ ਫੀਲਿੰਗ ਆਉਣ ਲੱਗ ਗਈ ਕਿ ਜੀ ਰੀਡਿੰਗ ਸੌਖੀ ਸੀਗੀ। ਤਾਂ ਮੈਂ ਤੁਹਾਨੂੰ ਕਹਾਂ ਕਿ ਥੋੜੇ ਮੋਟੇ ਟੌਪਿਕ ਆ ਮੈਂ ਤੁਹਾਨੂੰ ਭਾਵੇਂ ਸੈਂਡ ਹੀ ਕਰ ਦੂੰਗਾ ਜੀ, क्योंकि रीडिंग का मतलब ये होंदा कि वोकैब वगैरह देखो एक सही रीडर केड़ा हुंदा वा, किनू मैं केड़े बंदे नू कहूंगा भी एक वधिया रीडर आ। एक वधिया रीडर ਉਹ ਹੁੰਦਾ ਵਾ ਜਿਹਨੂੰ ਵਾਸਟ ਟੌਪਿਕ ਦੇ ਬਾਰੇ ਜਿਹੜੇ ਬ੍ਰੇਨ ਨੇ ਵਾਸਟ ਟੌਪਿਕ ਕਵਰ ਕੀਤੇ ਹੋਣ, ਜਿਹਦੇ ਬ੍ਰੇਨ ਨੇ ਵਾਸਟ ਟੌਪਿਕ ਕਵਰ ਕੀਤੇ ਹੋਣ ਜੀ। ਦੇਖੋ ਸਪੀਕਿੰਗ ਦੇ ਵਿੱਚ ਤੁਹਾਡੇ ਤੋਂ ਤੁਸੀਂ ਮੰਨ ਕੇ ਤੁਹਾਡੇ ਕੋਲੇ ਬੁੱਕ ਆ, ਤੁਸੀਂ इंट्रो ਦੇ ਟੌਪਿਕ ਕਵਰ ਕਰ ਲੈਂਦੇ ਹੋ ਸਾਰੇ, ਤੁਸੀਂ ਆਪਣੇ ਟੀਚਰ ਨੂੰ ਸੁਣਾ ਦਿੰਦੇ ਹੋ, ਤੁਹਾਡੀ ਸਪੀਕਿੰਗ ਡੇਲੀ ਬੇਸ ਤੇ ਜਾਂਦੀ ਹੈ, ਕਿਤੇ ਤੁਹਾਡਾ ਯਾਨੀ ਕਿ ਮਿਰਰ ਤੇ ਚੱਲਦੇ, ਕਿਤੇ ਬੋਰਡ ਉੱਪਰ, ਕਿਤੇ ਹੈਬਿਟ ਦੇ ਉੱਪਰ, ਕਿਤੇ ਟੈਲੀਵਿਜ਼ਨ ਤੇ। ਯਾਨੀ ਕਿ ਤੁਸੀਂ ਐਕਚੁਅਲ 'ਚ ਕਰਦੇ ਕੀ ਹੋ, ਤੁਹਾਡੀ ਸਪੀਕਿੰਗ ਜਿਹੜੀ ਡਿਵੈਲਪ ਹੋ ਰਹੀ ਹੈ ਹੁੰਦੀ ਕਿਵੇਂ ਆ। ਐਕਚੁਅਲ ਤੁਸੀਂ ਫੈਮਿਲੀਅਰ ਹੋਣ ਦੀ ਟਰਾਈ ਕਰਦੇ ਹੁੰਦੇ ਹੋ, ਵੱਖੋ ਵੱਖ ਟੌਪਿਕ ਦੇ ਗੋ ਥਰੂ ਹੁੰਦੇ ਹੋ। ਸੇਮ ਚੀਜ਼ ਰੀਡਿੰਗ ਦੇ ਵਿੱਚ ਹੁੰਦੀ ਹੈ ਜੀ। ਮੈਂ ਤੁਹਾਨੂੰ ਇੱਥੇ ਕੁਝ ਕੁ ਚੀਜ਼ਾਂ ਇੱਕ ਅੱਧੀ ਯਾਨੀ ਕਿ ਨੋਟ ਕਰਵਾਉਣ ਲੱਗਾ, ਟਰਾਈ ਕਰਿਓ, ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ ਇਹ ਚੀਜ਼ਾਂ। ਬ੍ਰੇਨ ਦੇ ਰਿਲੇਟਡ ਇੱਕ ਅੱਧਾ ਪੈਰਾ ਟ੍ਰਾਂਸਲੇਟ ਕਰਿਓ ਜੇ ਤੁਹਾਨੂੰ ਕਿਤੋਂ ਮਿਲਦਾ ਤਾਂ, ਬ੍ਰੇਨ ਦੇ ਰਿਲੇਟਡ। ਠੀਕ ਹੈ ਜੀ, ਇੱਕ ਅੱਧਾ ਮੈਂ ਤੁਹਾਨੂੰ ਕਹਾਂ ਕਿ ਜਿਵੇਂ ਯਾਨੀ ਕਿ ਮਿਊਜ਼ਿਕ ਤੇ ਬ੍ਰੇਨ ਦਾ ਕੀ ਕਨੈਕਸ਼ਨ ਆ, ਇਹਦਾ ਵੀ ਕੋਈ ਇੱਕ ਅੱਧਾ ਤੁਹਾਨੂੰ ਟੌਪਿਕ ਮਿਲਿਆ ਤਾਂ ਇਹਨੂੰ ਸਟੱਡੀ ਕਰਿਓ ਜੀ। ਇੱਕ ਅੱਧਾ ਟੌਪਿਕ ਤੁਸੀਂ ਸਟੱਡੀ ਕਰਿਓ ਵੀ ਜਿਵੇਂ ਆਪਣੇ ਗੱਲ ਹੁੰਦੀ ਯਾਨੀ ਕਿ ਪੁਰਾਣੀ ਸਿਵਲਾਈਜੇਸ਼ਨ ਹਿਸਟੋਰੀਕਲ ਚੀਜ਼ਾਂ ਦੇ ਬਾਰੇ ਜਿਹੜਾ ਪੈਰਾ ਜਿਵੇਂ ਆਪਾਂ ਨੇ ਕਿ ਪਿਰਾਮਿਡਸ, ਉਹਦੇ ਵਿੱਚ ਬੜੀਆਂ ਟਰਮਾਂ ਇਦਾਂ ਦੀਆਂ ਆਈਆਂ ਸੀਗੀਆਂ। ਅੱਜ ਵਾਲਾ ਜਿਹੜਾ ਆਪਣਾ ਪੈਰਾ ਵਾ ਇਹ ਕਾਹਦੇ ਬਾਰੇ ਆ, ਇਹ ਜੀਨੀਅਸਨੈਸ ਦੇ ਬਾਰੇ ਆ, ਜੀਨੀਅਸ। ਤਾਂ ਇਹ ਜਿਹੜੀਆਂ ਟਰਮਾਂ ਜੀਆਂ ਇਦਾਂ ਦੀਆਂ, ਮੇਰੇ ਕਹਿਣ ਦਾ ਮਤਲਬ ਕਿ ਬ੍ਰੇਨ ਜਾਂ ਤੁਸੀਂ ਕਹਿ ਰਹੇ ਹੋ ਕਿ ਬਾਇਓਲੋਜੀ, ਇਹਦੇ ਰਿਲੇਟਡ ਇੱਕ ਅੱਧਾ ਪੈਸੇਜ ਤੁਹਾਡਾ ਕਵਰ ਕੀਤਾ ਹੋਣਾ ਚਾਹੀਦਾ ਵਾ। ਕਿਉਂ ਕਹਿ ਰਹੇ ਆ, ਕਿਉਂਕਿ ਜਿਹੜੀ ਵੋਕੈਬਲਰੀ ਇਹਨਾਂ ਦੇ ਵਿੱਚ ਕੰਮ ਕਰਦੀ ਹੈ ਘੁਮਾ ਫਿਰਾ ਕੇ ਉਹੀ ਸਾਰੀ ਉਹ ਫੀਲਡ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਜੀ। ਲੱਗਿਆ ਪਤਾ ਜੀ, ਇਹ ਚੀਜ਼ ਆਪਣੇ ਮਾਈਂਡ 'ਚ ਰੱਖਿਓ। ਮੈਂ ਤੁਹਾਨੂੰ ਦੱਸ ਵੀ ਦਊਂਗਾ, ਮੈਂ ਤੁਹਾਨੂੰ ਸੈਂਡ ਵੀ ਕਰ ਦੂੰਗਾ, ਤਾਂ ਕੋਸ਼ਿਸ਼ ਕਰਿਓ ਤੁਸੀਂ ਇਹਨਾਂ ਨੂੰ ਟ੍ਰਾਂਸਲੇਟ ਕਰਿਓ ਇੱਕ ਅੱਧਾ ਪੈਰਾ ਆਪਣੇ ਮਾਈਂਡ ਜ਼ਰੂਰ। ਅੱਜ ਵਾਲਾ ਆਪਣਾ ਪੈਸੇਜ ਤੁਹਾਡੇ ਸਾਹਮਣੇ ਰਿਹਾ ਜੀ, ਕੀ ਨਾਮ ਆ ਜੀ ਇਹਦਾ, ਦ ਨੇਚਰ ਆਫ ਜੀਨੀਅਸ, ਜੀਨੀਅਸ ਦੀ ਨੇਚਰ।
ਤਾਂ ਪੈਰੇ ਦੀ ਲੈਂਥ ਆਪਾਂ ਦੇਖ ਲੈਂਦੇ ਆ ਜੀ, ਆ ਆਪਣੀ ਲੈਂਥ ਆ ਜੀ ਪੈਰੇ ਦੀ। ਅੱਗੇ ਚੱਲਦੇ ਆ ਤਾਂ ਪਹਿਲੇ ਨੰਬਰ ਤੇ ਆਪਣੇ ਕੋਲੇ ਕੀ ਹੈ ਜੀ, ਪਹਿਲੇ ਨੰਬਰ ਤੇ ਆਪਣੇ ਕੋਲੇ ਸਟਾਰਟਿੰਗ ਚ ਜਿਹੜੇ ਆਪਾਂ ਅੱਜ ਪਹਿਲੇ ਦਿਨ ਕਰਨੇ ਆ ਤਾਂ ਕੀ ਲਿਖਿਆ ਜੀ ਉੱਤੇ, ਇਹਨਾਂ ਨੇ ਕਿਹਾ ਜੀ ਆਪਾਂ ਨੂੰ, ਇੱਕ ਮਿੰਟ ਜੀ, ਤਾਂ ਇਹਨਾਂ ਨੇ ਆਪਾਂ ਨੂੰ ਕਿਹਾ ਵਾ ਜੀ ਤੁਸੀਂ ਕੋਈ 5 ਚੂਜ਼ ਕਰਨੇ ਆ। ਕਿੰਨੇ ਦਿੱਤੇ ਕਿੰਨੇ ਹੋਏ ਆਪਾਂ ਨੂੰ ਤੁਹਾਡੇ ਸਾਹਮਣੇ ਲਿਖੇ ਪਏ ਆ, ਕਾਫੀ ਜ਼ਿਆਦੇ ਆ ਮੇਰੇ ਹਿਸਾਬ ਨਾਲ, ਕਮ ਸੇ ਕਮ 10 ਹੋਣਗੇ ਇਹ। ਇਹਨਾਂ ਵਿੱਚੋਂ ਆਪਾਂ 5 ਚੂਜ਼ ਕਰਨੇ ਹੈ। ਕੀ ਹੈ ਬਲੀਫ, ਅੱਛਾ ਇਹ ਸਾਰੇ ਬਲੀਫ ਆ, ਗੱਲ ਕਰਦੇ ਆਪਾਂ ਇਹਨਾਂ ਤੇ, ਡੋਂਟ ਵਰੀ। ਟੈਕਸਟ ਦੇ ਵਿੱਚੋਂ ਕਹਿੰਦੇ ਜੀ ਕਿਹੜੇ 5 ਬਲੀਫ ਆ, ਕਹਿੰਦੇ ਜਿਹੜੇ ਰਿਪੋਰਟਰ ਦਾ ਮਤਲਬ ਦੱਸੇ ਗਏ ਆ ਉਧਰ। ਚਲੋ ਜਾ ਕੇ ਦੇਖ ਲਾਂਗੇ ਜੀ ਇਹਨਾਂ ਵਿੱਚੋਂ ਕੋਈ 5 ਬਲੀਫ ਆ। ਇਹ 5 ਆ, ਯਾਨੀ ਕਿ ਪਹਿਲੇ 5 ਕੁਐਸਚਨ ਆਪਣੇ ਇਹ ਆ। ਅੱਗੇ ਚੱਲਦੇ ਆ ਜੀ, ਅੱਗੇ ਜਾ ਕੇ ਦੇਖੀਏ ਤਾਂ 6 ਤੋਂ ਲੈ ਕੇ 13 ਤੱਕ ਇਹਨਾਂ ਨੇ ਕੀ ਕੀਤਾ ਜੀ, ਆਪਾਂ ਨੂੰ ਟਰੂ ਫਾਲਸ ਨੋਟ ਗਿਵਨ ਪਾਏ ਆ ਜੀ। ਹੁਣ ਤੁਹਾਡੀ ਮਰਜ਼ੀ ਹੈ ਜੀ, ਇਹਦੇ ਵਿੱਚ ਜੇ ਤੁਸੀਂ ਟਰੂ ਫਾਲਸ ਨੋਟ ਗਿਵਨ ਕਰਨਾ ਚਾਹੁੰਦੇ ਹੋ, ਜਿਵੇਂ 19th ਸੈਂਚੁਰੀ ਕੀਵਰਡ ਪਿਆ ਵਾ, 19th ਸੈਂਚੁਰੀ ਕੀਵਰਡ ਪਿਆ ਜੀ। ਅੱਗੇ ਜਾ ਕੇ ਉਹਨਾਂ ਨੇ ਵਰਡ ਜਿਵੇਂ ਪਾਵਰਸ ਲਿਖਿਆ ਪਿਆ ਜੀ ਇੱਥੇ, ਐਕਸੀਲੈਂਸ ਇਨ ਐਨੀ ਏਰੀਆ, ਆਹ ਵਾਲੇ ਕੀਵਰਡ ਕੰਮ ਕਰਨ ਲੱਗ ਗਏ ਜੀ। ਮੈਥਮੈਟਿਕਲ ਡਿਜਿਟ ਹੈ ਨਹੀਂ ਗੀ ਕੋਈ ਅੱਜ। ਅੱਗੇ ਆ ਗਿਆ ਜੀ ਆਰਡੀਨਰੀ ਇੰਡੀਵਿਜੂਅਲਸ, ਯਾਨੀ ਕਿ ਉੱਤੇ ਸ਼ਾਇਦ ਪੀਪਲ ਵਗੈਰਾ ਲਿਖਿਆ ਹੋ ਸਕਦਾ ਵਾ, ਸੀਕੁਐਂਸ ਦੇ ਵਿੱਚ ਹੀ ਸਾਰਾ ਕੁਝ ਚੱਲੀ ਜਾਊਗਾ। ਸਕਿੱਲ ਦੀ ਗੱਲ ਹੋ ਸਕਦੀ ਹੈ, ਸਕਿੱਲ ਵਰਡ ਨੂੰ ਛੇਤੀ ਨਹੀਂ ਬਦਲਦੇ ਜੀ ਉਹ। ਸਕਿੱਲ ਦਾ ਸਾਨੂੰ ਹੁੰਦਾ ਐਕਸਪਰਟਾਈਜ਼, EXPERTISE, ਐਕਸਪਰਟਾਈਜ਼, ਏਦਾਂ ਦਾ ਕੋਈ ਵਰਡ ਹੋ ਸਕਦਾ। ਨੈਕਸਟ ਪੈਰਾ ਹੋਰ ਦੇਖੀਏ ਜੀ, ਗ੍ਰੇਟ ਆਈਡੀਆਜ਼, ਸ਼ਾਇਦ ਇਹਨੂੰ ਪੈਰਾਫਰੇਜ਼ ਕਰਕੇ ਪਾ ਦੇਣ ਜੀ। ਇਹਦੇ ਵਿੱਚ ਦੇਖੋ ਤੁਸੀਂ ਜੇ ਗੌਰ ਮਾਰੋ ਤਾਂ ਅੱਜ ਕੋਈ ਵੀ ਪ੍ਰੋਪਰ ਆਪਣੇ ਕੋਲੇ ਉਹ ਚੀਜ਼ ਹੈ ਨਹੀਂਗੀ। ਅੱਗੇ ਜਾ ਕੇ ਦੇਖੀਏ ਤਾਂ ਗਿਫਟਡਨੈਸ ਤੇ ਜੀਨੀਅਸ ਦੋਨਾਂ ਦੇ ਵਿੱਚ ਰਿਲੇਸ਼ਨ ਇਹਨਾਂ ਨੇ ਡਿਵੈਲਪ ਕੀਤਾ ਵਾ ਜੀ। ਟੈਲੈਂਟ ਵਰਡ, ਹਿਊਮਨ ਰੇਸ ਵਰਡ ਹੋ ਸਕਦਾ ਜੀ, ਹਿਊਮਨ ਰੇਸ। ਅੱਗੇ ਜਾ ਕੇ ਦੇਖੀਏ ਤਾਂ ਅੱਗੇ ਵੀ ਕੋਈ ਆ ਦੇਖੋ ਸਾਰੇ ਬਦਲ ਦੇਣੇ ਆ ਜੀ, ਰੀਡਿੰਗ ਨੇ ਆ ਚੀਜ਼ਾਂ ਸਾਰੀਆਂ ਬਦਲ ਦੇਣੀਆਂ ਟੋਟਲੀ। ਅੱਗੇ ਜਾ ਕੇ ਦੇਖੀਏ ਇਹਦੇ ਵਿੱਚੋਂ ਵੀ ਸਾਰੀਆਂ ਬਦਲ ਦੇਣੀਆਂ ਜੀ। ਇਹਦਾ ਮਤਲਬ ਅੱਜ ਟਫ ਲੈਵਲ ਦੀ ਇਹ ਚੀਜ਼ ਜਿਨ੍ਹਾਂ ਵਿੱਚ ਕੋਈ ਵੀ ਆਪਣਾ ਇੱਕ ਪ੍ਰੋਪਰ ਨਾਉਨ ਹੈ ਨਹੀਂਗਾ। ਸੋ ਸਭ ਤੋਂ ਪਹਿਲਾਂ ਸਵਾਲ ਇਹ ਖੜਾ ਹੁੰਦਾ ਕਿ ਮੈਂ ਪਹਿਲਾਂ ਕੀ ਕਰਾਂ, ਤੁਹਾਡੀ ਮਰਜ਼ੀ ਹੈ ਜੀ। ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਕੀ ਹੁੰਦਾ ਵਾ, ਜਿੰਨਾ ਤੋਂ ਆ ਤੁਸੀਂ ਡਰਦੇ ਹੋ ਨਾ ਕਿ ਕੋਈ 5 ਸਿਲੈਕਟ ਕਰਨੇ ਇਹਨਾਂ ਚੋਂ, ਮੈਂ ਤੁਹਾਨੂੰ ਦੱਸਾਂ ਕਿ ਆਪਾਂ ਜਿਵੇਂ ਇੱਕ ਕੁਐਸਚਨ ਤੇ 1 ਮਿੰਟ ਤੇ 20 ਸੈਕਿੰਡ ਆਪਾਂ ਨੂੰ ਮਿਲਦੇ ਆ ਜੀ। ਆਪਣੇ ਕੋਲੇ 60 ਮਿੰਟ ਹੁੰਦੇ ਆ, 40 ਕੁਐਸਚਨ ਹੁੰਦੇ, ਜੇ ਆਪਾਂ ਡਿਵਾਈਡ ਵੀ ਕਰਦੇ ਤਾਂ ਅਪਰੋਕਸੀਮੇਟਲੀ ਆਪਾਂ ਨੂੰ 1 ਮਿੰਟ ਤੇ 20 ਸੈਕਿੰਡ ਇੱਕ ਕੁਐਸਚਨ ਤੇ ਆਉਂਦੇ ਆ ਜੀ। ਤੇ ਆ 5 ਕੁਐਸਚਨ ਆ ਜੀ, ਜੇ ਮੈਂ 5 ਨੂੰ ਮਲਟੀਪਲਾਈ ਕਰਾਂ 1.20 ਤੇ ਤਾਂ ਨੈਚੁਰਲ ਜੀ ਗੱਲ ਆ 5 ਮਿੰਟ ਤਾਂ ਸਿੱਧੇ ਬਣ ਗਏ ਜੀ, ਤੇ ਬਾਅਦ ਚੋਂ ਕਮ ਸੇ ਕਮ 6.5 ਮਿੰਟ ਆ। ਇਹਦਾ ਮਤਲਬ ਜੀ ਮੈਨੂੰ ਜੇ 6.5 ਮਿੰਟ ਲਾ ਕੇ ਵੀ ਮੇਰੇ ਆ 5 ਦੇ 5 ਕੁਐਸਚਨ ਸੋਲਵ ਹੋ ਜਾਣ, ਕਿਉਂਕਿ ਇੱਕ ਸਿੰਗਲ ਥੋੜੀ ਸੋਲਵ ਹੋਣਾ ਵਾ, ਸੋਲਵ ਵੀ ਤਾਂ 5 ਹੋਣੇ ਆ ਨਾ ਕਮ ਸੇ ਕਮ। ਇਹਦਾ ਮਤਲਬ ਜੀ ਜਿਹੜੇ ਤੁਸੀਂ ਆਹ ਚੀਜ਼ਾਂ ਵਾ ਨਾ, ਜਿਹੜੇ ਕੋਈ 5 ਚੂਜ਼ ਕਰਨੇ ਆ, ਇਹਨਾਂ ਤੇ ਕਮ ਸੇ ਕਮ 5 ਤੋਂ 6 ਮਿੰਟ ਲੱਗਣਾ ਇੱਕ ਨਾਰਮਲ ਜੀ ਗੱਲ ਆ ਅਕੋਰਡਿੰਗ ਟੂ ਮੈਥਮੈਟਿਕਸ। ਕਿਉਂਕਿ ਹਲੇ ਵੀ ਮੇਰੇ ਕੋਲੇ ਕਿੰਨਾ ਟਾਈਮ ਪਿਆ ਹੋਊਗਾ, ਮੇਰੇ ਕੋਲੇ ਹਜੇ ਵੀ 14 ਮਿੰਟ ਪਏ ਹੋਣਗੇ, ਤੇ ਉਹਨਾਂ 14 ਮਿੰਟਾਂ ਵਿੱਚ ਗਾਂ ਜਾ ਕੇ ਆਪਣੇ ਟਰੂ ਫਾਲਸ ਆ ਜੀ। ਤਾਂ ਇਹਨੂੰ ਤੁਸੀਂ 2 ਮਿੰਟਾਂ 'ਚ ਨਹੀਂ ਲੱਭ ਸਕਦੇ, ਕਾਲੀ ਕਾਲੀ ਨਹੀਂ ਕਰ ਸਕਦੇ ਵੀ ਆਹ ਠੀਕ ਆ ਜਾਂ ਠੀਕ ਆ। ਕਮ ਸੇ ਕਮ ਇੱਥੇ 5-6 ਮਿੰਟ ਟਿਕਾ ਕੇ ਆਪਾਂ ਲਾਉਣੇ ਆ ਜੀ। ਤੇ ਇਹਦੀ ਲੋਕੇਸ਼ਨ ਦੇਖੋ, ਜਦੋਂ ਕੋਈ 5 ਚੂਜ਼ ਕਰਨੇ ਹੁੰਦੇ ਆ, ਬੜੀ ਸਟਰੋਂਗ ਪੋਸੀਬਿਲਿਟੀ ਹੁੰਦੀ ਆ ਕਿ ਇਹ 2 ਪੈਰਿਆਂ ਦੇ ਵਿੱਚ ਲਗਾਤਾਰ ਹੀ ਸਾਰਾ ਕੁਝ ਦਿੱਤਾ ਪਿਆ ਹੁੰਦਾ। ਕਿਸਮਤ ਚੰਗੀ ਹੋਵੇ ਤਾਂ ਸਿੰਗਲ ਪੈਰੇ 'ਚ ਹੀ ਹੁੰਦਾ। ਉਦੋਂ ਜ਼ਿਆਦਾ ਜਿਹੜੀ ਚੀਜ਼ ਪਹਿਲਾਂ ਮਾਇਨੇ ਰੱਖਦੀ ਆ, ਆਪਾਂ ਪਹਿਲਾਂ ਇਹ ਪੜ੍ਹਨਾ ਹੁੰਦਾ ਇਹਨਾਂ ਨੇ ਪੁੱਛਿਆ ਕੀ ਆ, ਤੇ ਟਾਰਗੇਟ ਜਾ ਕੇ ਉਹਨੂੰ ਕਰਨਾ ਆਪਾਂ ਉੱਧਰ ਜਾ ਕੇ। ਚਲੋ ਜੀ ਦੇਖਦੇ ਆਪਾਂ ਜਾ ਕੇ। ਇੱਕ ਗੱਲ ਤੁਹਾਨੂੰ ਮੈਂ ਦੱਸਾਂ ਜੀ ਹੋਰ, ਇਹ ਸਟਾਰਟਿੰਗ ਤੋਂ ਹੀ ਸਟਾਰਟ ਹੋ ਰਹੇ ਆ, 1 ਤੋਂ 5 ਹੀ ਆ ਇਹ। ਇਹਦਾ ਮਤਲਬ ਏਦਾਂ ਤਾਂ ਹੋ ਨਹੀਂ ਸਕਦਾ ਰੀਡਿੰਗ ਲਾਸਟ ਪੈਸੇਜ 'ਚੋਂ ਪਾਈ ਜਾਂਦੀ ਹੋਵੇ, ਨਹੀਂ। ਮੈਪ ਰੀਡਿੰਗ ਕੀ ਕਹਿੰਦੀ ਆ, ਸਟਾਰਟਿੰਗ ਵਾਲੇ ਕੁਐਸਚਨ ਦੀ ਸੰਭਾਵਨਾ ਵੀ ਸਟਾਰਟਿੰਗ ਦੇ ਵਿੱਚ ਹੀ ਪਾਈ ਜਾਂਦੀ ਹੁੰਦੀ ਹੈ ਜੀ। ਆਪਾਂ ਹੁਣ ਤੱਕ ਜਿੰਨੀਆਂ ਕਮ ਸੇ ਕਮ 15 ਡੇਜ਼ ਹੋ ਚੱਲੇ, ਆਪਾਂ ਨੂੰ ਮੈਪ ਰੀਡਿੰਗ ਦੇ ਦਮ ਤੇ ਹੀ ਆਪਾਂ ਸਾਰੀ ਰੀਡਿੰਗ ਸੋਲਵ ਕਰ ਦਿੰਦੇ ਆ, ਚਾਹੇ ਕੋਈ ਸੌਖਾ ਪੈਸੇਜ ਦਾ ਚਾਹੇ ਕੋਈ ਔਖਾ ਪੈਸੇਜ ਦਾ। ਕੀ ਕਹਿੰਦੇ ਜੀ, ਕਹਿੰਦੇ ਜੀ 5 ਬਲੀਫ ਆ। ਪਹਿਲੀ ਗੱਲ ਤਾਂ ਮੈਨੂੰ ਬਲੀਫ ਦਾ ਮਤਲਬ ਪਤਾ ਹੋਣਾ ਚਾਹੀਦਾ। ਬਲੀਫ ਹੁੰਦਾ ਜੀ ਆਪਣੇ ਸਿਧਾਂਤ। ਹੋਰ ਸੌਖਾ ਕਰ ਦਵਾਂ ਤਾਂ ਆਪਣੀਆਂ ਜਿਹੜੀਆਂ ਆਪਣਾ ਥਿੰਕਿੰਗ ਸਿਸਟਮ ਕਹਿ ਲਓ। ਬਲੀਫ ਵਰਡ ਕੀ ਤੋਂ ਪਿਆ ਜੀ, ਇਹ ਇੱਕ ਨਾਉਨ ਆ, ਇਹਦੀ ਵਰਬ ਕੀ ਆ,
ਅੱਛਾ, इन दी वर्ब आ जी believe। believe ਹੁੰਦਾ ਮੰਨਣਾ, ਇਹ ਇੱਕ verb ਆ। ਤੇ believe ਦਾ ਕਿਸੇ ਨੇ noun ਅੱਜ ਤੱਕ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ, ਇਹ ਹੁੰਦਾ belief। ਜਾਨੀ ਕਿ believe ਦਾ ਮਤਲਬ ਕੀ ਹੁੰਦਾ ਜੀ, ਮੰਨਣਾ। ਤੇ belief ਦਾ ਮਤਲਬ ਕੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਵਾ, ਜਿਹੜੀਆਂ ਚੀਜ਼ਾਂ ਲੋਕਾਂ ਦੇ ਮਾਈਂਡ 'ਚ ਆ, ਉਹਨਾਂ ਨੂੰ belief system ਕਹਿ ਦਿੰਦੇ ਆਪਾਂ। belief system ਦਾ ਮਤਲਬ ਕੀ ਹੁੰਦਾ ਕਿ ਜਿਹੜੀਆਂ ਆਪਣੀਆਂ ਧਾਰਨਾਵਾਂ ਵਾ, ਕਹਿੰਦੇ ਜੀ ਕਿਹੜੀਆਂ 5 ਧਾਰਨਾਵਾਂ, ਧਾਰਨਾਵਾਂ ਦਾ ਮਤਲਬ ਕੀ ਵੀ ਕਿਹੜੀਆਂ ਕਿਹੜੀਆਂ 5 ਚੀਜ਼ਾਂ ਮੰਨੀਆਂ ਜਾਂਦੀਆਂ ਵਾ, ਜਿਹੜੀਆਂ ਟੈਕਸਟ ਵਿੱਚ ਲਿਖੀਆਂ ਵਾ। ਚਲੋ ਜਾ ਕੇ ਦੇਖੀਏ ਜੀ ਕਿ ਕਿਹੜੀਆਂ 5 ਚੀਜ਼ਾਂ ਇਹਨਾਂ ਦਿੱਤੀਆਂ ਹੋਈਆਂ ਚੋਂ ਮੰਨੀਆਂ ਜਾਂਦੀਆਂ। ਇਹਦਾ ਮਤਲਬ ਜਦੋਂ ਹੀ ਬਲੀਫ ਵਰਡ ਆ ਗਿਆ ਤਾਂ ਬਲੀਫ ਦਾ ਵਰਬ ਕੀ ਹੁੰਦੀ ਆ, ਬਲੀਵ। ਏਦਾਂ ਦੀ ਕੋਈ ਚੀਜ਼ ਹੋ ਸਕਦੀ ਹੈ ਜੀ। ਓਪੀਨੀਅਨ, ਏਦਾਂ ਦੇ ਵਰਡ ਆਪਾਂ ਟਾਰਗੇਟ ਕਰਾਂਗੇ। ਚਲੋ ਜਾ ਕੇ ਦੇਖੀਏ ਜੀ, ਪਹਿਲਾਂ ਤਾਂ ਆਪਾਂ ਦੇਖੀਏ ਕਿ ਆਪਣੀ ਸਿਚੁਏਸ਼ਨ, ਆਪਣੀ ਲੋਕੇਸ਼ਨ ਕਿਹੜੀ ਮੈਚ ਹੁੰਦੀ ਹੈ। ਅੱਛਾ, ਮੈਂ ਦੇਖਣਾ ਕਿ ਕੋਈ ਬਲੀਵ, ਅੱਛਾ ਹਲੇ ਤਾਂ ਸਟਾਰਟਿੰਗ 'ਚ ਜੀਨੀਅਸ ਵਰਡ ਦੇ ਬਾਰੇ ਚਰਚਾ ਕਰੀ ਜਾਂਦੇ ਆ। ਇਹਦਾ ਮਤਲਬ ਪਹਿਲੀਆਂ 2 ਲਾਈਨਾਂ ਤਾਂ ਵੈਸੇ ਹੀ ਛੱਡ ਦਵਾਂ, ਕਿਉਂਕਿ ਇੱਥੇ ਜੇ ਧਾਰਨਾਵਾਂ ਥੋੜੀ ਹਲੇ ਸ਼ੁਰੂ ਹੋਈਆਂ ਹੁੰਦੀ। ਕਹਿੰਦੇ ਆਹ ਤਾਂ ਦੱਸਿਆ ਵੀ ਜੀਨੀਅਸ ਆ ਜਿਹੜੀ ਇਹ ਕੰਸਰਨਡ ਆ ਕਿਹਦੇ ਨਾਲ ਲੈਣਾ ਦੇਣਾ ਦਾ, ਅਬਿਲਿਟੀ ਨਾਲ ਲੈਣਾ ਦੇਣਾ ਵਾ, ਹੈਡ ਆਫ ਦਾ ਫੈਮਿਲੀ। ਓਕੇ ਜੀ, ਗ੍ਰੈਜੂਅਲੀ ਹੌਲੀ ਹੌਲੀ ਜੀਨੀਅਸ ਕਹਿੰਦੇ ਕਾਹਦੇ ਵਿੱਚ ਆਇਆ ਜੀ, ਉਹ ਕਹਿੰਦੇ ਇੱਕ ਪਰਸਨ ਦੇ ਕਰੈਕਟਰ ਸਕਿਲਸ ਦੇ ਵਿੱਚ ਆ। ਹੋ ਸਕਦੀ ਹੈ ਜੀ ਇਹ ਧਾਰਨਾ ਮੰਨ ਕੇ ਚੱਲੋ ਨਾ। ਐਂਡ ਇੰਡੀਵਿਜੂਅਲਸ ਹਾਈਐਸਟ ਐਟਰੀਬਿਊਟ ਡਰਾਈਵਡ ਫਰੋਮ ਜੀਨੀਅਸ, ਜਿਹੜੇ ਮਨੁੱਖਾਂ ਦੇ ਗੁਣ ਹੁੰਦੇ ਆ ਨਾ ਉਹ ਜੀਨੀਅਸ ਤੋਂ ਹੀ ਆਉਂਦੇ। ਉਹ ਕਹਿੰਦੇ ਜੀ ਗਾਈਡਿੰਗ ਸਪਿਰਿਟ ਤੋਂ। ਅੱਜ ਦੇ ਸਮੇਂ 'ਚ ਕਹਿੰਦੇ ਲੋਕੀ ਕੀ ਕਰਦੇ ਆ ਜੀ, ਲੁੱਕ ਟੂ ਸਟਾਰਸ ਔਰ ਜੀਨਸ। ਹਲੇ ਵੀ ਲੋਕੀ ਸਟਾਰਸ ਤੇ ਜੀਨਸ ਵੱਲੀ ਦੇਖਦੇ ਆ, ਐਸਟ੍ਰੋਲੋਜੀ ਵੱਲੀ ਦੇਖਦੇ ਆ, ਜੈਨੇਟਿਕ ਵੱਲੀ ਦੇਖਦੇ ਆ। ਤੇ ਗਾਂ ਜਾ ਕੇ ਦੇਖਦੇ ਜੀ ਕਿਤੇ ਗੱਲ ਹੋਈ ਹੋਵੇ ਜੀ, ਕੰਸੈਪਟ ਆ ਕਹਿੰਦੇ ਜਿਹੜਾ ਜੀ ਕਹਦਾ ਜੀਨੀਅਸ ਤੇ ਗਿਫਟ ਹੈਜ਼, ਆਪਾਂ ਜਾ ਕੇ ਦੇਖਣਾ ਵੀ ਬਲੀਫ ਵਗੈਰਾ ਦੀ ਕੋਈ ਗੱਲ ਹੋਈ ਹੋਵੇ ਜੀ, ਮਿਸ ਅੰਡਰਸਟੈਂਡ ਕਹਿੰਦੇ ਨੇ ਕਿ ਮੈਥੋਲੋਜੀ ਦੇ ਵਿੱਚ ਇਹ ਕਹਿੰਦੇ ਪੋਪੂਲਰਲੀ ਬਲੀਵਡ ਕੀਤਾ ਜਾਂਦਾ। ਆਹ ਵਰਡ ਮੇਰਾ ਟਾਰਗੇਟ ਹੋ ਗਿਆ ਜੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਬਲੀਵ ਦਾ ਮਤਲਬ ਧਾਰਨਾਵਾਂ ਹੁੰਦੀਆਂ ਜੀ। ਇਹਦਾ ਮਤਲਬ ਬਲੀਵ ਦਾ ਮਤਲਬ ਵੀ ਕੀ ਹੁੰਦਾ, ਧਾਰਨਾ। ਹੁਣ ਮੈਂ ਆਹ ਦੇਖਣਾ ਵਾ ਕਿ ਕੀ ਮੰਨਿਆ ਜਾਂਦਾ ਵਾ ਜੀ। ਹੁਣ ਮੇਰੀ ਜਿਹੜੀ ਟਾਰਗੇਟਡ ਲਾਈਨ ਆ ਉਹ ਆਹ ਵਾਲੀ ਹੈ ਜੀ। ਤੇ ਹੁਣ ਧਿਆਨ ਨਾਲ ਦੇਖਿਓ, ਆਪਾਂ ਨੂੰ ਪੜ੍ਹਨਾ ਪੈਣਾ ਵੀ ਇਹ ਚੀਜ਼ ਹੈ ਕੀ। ਮੈਂ ਤੁਹਾਨੂੰ ਪਹਿਲਾਂ ਕਹਿ ਦਿਆ ਤੇ 5-6 ਮਿੰਟ ਲੱਗਣਾ, ਕੋਈ ਬੁਰੀ ਗੱਲ ਨਹੀਂ। ਕਹਿੰਦੇ ਜੀ ਮੈਥੋਲੋਜੀ ਹੈ ਜਿਹੜੀ ਗਿਫਟਡਨੈਸ ਦੀ, ਕਹਿੰਦੇ ਜੀ ਇਹ ਪੋਪੂਲਰਲੀ ਜੀਨੀਅਸਨੈਸ ਦੀ ਗੱਲ ਹੀ ਹੋਈ ਜਾਂਦੀ ਹੈ ਜੀ। ਕਹਿੰਦੇ ਜੀ ਇਹ ਪੋਪੂਲਰਲੀ ਮੰਨਿਆ ਜਾਂਦਾ। ਇੱਥੇ ਮੈਂ ਧਾਰਨਾਵਾਂ ਲੱਭਣੀਆਂ। ਹੁਣ ਕੀ ਮੰਨਿਆ ਜਾਂਦਾ, ਕਿ ਇਹਦਾ ਮਤਲਬ ਹੁੰਦਾ ਕਿ ਕਹਿੰਦੇ ਜੀ ਇਹ ਮੰਨਿਆ ਜਾਂਦਾ ਕਿ ਜੇ ਲੋਕੀ ਕਹਿੰਦੇ ਟੈਲੈਂਟਡ ਆ ਇੱਕ ਸਿੰਗਲ ਫੀਲਡ ਦੇ ਵਿੱਚ, ਦੇ ਮਸਟ ਬੀ ਡਿਫੈਕਟਿਵ ਇਨ ਅਨਦਰ। ਜੇ ਲੋਕੀ ਇੱਕ ਫੀਲਡ ਦੇ ਵਿੱਚ ਟੈਲੈਂਟਡ ਆ, ਦੂਸਰੀ ਦੇ ਵਿੱਚ ਟੈਲੈਂਟਡ ਨਹੀਂ ਹੋਣਗੇ। ਸੋ ਪਹਿਲੀ ਧਾਰਨਾ ਤਾਂ ਮੇਰੀ ਹੈਗੀ ਹੈ ਜੀ ਆ, ਧਿਆਨ ਨਾਲ ਦੇਖਿਓ ਜੀ, ਇਹਨੂੰ ਧਿਆਨ ਨਾਲ ਦੇਖਿਓ। ਆ ਚੱਕੋ, ਆਪਾਂ ਇਹਨੂੰ ਕੀ ਕਰਤਾ, ਆ ਲਓ ਜੀ, ਆ ਆਪਣੀ ਪਹਿਲੀ ਧਾਰਨਾ ਜੀ, ਚੱਕੋ ਜੀ। ਆ ਧਾਰਨਾ ਆਪਣੀ। ਗਾਂ ਫਿਰ ਦੈਟ ਲਾਇਆ ਪਿਆ, ਤੇ ਜੇ ਮੈਂ ਗਾਂ ਦੇਖਾਂ ਫਿਰ ਦੈਟ ਲਾਇਆ ਪਿਆ, ਗਾਂ ਜਾ ਕੇ ਦੇਖਾਂ ਫਿਰ ਦੈਟ, ਤਾਂ ਤੁਸੀਂ ਆਪੇ ਦੇਖ ਲਓ ਕਿ ਇੱਕ ਹੀ ਸੈਂਟੈਂਸ ਨੂੰ ਦੈਟ ਲਾ ਕੇ ਤਾਂ ਜੋੜਿਆ ਹੀ ਨਹੀਂ ਜਾ ਸਕਦਾ ਇੰਨੇ ਵਾਰੀ ਜੀ। ਤੁਸੀਂ ਇਹ ਖੁਦ ਦੇਖ ਸਕਦੇ ਹੋ ਕਿ ਇਹ ਦੈਟ ਲਾ ਕੇ ਜੋੜੀ ਜਾਂਦੇ ਆ। ਇਹਦਾ ਮਤਲਬ ਕੀ ਨਿਕਲਿਆ, ਇਹਦਾ ਮਤਲਬ ਇੱਕ ਹੀ ਹੈ ਜੀ, ਕੌਮੇ ਪਾ ਕੇ ਕੀ ਮੰਨਿਆ ਜਾਂਦਾ, ਉਹ ਸਾਰੀਆਂ ਚੀਜ਼ਾਂ ਇਹ ਪੈਰੇ ਨੇ ਲਿਖੀਆਂ ਪਈਆਂ ਵਾ। ਤੇ ਉਧਰ ਵੀ ਮੇਰੇ ਕੋਲੇ ਲਿਸਟ ਬਣਾਈ ਪਈ ਆ। ਸਿੱਟਾ ਕੀ ਨਿਕਲਿਆ, ਸਿੱਟਾ ਇੱਕ ਹੀ ਨਿਕਲਿਆ ਕਿ ਮੈਨੂੰ ਆ ਧਾਰਨਾਵਾਂ ਪੜ੍ਹਨੀਆਂ ਪੈਣੀਆਂ ਵਾ ਸਾਰੀਆਂ, ਤੇ ਉਧਰ ਜਾ ਕੇ ਮੈਚ ਕਰਨੀਆਂ ਪੈਣੀਆਂ ਕਿ ਕਿਹੜੀਆਂ ਕਿਹੜੀਆਂ ਹੈਗੀਆਂ, ਤੇ ਮੇਰੇ 5 ਦੇ 5 ਕੁਐਸਚਨ ਸੋਲਵ ਹੋ ਜਾਣੇ, ਉਹ ਵੀ ਪੂਰੇ ਸਹੀ। ਤਾਂ ਹੁਣ ਧਿਆਨ ਨਾਲ ਦੇਖੋ, ਪਹਿਲੀ ਧਾਰਨਾ ਕਿਹੜੀ ਆ, ਪੰਜਾਬੀ 'ਚ ਆਪਣੇ ਮਾਈਂਡ 'ਚ ਰੱਖਣਾ। ਜੇ ਕੋਈ ਬੰਦਾ ਇੱਕ ਸਿੰਗਲ ਫੀਲਡ ਦੇ ਵਿੱਚ ਮਾਹਰ ਹੋਵੇ ਤਾਂ ਬਾਕੀਆਂ ਦੇ ਵਿੱਚੋਂ ਉਹ ਕੀ ਹੁੰਦਾ, ਮਾਹਰ ਨਹੀਂ ਹੁੰਦਾ। ਦੂਸਰੀ ਧਾਰਨਾ ਕੀ ਆ, ਜਿਹੜੀ ਆਪਣੀ ਆ ਜੀਨੀਅਸਨੈਸ। ਦੇਖੋ ਇੰਟੈਲੈਕਚੁਅਲਸ ਦਾ ਮਤਲਬ ਕੀ ਹੁੰਦਾ ਵਾ, ਆਪਣੀ ਇੰਟੈਲੀਜੈਂਸੀ ਨੂੰ ਕਹਿ ਰਹੇ ਆ, ਜੀਨੀਅਸ ਨੂੰ ਕਹਿ ਰਹੇ ਆ। ਕਹਿੰਦੇ ਜਿਹੜੀ ਇੰਟੈਲੀਜੈਂਸੀ ਹੁੰਦੀ ਆ ਉਹ ਕੀ ਹੁੰਦੀ ਆ, ਇੰਪ੍ਰੈਕਟੀਕਲ ਹੁੰਦੀ ਆ। ਮਤਲਬ ਨਹੀਂ ਪਤਾ, ਡੋਂਟ ਵਰੀ, ਇਹਨੂੰ ਆਪਣੇ ਮਾਈਂਡ 'ਚ ਰੱਖ ਲਓ। ਇੱਕ ਕਹਿੰਦੇ ਜੀ ਉਹ ਆ ਚੀਜ਼ ਹੁੰਦੀ ਹੈ ਜੀ। ਅੱਛਾ, ਅਗਲਾ ਵਰਡ ਜੀ, ਜਾਨੀ ਕਿ ਪ੍ਰੋਡੀਜੀਅਸ। ਪ੍ਰੋਡੀਜੀਅਸ ਦਾ ਮਤਲਬ ਕੀ ਹੁੰਦਾ ਵਾ, ਉਹ ਪਰਸਨ ਜਿਹਦੇ ਵਿੱਚ ਖਾਸ ਤਰ੍ਹਾਂ ਦੇ ਗੁਣ ਹੋਣ, ਜਾਨੀ ਕਿ ਇਹ ਜੀਨੀਅਸ ਦਾ ਸਿਨੋਨਿਮ ਆ ਜੀ। ਨੋਟ ਕਰ ਲਓ, ਇਹ ਜੀਨੀਅਸ ਦਾ ਸਿਨੋਨਿਮ ਆ। ਕਹਿੰਦੇ ਜਿਹੜੇ ਜੀਨੀਅਸ ਆ, ਬਰਨ
ਟੂ ਬ੍ਰਾਈਟਲੀ ਟੂ ਸੂਨ, ਬੜੀ ਜ਼ਿਆਦਾ ਛੇਤੀ ਉਹ ਕੀ ਹੋ ਜਾਂਦੇ ਆ ਜੀ, ਉਹ ਬਰਨ ਆਊਟ ਹੋ ਜਾਂਦੇ ਆ। ਬਰਨ ਆਊਟ ਇੱਕ ਨੈਗੇਟਿਵ ਵਰਡ ਹੈ ਜੀ। ਅਗਲੀ ਧਾਰਨਾ ਕੀ ਹੈ ਜੀ, ਗਿਫਟਡ ਪੀਪਲ ਜਿਹੜੇ ਹੁੰਦੇ ਆ ਜੀ ਉਹ ਅਸੈਂਟਰਿਕ ਹੁੰਦੇ ਆ। ਦੇਖ ਲੈਂਦੇ ਆ ਜੀ ਇਹਦਾ ਕੀ ਮਤਲਬ ਹੋਊਗਾ, ਅਸੈਂਟਰਿਕ, ਆ ਵਰਡ ਆ ਗਿਆ। ਅਗਲੀ ਧਾਰਨਾ ਕੀ ਆ, ਫਿਜ਼ੀਕਲੀ ਉਹ ਜਾਨੀ ਕਿ ਵੀਕਲਿੰਗਸ ਹੁੰਦੇ ਆ, ਉਹ ਕਮਜ਼ੋਰ ਹੁੰਦੇ ਆ। ਅਗਲੀ ਧਾਰਨਾ ਕੀ ਹੈ ਜੀ, ਕਹਿੰਦੇ ਵੀ ਜੀਨੀਅਸ ਤੇ ਮੈਡਨੈਸ, ਜੀਨੀਅਸ ਤੇ ਜਾਨੀ ਕਿ ਪਾਗਲਪਨ ਦੇ ਵਿੱਚ ਥੋੜਾ ਜਿਹਾ ਹੀ ਫਰਕ ਆ, ਇੱਕ ਇਹ ਧਾਰਨਾ ਵਾ। ਅਗਲੀ ਧਾਰਨਾ ਕਿਹੜੀ ਆ, ਜੀਨੀਅਸ ਜਿਹੜੇ ਹੁੰਦੇ ਆ ਉਹ ਫੈਮਿਲੀ ਦੇ ਵਿੱਚ ਹੀ ਹੁੰਦੇ ਆ, ਬਈ ਇਹ ਇੱਕ ਫੈਮਿਲੀ ਦੀ, ਬਈ ਗਾਂ ਦੀ ਗਾਂ ਜਨਰੇਸ਼ਨਾਂ ਨਾਲ ਹੀ ਇਹ ਚੀਜ਼ ਕਹਿੰਦੇ ਤੁਰਦੀ ਜਾਂਦੀ ਆ। ਅਗਲੀ ਧਾਰਨਾ ਕੀ ਹੈ ਜੀ, ਗਿਫਟਡ ਜਿਹੜੇ ਹੁੰਦੇ ਆ ਲੋਕੀ ਉਹ ਬੜੇ ਕਲੈਵਰ ਹੁੰਦੇ ਆ ਤੇ ਉਹਨਾਂ ਨੂੰ ਹੈਲਪ ਦੀ ਲੋੜ ਨਹੀਂ ਹੁੰਦੀ। ਹੁਣ ਇਹ ਕਿੱਦਾਂ ਦਾ ਰਹੂਗਾ, ਜੇ ਮੈਂ ਇਹਨਾਂ ਵਿੱਚੋਂ 4-5 ਧਾਰਨਾਵਾਂ ਪੜ੍ਹ ਕੇ ਉਧਰ ਮੈਚ ਕਰਿਆ ਵਾਂ, ਚਲੋ ਜੀ ਏਦਾਂ ਹੀ ਕਰਦੇ ਆ, ਕਿਉਂਕਿ ਇਹ ਤਾਂ ਹਿਊਮਨ ਬ੍ਰੇਨ ਲਈ ਪੋਸੀਬਲ ਹੈ ਨਹੀਂ ਨਾ ਵੀ ਸਾਰੀਆਂ ਨੂੰ ਇੱਕੋ ਸਮੇਂ ਯਾਦ ਰੱਖਣਾ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਆਪਾਂ ਕਿਹੜੀਆਂ ਲੈ ਕੇ ਚੱਲਨੇ ਆ। ਪਹਿਲੀ ਧਾਰਨਾ ਇਹ ਸੀਗੀ ਕਿ ਲੋਕੀ ਇੱਕ ਫੀਲਡ ਵਿੱਚੋਂ ਮਾਹਰ ਹੁੰਦੇ ਆ, ਤਾਂ ਫਿਰ ਇਹਦਾ ਮਤਲਬ ਦੂਜੀ ਚੋਂ ਨਹੀਂ ਹੁੰਦੇਗੇ। ਅਗਲੀ ਧਾਰਨਾ ਇਹ ਚੀਜ਼ ਇੰਪ੍ਰੈਕਟੀਕੇਬਲ ਆ। ਤੀਸਰੀ, ਉਹ ਬੜੀ ਛੇਤੀ ਬਰਨ ਆਊਟ ਹੋ ਜਾਂਦੇ ਆ, ਬੜੀ ਛੇਤੀ ਜੀ ਉਹ ਕਹਿੰਦੇ। ਅਗਲਾ ਜੀ, ਉਹ ਲੋਕੀ ਅਸੈਂਟਰਿਕ ਹੁੰਦੇ ਆ। ਉਦੋਂ ਅਗਲਾ ਉਹ ਫਿਜ਼ੀਕਲੀ ਵੀਕ ਹੁੰਦੇ ਆ। ਤੇ ਇੱਕ ਯਾਦ ਰੱਖ ਲੈਂਦੇ ਆ, ਇਹ ਚੀਜ਼ ਫੈਮਿਲੀ ਟੂ ਫੈਮਿਲੀ ਚੱਲਦੀ ਹੈ। ਚਲੋ ਜੀ ਜਾ ਕੇ ਮੈਚ ਕਰੀਏ, ਜਾ ਕੇ ਮੈਚ ਕਰਦੇ ਹਾਂ। ਅੱਛਾ, ਕਹਿੰਦੇ ਜੀ ਜਿਹੜੇ ਗਿਫਟਡ ਪੀਪਲ ਆ ਉਹ ਸਾਰੇ ਏਰੀਆ ਦੇ ਵਿੱਚ ਹੀ ਟੈਲੈਂਟਡ ਹੁੰਦੇ ਆ। ਪਹਿਲੀ ਗੱਲ ਤਾਂ ਮੈਨੂੰ ਇੱਥੇ ਕ੍ਰੋਸ ਕਰਨਾ ਪੈ ਜਾਣਾ, ਇਹ ਤਾਂ ਰੀਡਿੰਗ ਦੇ ਉਲਟ ਚੱਲੀ ਜਾਂਦਾ ਵਾ, ਇਹ ਰੀਡਿੰਗ ਦੇ ਉਲਟ ਚੱਲੀ ਜਾਂਦਾ, ਇਹ ਚਾਹ ਕੇ ਵੀ ਨਹੀਂ ਹੋ ਸਕਦਾ। ਕਹਿੰਦੇ ਟੈਲੈਂਟਡ ਪੀਪਲ ਆ ਬੜੀ ਛੇਤੀ ਐਗਜ਼ੌਸਟਡ ਹੋ ਜਾਂਦੇ ਆ। ਉਧਰ ਲਿਖਿਆ ਸੀਗਾ ਬਰਨ ਆਊਟ। ਬਰਨ ਆਊਟ ਦਾ ਮਤਲਬ ਕੀ ਹੁੰਦਾ, ਬੜੀ ਛੇਤੀ ਢਿੱਲੇ ਜੇ ਪੈ ਜਾਣਾ। ਤੇ ਐਗਜ਼ੌਸਟਡ ਦਾ ਮਤਲਬ ਕੀ ਹੁੰਦਾ, ਬੜੀ ਛੇਤੀ ਟਾਇਰਡ ਹੋ ਜਾਣਾ। ਇਹਦਾ ਮਤਲਬ ਜੀ ਬੀ ਮੇਰਾ ਆਨਸਰ 5 ਚੋਂ 1 ਹੈਗਾ ਵਾ, ਪਿੱਛੇ 4 ਬਚੇ। ਗਿਫਟਡ ਲੋਕ ਆ ਜਿਹੜੇ, ਉਹਨਾਂ ਨੂੰ ਆਪਣੇ ਗਿਫਟ ਯੂਜ਼ ਕਰਨੇ ਚਾਹੀਦੇ ਆ। ਹਲੇ ਤੱਕ ਗੱਲ ਨਹੀਂ ਆਈ, ਅੱਧੀਆਂ ਧਾਰਨਾਵਾਂ ਹਲੇ ਪਈਆਂ ਵਾ, ਹਲੇ ਤੱਕ ਗੱਲ ਨਹੀਂ ਆਈ। ਜਿਹੜੇ ਜੀਨੀਅਸ ਹੁੰਦੇ ਆ ਜੀ, ਉਹ ਕਹਿੰਦੇ ਹਰੇਕ ਜਨਰੇਸ਼ਨ ਦੇ ਵਿੱਚ ਇੱਕ ਵਾਰੀ ਹੀ ਪੈਦਾ ਹੁੰਦੇ ਆ। ਏਦਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ, ਏਦਾਂ ਜ਼ਰੂਰ ਕਿਹਾ ਸੀ ਇਹ ਜੀਨੀਅਸ ਹੋਣਾ ਫੈਮਿਲੀ ਟੂ ਫੈਮਿਲੀ ਡਿਪੈਂਡ ਕਰਦਾ ਵਾ, ਵੀ ਗਾਂ ਦੀ ਗਾਂ ਜੀਨਸ ਤੇ ਇਹ ਡਿਪੈਂਡ ਕਰ ਜਾਂਦਾ ਵੀ ਆਪਣੇ ਦਾਦੇ ਪੜਦਾਦੇ ਕਿੱਦਾਂ ਦੇ ਸੀਗੇ ਮਾਈਂਡ ਉਹਨਾਂ ਦੇ। ਏਦਾਂ ਤਾਂ ਕਿਤੇ ਨਹੀਂ ਲਿਖਿਆ ਵੀ ਇੱਕ ਜਨਰੇਸ਼ਨ 'ਚ ਇੱਕ ਜੀਨੀਅਸ ਹੁੰਦਾ ਹੀ ਆ, ਏਦਾਂ ਦੀ ਕੋਈ ਗੱਲ ਨਹੀਂ ਕੀਤੀ। ਡੀ ਤੇ ਮੈਨੂੰ ਕੀ ਕਰਨਾ ਪੈਣਾ ਜੀ, ਕ੍ਰੋਸ ਕਰਨਾ ਪੈਣਾ, ਇਹ ਗਲਤ ਸਾਬਿਤ ਕਰੀ ਜਾਂਦਾ। ਜੀਨੀਅਸ ਕਹਿੰਦੇ ਡਿਸਟਰੋਏ ਹੋ ਜਾਂਦੇ ਆ ਜੀ ਡਿਸਕਰੇਜਮੈਂਟ ਦੇ ਦੁਆਰਾ, ਹਲੇ ਤੱਕ ਕੋਈ ਗੱਲ ਨਹੀਂ ਆਈ। ਜੀਨੀਅਸ ਜਿਹੜੇ ਹੁੰਦੇ ਆ ਉਹ ਇਨਹੈਰੀਟਡ ਹੁੰਦੇ ਆ। ਇਨਹੈਰੀਟਡ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਜਾਨੀ ਕਿ ਵਿਰਾਸਤ ਦੇ ਵਿੱਚ ਆਪਾਂ ਨੂੰ ਵੱਡ ਵਡੇਰਿਆਂ ਤੋਂ ਮਿਲਣ ਵਾਲੀ ਹੋਵੇ, ਵਿਰਾਸਤ ਦੇ ਵਿੱਚ। ਇਹਦਾ ਮਤਲਬ ਇਹਦੀ ਗੱਲ ਹੋਈ ਸੀਗੀ ਜੀ, ਫੈਮਿਲੀ ਦੇ ਬਾਰੇ ਉਹ ਗੱਲਾਂ ਕਰੀ ਜਾਂਦੇ ਆ, ਬਈ ਇਹ ਚੀਜ਼ ਫੈਮਿਲੀ ਟੂ ਫੈਮਿਲੀ ਰਨ ਕਰਦੀ ਆ। ਇਹਦਾ ਮਤਲਬ F ਨੰਬਰ ਵਾਲਾ ਮੇਰਾ ਹੈਗਾ ਵਾ ਜੀ ਪੱਕਾ। ਅੱਛਾ, ਜੀਨੀਅਸ ਜਿਹੜੇ ਗਿਫਟਡ ਲੋਕੀ ਹੁੰਦੇ ਆ ਨਾ, ਉਹ ਵਿਚਾਰੇ ਬੜੇ ਹਾਰਡ ਤਰੀਕੇ ਨਾਲ ਜੰਮਦੇ ਆ। ਉਹ ਏਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਜੀ। ਬਾਕੀ ਵਾਲੇ ਅੱਧੀਆਂ ਚੀਜ਼ਾਂ ਪਈਆਂ ਵਾ, ਸ਼ਾਇਦ ਗਾਂ ਲਿਖਿਆ ਹੋਵੇ। ਜੀਨੀਅਸ ਲੋਕਾਂ ਨੂੰ ਲੋਕੀ ਐਪਰੀਸ਼ੀਏਟ ਹੀ ਨਹੀਂ ਕਰਦੇ, ਜਿਹੜੇ ਟਰੂ ਜੀਨੀਅਸ ਲੋਕ ਹੁੰਦੇ ਆ। ਕਿਤੇ ਨਹੀਂ ਗੱਲ ਹੋਈ ਜੀ ਹਲੇ ਤੱਕ। ਜੀਨੀਅਸਨੈਸ ਜਿਹੜਾ ਉਹ ਨੈਚੁਰਲ ਲੀਡਰ ਹੁੰਦੇ ਆ, ਕਿਤੇ ਨਹੀਂ ਗੱਲ ਹੋਈ ਜੀ। ਗਿਫਟਡ ਪੀਪਲ ਜਿਹੜੇ ਹੁੰਦੇ ਆ ਉਹ ਬੜੀਆਂ ਡਿਫਿਕਲਟੀ ਦੇ ਰਾਹੀਂ ਗੁਜ਼ਰਦੇ ਆ, ਹਲੇ ਤੱਕ ਕੋਈ ਗੱਲ ਨਹੀਂ ਹੋਈ ਜੀ। ਜੀਨੀਅਸ ਲੋਕ ਜਿਹੜੇ ਹੁੰਦੇ ਆ ਉਹ ਆਪਣੇ ਆਪ ਹੀ, ਜੀਨੀਅਸ ਵਿਲ ਆਲਵੇਜ਼ ਰਿਵੀਲ ਇਟਸੈਲਫ, ਆਪਣੇ ਆਪ ਹੀ ਖੁਲਾਸਾ ਹੋ ਜਾਂਦਾ। ਏਦਾਂ ਦੀ ਕੋਈ ਗੱਲ ਨਹੀਂ ਹੋਈ ਜੀ। ਇਹਦਾ ਮਤਲਬ ਹਲੇ ਤੱਕ ਕਿੰਨੀਆਂ ਚੀਜ਼ਾਂ ਲੋਕ ਹੋਈਆਂ, ਮੈਨੂੰ ਹਲੇ ਤੱਕ ਜੀ 2 ਲੱਭੇ ਆ, ਤੇ ਇਹਨਾਂ ਵਿੱਚੋਂ ਪਹਿਲਾ ਤਾਂ ਜਮਾ ਹੀ ਨਹੀਂਗਾ, ਇਹ ਤਾਂ ਉਹਨੂੰ ਗਲਤ ਸਾਬਿਤ ਕਰੀ ਜਾਂਦਾ। ਤੇ ਇੱਕ ਕਿਹੜਾ ਸੀ, ਆਹ ਵਾਲਾ ਤਾਂ ਜੇ ਕਿਤੇ ਵੀ ਨਹੀਂ ਲਿਖਿਆ ਜੀ, ਨਾ ਕੋਈ ਗੱਲ ਹੋਈ। ਇਹਦਾ ਮਤਲਬ ਮੈਨੂੰ ਹੋਰ ਗਾਂ ਜਾ ਕੇ ਪੜ੍ਹਨਾ ਪੈਣਾ। ਚਲੋ ਜੀ ਗਾਂ ਜਾ ਕੇ ਪੜ੍ਹੀਏ। ਇਹਦੀ ਕਿਤੇ ਨਹੀਂ ਗੱਲ ਹੋਈ ਸੀ ਗਿਫਟਡ ਲੋਕਾਂ ਨੂੰ ਸਪੈਸ਼ਲ ਹੈਲਪ ਦੀ ਲੋੜ ਪਈ ਜੀ। ਗਿਫਟਡ ਜਿਹੜੀ ਕਹਿੰਦੇ ਗਿਫਟਡਨੈਸ ਹੁੰਦੀ, ਉਹਨਾਂ ਦਾ IQ ਹਾਈ ਹੁੰਦਾ, ਕਿਤੇ ਗੱਲ ਨਹੀਂ ਕੀਤੀ ਜੀ। ਇਹ ਧਾਰਨਾਵਾਂ ਤਾਂ ਹੈ ਹੀ ਨਹੀਂ ਉਧਰ ਜੀ। ਕਿਤੇ ਨਹੀਂ ਗੱਲ ਕੀਤੀ ਕਿ ਸਮ ਰੇਸਸ, ਕੁਝ ਜਿਹੜੀਆਂ ਜਾਤੀਆਂ ਹੁੰਦੀਆਂ ਉਹ ਜ਼ਿਆਦਾ ਇੰਟੈਲੀਜੈਂਸ ਹੁੰਦੀਆਂ, ਕਿਤੇ ਨਹੀਂ ਗੱਲ ਕੀਤੀ ਜੀ ਇਹਦੀ। ਅੱਛਾ, ਜੀਨੀਅਸ ਜਿਹੜੇ ਹੁੰਦੇ ਆ ਅਨਰਿਕੋਗਨਾਈਜ਼ਡ, ਅਨਰਿਵਾਰਡਡ, ਉਹਨਾਂ ਨੂੰ ਲੋਕੀ ਉਹਨਾਂ ਦੀ
ਉਹਨਾਂ ਨੂੰ ਰਿਕੋਗਨਾਈਜ਼ ਹੀ ਨਹੀਂ ਕਰ ਪਾਉਂਦੇ, ਉਹਨਾਂ ਨੂੰ ਇੰਨਾ ਰਿਵਾਰਡ ਹੀ ਨਹੀਂ ਮਿਲਦਾ। ਇਹਦਾ ਮਤਲਬ ਇੱਕ ਦਾ ਮੈਨੂੰ ਭੁਲੇਖਾ ਪੈ ਰਿਹਾ ਹੁਣ, ਕਿਹੜਾ ਦਾ ਜੀ, ਕਿ ਲੋਕੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੀ ਨਹੀਂ। ਐਚ ਆਪਣਾ ਕੀ ਹੋ ਗਿਆ, ਲੌਕ ਹੋ ਗਿਆ ਜੀ। ਹੁਣ ਆਪਾਂ ਨੂੰ ਸੌਖਾ ਹੋ ਗਿਆ, ਹੁਣ ਆਪਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਧਾਰਨਾਵਾਂ ਯਾਦ ਰਹਿਣ ਲੱਗ ਗਈਆਂ ਵੀ ਉਧਰ ਕਿਹੜੀਆਂ ਕਿਹੜੀਆਂ ਲਿਖੀਆਂ ਪਈਆਂ। ਕਹਿੰਦੇ ਜੀ ਐਡਵਰਸਿਟੀ, ਇਹਦਾ ਮਤਲਬ ਕੀ ਹੁੰਦਾ? ਐਡਵਰਸਿਟੀ ਦਾ ਮਤਲਬ ਹੁੰਦਾ ਡਿਫਿਕਲਟ ਸਿਚੁਏਸ਼ਨ। ਨੋਟ ਕਰ ਲਓ ਜੀ, ਇਹ ਤੁਹਾਨੂੰ ਯਾਦ ਰੱਖਣੀ ਪੈਣੀ ਹੈ, ਵੋਕੈਬਲਰੀ ਹੈ, ਇਹਦੀ ਕੋਈ ਵੀ ਟ੍ਰਿਕ ਨਹੀਂ। ਫਾਈਨਲ ਚ ਇਦਾਂ ਦਾ ਕੋਈ ਫਾਰਮੂਲਾ ਨਹੀਂ ਹੋ ਸਕਦਾ ਕਿ ਤੁਸੀਂ ਆਹ ਵਾਲੇ ਵਰਡ ਦਾ ਮੀਨਿੰਗ ਫਾਰਮੂਲਾ ਲਾ ਕੇ ਪਤਾ ਕਰ ਲਓ। ਇਹ ਹਲੇ ਤੱਕ ਇੰਨੀ ਹਿਊਮਨ ਡਿਵੈਲਪ ਨਹੀਂ ਹੋਇਆ ਆਪਣਾ। ਕਹਿੰਦਾ ਜੀ ਐਡਵਰਸਿਟੀ ਦਾ ਮਤਲਬ ਡਿਫਿਕਲਟੀਜ਼। ਡਿਫਿਕਲਟੀਜ਼ ਕਹਿੰਦੇ ਬਣਾਉਂਦੀਆਂ ਵਾ ਲੋਕਾਂ ਨੂੰ, ਕੀ ਬਣਾਉਂਦੀਆਂ? ਵੌਇਸ ਬਣਾਉਂਦੀਆਂ ਵਾ। ਅੱਛਾ, ਜਾਨੀ ਕਿ ਡਿਫਿਕਲਟੀਜ਼ ਦੇ ਵਿੱਚੋਂ ਗੁਜ਼ਰਦੇ ਆ ਉਹ ਲੋਕ। ਇਦਾਂ ਦੀ ਕੋਈ ਗੱਲ ਹੋਈ ਜੀ? ਜਾ ਕੇ ਦੇਖਦਾ ਜੀ ਮੈਂ, ਡਿਫਿਕਲਟੀਜ਼ ਦੀ ਕੋਈ ਗੱਲ ਹੋਈ ਜੀ? ਹਾਂਜੀ ਜੀ। ਤਾਂ ਇੱਥੇ ਇਹਦਾ ਵੀ ਨਹੀਂ ਜੀ, ਇਹਦਾ ਵੀ ਨਹੀਂ ਕੋਈ ਗੱਲ। ਬਹੁਤ ਔਖੇ ਹੋ ਕੇ ਰਹਿੰਦੇ ਆ ਉਹ, ਏਦਾਂ ਤਾਂ ਨਹੀਂ ਕਿਹਾ, ਏਦਾਂ ਜ਼ਰੂਰ ਕਿਹਾ ਸੀ। ਇਹ ਤਾਂ ਡਾਊਟ ਰੱਖ ਲੈਂਦੇ ਆ ਜੀ, ਆਲੋ ਡਾਊਟ। ਅੱਗੇ ਪੜਾਂ ਜੀ, ਨੈਚੁਰਲ ਲੀਡਰ ਹੁੰਦੇ, ਕਿਤੇ ਗੱਲ ਨਹੀਂ ਹੋਈ। ਗਿਫਟਡ ਲੋਕ ਜਿਹੜੇ ਹੁੰਦੇ ਆ ਉਹ ਡਿਵੈਲਪ ਕਰਦੇ ਆ ਇਹ ਚੀਜ਼ ਨੂੰ ਬੜੀਆਂ ਡਿਫਿਕਲਟੀਜ਼ ਦੇ ਰਾਹੀਂ। ਤੇ ਮੈਂ ਤੁਹਾਨੂੰ ਦੱਸਾਂ ਕਿ ਜੀ ਤੇ ਜੇ ਤੇ ਦੇ ਵਿੱਚੋਂ ਕਲੋਜ਼ ਕਿਹੜਾ ਵਾ? ਜੇ ਨੰਬਰ ਵਾਲਾ ਵਾ, ਕਿਉਂਕਿ ਅਸੈਂਟਰਿਕ ਜਿਹੜਾ ਉਹ ਜਿਹੜਾ ਆਪਣਾ ਵਰਡ ਆ ਐਡਵਰਸਿਟੀ, ਉਹ ਸਿਨੋਨਿਮ ਆ ਜੀ ਡਿਫਿਕਲਟੀਜ਼ ਦਾ। ਤੇ ਉਹਨਾਂ ਨੇ ਕਿਹਾ ਵੀ ਲੋਕ ਇਹਨਾਂ ਦੇ ਰਾਹੀਂ ਗੁਜ਼ਰਦੇ ਆ, ਬਾਅਦ ਚੋਂ ਡਿਵੈਲਪ ਹੁੰਦੀ ਇਹ ਚੀਜ਼ ਜਾ ਕੇ। ਤਾਂ ਜੇ ਵੀ ਮੇਰਾ ਕੀ ਹੋ ਗਿਆ ਜੀ, ਲੌਕ ਹੋ ਗਿਆ ਜੀ ਆਪਣਾ ਜੀ। ਅੱਗੇ ਚੱਲਦੇ ਆ ਜੀ, ਹਲੇ ਕੁਝ ਕੁ ਪਿਆ ਆਪਣਾ। ਤੇ ਹੋਰ ਕਿਹੜੀ ਇੱਕ ਧਾਰਨਾ, ਹਲੇ ਧਾਰਨਾਵਾਂ ਗਾਂ ਵੀ ਪਈਆਂ ਜੀ ਆਪਣੀਆਂ। ਅੱਛਾ, ਕਹਿੰਦੇ ਜੀ ਐਡਵਰਸਿਟੀ ਹੋ ਗਿਆ ਵਿਦ ਗਿਫਟਸ ਹੈਵ ਅ ਰਿਸਪੌਂਸਿਬਿਲਟੀ ਟੂ ਯੂਜ਼ them। ਅੱਛਾ ਜੀ, ਰਿਸਪੌਂਸਿਬਿਲਟੀ ਹੁੰਦੀ ਹੈ ਜੀ, ਕਹਿੰਦੇ ਉਹਨਾਂ ਨੂੰ ਉਹ ਚੀਜ਼ ਯੂਜ਼ ਕਰ, ਉਹਨਾਂ ਦੀ ਇੱਕ ਡਿਊਟੀ ਹੁੰਦੀ ਹੈ ਜੀ ਇਹ ਚੀਜ਼ ਨੂੰ ਯੂਜ਼ ਕਰਨ ਦੀ। ਫਿਰ ਜਾ ਕੇ ਦੇਖਦਾ ਜੀ ਕੋਈ ਡਿਊਟੀ ਦੀ ਗੱਲ ਹੋਈ ਹੋਵੇ ਜੀ, ਡਿਊਟੀ ਦੀ ਕੋਈ ਗੱਲ। ਤਾਂ ਸੀ ਚ ਦੇਖੋ ਜੀ, ਸ਼ੁੱਡ ਦਾ ਮਤਲਬ ਕੀ ਹੁੰਦਾ? ਕੋਈ ਚੀਜ਼ ਦੀ ਸਲਾਹ, ਜਿਹੜੀ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਆ। ਤਾਂ ਕੀ ਕਹਿੰਦੇ? ਗਿਫਟਡ ਲੋਕਾਂ ਨੂੰ ਆਪਣੇ ਗਿਫਟ ਯੂਜ਼ ਕਰਨੇ ਚਾਹੀਦੇ ਆ। ਉਧਰ ਕੀ ਕਿਹਾ ਕਿ ਜੀ ਗਿਫਟਡ ਲੋਕਾਂ ਦੀ ਡਿਊਟੀ ਬਣ ਜਾਂਦੀ ਹੈ ਜੀ। ਜੇ ਮੈਂ ਕਿਸੇ ਨੂੰ ਕਹਾਂ ਯੂ ਸ਼ੁੱਡ ਲਰਨ ਇਟ, ਇਹਦਾ ਮਤਲਬ ਕੀ ਆ? ਕਿ ਤੇਰੀ ਡਿਊਟੀ ਆ ਵੀ ਤੈਨੂੰ ਇਹਨੂੰ ਯਾਦ ਕਰਨਾ ਚਾਹੀਦਾ। ਤਾਂ ਸ਼ੁੱਡ ਕਿਹਨੂੰ ਰਿਪਰੈਜ਼ੈਂਟ ਕਰਦਾ? ਸ਼ੁੱਡ ਆਪਣੀ ਡਿਊਟੀ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ ਕਿ ਕਿਹੜੀ ਚੀਜ਼ ਆਪਾਂ ਨੂੰ ਫੋਲੋ ਕਰਨੀ ਚਾਹੀਦੀ ਆ। ਤਾਂ ਜੀ ਇਹਦੀ ਵੀ ਗੱਲ ਹੋਈ ਆ। ਤੇ ਜੇ ਮੈਂ ਹੁਣ ਤੱਕ ਦੇਖਾਂ ਤਾਂ ਕਿੰਨੇ ਹੋ ਗਏ ਜੀ? ਹੁਣ ਤੱਕ ਜੇ ਮੈਂ ਦੇਖਾਂ ਤਾਂ ਪੈਰਾ ਖਤਮ ਹੋ ਗਿਆ ਤੇ 5 ਦੇ 5 ਆਪਣੇ ਨਿਕਲੇ ਆਏ। ਇਹਨਾਂ ਦਾ ਆਪਾਂ ਨੂੰ, ਇਹਨਾਂ ਵਿੱਚੋਂ ਹੋ ਸਕਦਾ ਆਪਣੇ ਇੱਕ ਅੱਧਾ ਗਲਤ ਹੋਵੇ। ਕਿਉਂ? ਕਿਉਂਕਿ ਇਹਨਾਂ ਦਾ ਮੀਨਿੰਗ ਨਹੀਂ ਪਤਾ ਸੀਗਾ ਆਹ ਵਰਡਸ ਦਾ ਆਪਾਂ ਨੂੰ। ਪਰ ਮੈਂ ਤੁਹਾਨੂੰ ਦੱਸਾਂ ਜੀ, ਇਹਨਾਂ ਦਾ ਮੀਨਿੰਗ ਨਹੀਂ ਪਤਾ ਸੀ, ਇਹਨਾਂ ਨੇ ਡਿੱਕਾ ਨਹੀਂ ਲਾਇਆ। ਕਿਉਂ ਨਹੀਂ ਲਾਇਆ? ਕਿਉਂਕਿ ਧਾਰਨਾਵਾਂ ਤਾਂ ਬਹੁਤ ਲਿਖੀਆਂ ਪਈਆਂ ਵਾ, ਪਰ ਆਪਾਂ ਧਾਰਨਾਵਾਂ ਕਿਹੜੀਆਂ ਦੇਖਣੀਆਂ? ਜਿਹੜੀਆਂ ਉਹ ਲਿਸਟ ਵਿੱਚ ਦਿੱਤੀਆਂ ਹੋਈਆਂ ਵਾ। ਤੇ ਜਿਹੜੀਆਂ ਆਪਾਂ ਆਹ ਵਾਲੀਆਂ ਚੀਜ਼ਾਂ ਲਾਈਆਂ ਵਾ, ਇਹ ਆਪਾਂ ਸੋਚ ਸਮਝ ਕੇ ਲਾਈਆਂ ਵਾ ਕਿ ਇਹ ਜਿਹੜੀਆਂ ਸਿੱਧੀਆਂ ਸਿੱਧੀਆਂ ਮੈਚ ਹੋ ਰਹੀਆਂ ਵਾ ਜੀ। ਆਹ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਯੂਜ਼ ਕੀਤੀਆਂ, ਬਾਕੀਆਂ ਦੀ ਕੋਈ ਗੱਲ ਹੀ ਨਹੀਂ ਕੀਤੀ ਹੋਈ ਜੀ। ਸੋ ਧਿਆਨ ਨਾਲ ਦੇਖਿਓ, 5 ਦੇ 5 ਆਪਣੇ ਸੋਲਵ ਵੀ ਹੋ ਗਏ। ਸੋ ਜੇ ਇਹਨਾਂ ਦੇ ਤੁਹਾਨੂੰ 6 ਤੋਂ 7 ਮਿੰਟ ਵੀ ਲੱਗ ਰਹੇ ਆ ਤਾਂ ਨੋਟ ਬੈਡ, ਇਹ ਕੋਈ ਬੈਡ ਡੀਲ ਨਹੀਂ ਗੀ, ਕਿਉਂਕਿ ਇਹਦੇ ਨਾਲ ਸੋਲਵ ਵੀ 5 ਦੇ 5 ਹੋ ਗਏ ਜੀ ਆਪਣੇ। ਤਾਂ ਇਹਦੀ ਕੀ ਲੈਂਗੁਏਜ ਔਖੀ ਸੀ, ਪਰ ਇੱਕ ਬੈਨੀਫਿਟ ਸੀਗਾ, ਸਾਰੀਆਂ ਇੱਕੋ ਵਿੱਚ ਹੀ ਦਿੱਤੀਆਂ ਪਈਆਂ ਸੀਗੀਆਂ ਜੀ ਆਪਣੀਆਂ, ਇੱਕ ਪੈਰੇ ਦੇ ਵਿੱਚ ਹੀ। ਬਲੀਫ ਕਿਹੜੇ ਕਿਹੜੇ ਹੈਗੇ ਆ ਉਹ ਸਿੰਗਲ ਚ ਹੀ ਦੱਸੇ ਪਏ ਸੀਗੇ। ਓਕੇ ਜੀ, ਨੈਕਸਟ ਮੂਵ ਹੁੰਨੇ ਆ। ਇਹਦਾ ਮਤਲਬ ਪੱਕਾ ਹੁਣ ਆਪਣੇ ਇੱਕ, ਹੁਣ ਜੇ ਆਪਾਂ ਮੈਪ ਰੀਡਿੰਗ ਕੋਲੇ ਚੱਲਦੇ ਆ, ਉਹਦੀ ਹੈਲਪ ਆਪਾਂ ਲੈਣੀ ਹੁੰਦੀ ਹਮੇਸ਼ਾ ਮੈਪ ਰੀਡਿੰਗ ਦੀ। ਤਾਂ ਆਪਣਾ ਇਹ ਸਿੱਟਾ ਨਿਕਲਿਆ ਕਿ ਜੀ ਜੋ ਆਪਣੀਆਂ ਇਹ ਪਹਿਲੇ 5 ਸੋਲਵ ਹੋਏ, ਉਹ ਤਾਂ ਧਾਰਨਾਵਾਂ ਸਾਰੀਆਂ ਲਿਖੀਆਂ ਪਈਆਂ ਸੀਗੀਆਂ ਇਹਦੇ ਵਿੱਚ। ਧਿਆਨ ਨਾਲ ਦੇਖਿਓ ਜੀ, ਉਹ ਤਾਂ ਲਿਖੀਆਂ ਪਈਆਂ ਸੀ ਸਾਰੀਆਂ ਇਹਦੇ ਵਿੱਚ। ਤੇ ਕੀ ਮੈਨੂੰ ਇਹਦੇ ਵਿੱਚ ਕੋਈ 19th ਸੈਂਚੁਰੀ ਜਾਂ ਕੋਈ ਉਦਾਂ ਦੇ ਵਰਡ ਦਿਖੇ? ਹਲੇ ਤੱਕ ਤਾਂ ਨਹੀਂ ਦਿਖੇ ਜੀ। ਤਾਂ ਮੈਂ ਇਹ ਲੱਭਣਾ ਹੁਣ ਕਿ ਇਹਦੇ ਵਿੱਚ ਤਾਂ ਬਹੁਤ ਮੁਸ਼ਕਲ ਆ ਕਿ ਹੁਣ ਕੋਈ ਟਰੂ ਫਾਲਸ ਆਇਆ ਹੋਵੇ। ਹੁਣ ਮੈਂ 19th ਸੈਂਚੁਰੀ ਲੱਭਣਾ ਕਿੱਥੇ ਲਿਖਿਆ ਪਿਆ? ਪਹਿਲੀ ਪੈਰੇ ਦੇ ਵਿੱਚ ਮੈਂ ਜਾ ਕੇ ਦੇਖਦਾ, ਕਿਉਂਕਿ ਪਹਿਲੇ ਪੈਰੇ ਆਪਣਾ ਪਹਿਲੇ ਕੁਐਸਚਨ 'ਚ 19th ਸੈਂਚੁਰੀ ਲਿਖਿਆ ਹੋਇਆ। ਤਾਂ ਨਹੀਂ ਜੀ, ਹਲੇ ਤੱਕ ਕੋਈ ਵੀ ਮੈਥਮੈਟੀਕਲ ਦੀ ਉਹ ਡਿਜਿਟ ਮੇਰੀਆਂ ਅੱਖਾਂ 'ਚ ਨਹੀਂ ਪਈ। ਥੱਲੇ ਜਾ ਕੇ ਦੇਖਦੇ ਆ ਤੇ ਆ ਤੁਹਾਡੇ ਕੋਲ ਸਟਾਰਟਿੰਗ 'ਚ ਹੀ ਪਿਆ ਜੀ 19th ਸੈਂਚੁਰੀ। ਸਿੱਟਾ ਕੀ ਨਿਕਲਿਆ ਜੀ? ਪਹਿਲਾਂ ਆਪਾਂ ਸਿੱਟਾ ਕੱਢਦੇ ਹਾਂ, ਇਹਦਾ ਮਤਲਬ ਤੁਹਾਡੇ ਟਰੂ ਫਾਲਸ ਇੱਥੋਂ ਸਟਾਰਟ ਹੋ ਕੇ ਉਹਨਾਂ ਨੇ ਚੱਲਣਾ ਕਿੱਥੋਂ ਤੱਕ ਆ ਜੀ? ਉਹਨਾਂ ਨੇ ਚੱਲਣਾ ਵਾ ਇੱਥੋਂ ਫਾਈਨਲ ਤੱਕ ਵੀ ਚੱਲਣਾ ਵਾ। ਕਿਉਂ ਕਹਿ ਰਹੇ ਆ? ਕਿਉਂਕਿ ਜੀ ਏਦਾਂ ਕਿਤੇ ਨਹੀਂ ਹੋ ਸਕਦਾ ਵੀ ਐਗਜ਼ਾਮੀਨਰ ਤੁਹਾਨੂੰ
ਆਹਾ ਆਹਾ ਵਾਲੇ ਏਰੀਏ ਵਿੱਚ ਹੀ ਬਸ ਟਰੂ ਫਾਲਸ ਡਿਜ਼ਾਈਨ ਕਰ ਲਵੇ ਤੇ ਆ ਉਹਨੇ ਸ਼ੌਂਕ ਨੂੰ ਥੋੜੀ ਪਾਇਆ ਸਾਰਾ ਆ ਇੰਨੇ ਜਿਹੜੇ ਪੈਰੇ ਪਾਏ ਆ ਉਹਨੇ ਇਧਰਲੇ ਪਾਸੇ 4 ਪੈਰੇ ਇਹ ਉਹਨਾਂ ਨੂੰ ਫਾਲਤੂ ਥੋੜੀ ਛੱਡ ਸਕਦਾ ਜੀ ਪੱਕਾ ਇਹ ਵੀ ਕੰਮ ਦੀ ਚੀਜ਼ ਹੈ ਇਹਦੇ ਵਿੱਚੋਂ ਵੀ ਕੁਐਸਚਨ ਡਿਜ਼ਾਈਨ ਕੀਤੇ ਪਏ ਆ ਜੀ ਸਟਰੋਂਗ ਪੋਸੀਬਿਲਿਟੀ ਹੈ ਕਿ ਇੱਕ ਪੈਰੇ ਵਿੱਚੋਂ ਇੱਕ ਕੁਐਸਚਨ ਕਿਉਂਕਿ ਧੁਰ ਤੱਕ ਜਾਊਗਾ ਜੋ ਉਹ ਆਪਣਾ ਐਗਜ਼ਾਮੀਨਰ ਹੈਗਾ ਵਾ ਜੀ ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ ਵੀ ਕੀ ਮੈਪ ਰੀਡਿੰਗ ਆਪਣੇ ਕੁਐਸਚਨ ਦੇ ਪਾਉਂਦੀ ਹੈ ਜੀ ਲੈਂਗੁਏਜ ਅੱਜ ਬਹੁਤ ਔਖੀ ਹੈ ਜੀ ਤੇ ਧਿਆਨ 'ਚ ਰੱਖਣਾ ਇਹ ਚੀਜ਼ ਫਾਈਨਲ ਦੇ ਵਿੱਚ ਇੰਨੀ ਔਖੀ ਰੀਡਿੰਗ ਨਹੀਂ ਆਉਂਦੀ ਹੁੰਦੀ ਇਹ ਤੋਂ ਸੌਖੀ ਹੀ ਰਹਿੰਦੀ ਹੁੰਦੀ ਹੈ ਕੀ ਕਹਿੰਦੇ ਜੀ ਧਿਆਨ ਨਾਲ ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਣਾ ਕਹਿੰਦੇ ਜੀ ਇੱਕ ਅੱਧਾ ਕੁਐਸਚਨ ਤੁਸੀਂ ਦੇਖੋਗੇ ਕਿ ਜਿਹੜਾ ਆਪਾਂ ਨੂੰ ਅਸੈਪਟ ਕਰਨਾ ਪੈਣਾ ਬੜੇ ਜ਼ਿਆਦਾ ਟਫ ਲੈਵਲ ਦਾ 19th ਸੈਂਚੁਰੀ ਦੀ ਜਿਹੜੀਆਂ ਸਟੱਡੀਜ਼ ਆ ਜੀ ਸਟੱਡੀਜ਼ ਕਾਦੀਆਂ ਉਹ ਨੇਚਰ ਆਫ ਜੀਨੀਅਸ ਨੂੰ ਲੈ ਕੇ ਨੇਚਰ ਆਫ ਜੀਨੀਅਸ ਤੇ ਜਿਹੜੀਆਂ ਸਟੱਡੀਜ਼ ਆ 19th ਸੈਂਚੁਰੀ ਦੀਆਂ ਫੇਲਡ ਟੂ ਟੇਕ ਇਨਟੂ ਅਕਾਊਂਟ ਦਾ ਮਤਲਬ ਕੀ ਹੁੰਦਾ ਜੀ ਕੋਈ ਚੀਜ਼ ਧਿਆਨ ਵਿੱਚ ਰੱਖਣਾ ਤੇ ਫੇਲ ਦਾ ਮਤਲਬ ਕੀ ਹੁੰਦਾ ਧਿਆਨ ਦੇ ਵਿੱਚ ਇਹਨੇ ਚੀਜ਼ ਨਹੀਂ ਰੱਖੀ ਜੀ ਬਸ ਆਹੀ ਮਤਲਬ ਆ ਇਹਦਾ ਜਿੰਨੀ ਵਧੀਆ ਤਰੀਕੇ ਨਾਲ ਟ੍ਰਾਂਸਲੇਸ਼ਨ ਕਰੋਗੇ ਉਨਾ ਵਧੀਆ ਆਨਸਰ ਹੋਊਗਾ ਜੀ ਕਹਿੰਦੇ ਜੀ 19th ਸੈਂਚੁਰੀ ਦੀਆਂ ਜਿਹੜੀਆਂ ਸਟੱਡੀਜ਼ ਹੈ ਨਾ ਨੇਚਰ ਆਫ ਜੀਨੀਅਸ ਨੂੰ ਲੈ ਕੇ ਉਹਨੇ ਜੀ ਧਿਆਨ 'ਚ ਨਹੀਂ ਰੱਖਿਆ ਫੇਲ ਹੋ ਗਿਆ ਉਹ ਧਿਆਨ 'ਚ ਰੱਖਣ ਨੂੰ ਕਿਹੜੀ ਚੀਜ਼ ਧਿਆਨ 'ਚ ਨਹੀਂ ਰੱਖੀ ਯੂਨੀਕਨੈਸ ਕਾਦੀ ਪਰਸਨ ਦੀ ਅਪਬ੍ਰਿੰਗਿੰਗ ਦੀ ਜਿਹੜੀ ਯੂਨੀਕਨੈਸ ਆ ਚਲੋ ਜਾ ਕੇ ਦੇਖ ਕੇ ਆਈਏ ਜੀ ਕਿ 19th ਸੈਂਚੁਰੀ ਦੇ ਵਿੱਚ ਜਿਹੜੀਆਂ ਨੇਚਰ ਆਫ ਜੀਨੀਅਸ ਦੀਆਂ ਸਟੱਡੀਜ਼ ਸੀਗੀਆਂ ਕਿ ਉਹ ਪਰਸਨ ਦੀ ਅਪਬ੍ਰਿੰਗਿੰਗ ਦੀ ਜਿਹੜੀ ਯੂਨੀਕਨੈਸ ਆ ਉਹਨੂੰ ਧਿਆਨ 'ਚ ਨਹੀਂ ਰੱਖ ਸਕਿਆ ਜੀ ਨਹੀਂ ਰੱਖਿਆ ਉਹਨੇ ਚਲੋ ਜਾ ਕੇ ਦੇਖ ਕੇ ਆਈਏ ਜੀ 19th ਸੈਂਚੁਰੀ ਕਿੱਥੇ ਪਿਆ ਆ ਪਿਆ ਜੀ ਚਲੋ ਜੀ ਪੜ੍ਹਨਾ ਪੈਣਾ ਜੀ ਆਪਾਂ ਨੂੰ ਕਿਉਂਕਿ ਸਟਾਰਟਿੰਗ 'ਚ ਤਾਂ 19th ਸੈਂਚੁਰੀ ਪਾਇਆ ਪਿਆ ਜੀ 19th ਸੈਂਚੁਰੀ ਨੇ ਕੰਸੀਡਰੇਬਲ ਇੰਟਰਸਟ ਦਿਖਾਇਆ ਜੀ ਨੇਚਰ ਆਫ ਜੀਨੀਅਸ 'ਚ ਪ੍ਰੋਡਿਊਸ ਸਿਰਫ ਇਹਦੀਆਂ ਐਂਡ ਪ੍ਰੋਡਿਊਸ ਨੋਟ ਅ ਫਿਊ ਸਟੱਡੀਜ਼ ਸਿਰਫ ਕੁਝ ਕੀ ਸਟੱਡੀਜ਼ ਨਹੀਂ ਹੁੰਦੀਆਂ ਪਰਹੈਪਸ ਅੱਜ ਆਪਣੇ ਲਈ ਟੂ ਆਫ ਦਾ ਮੋਸਟ ਸਿਗਨੀਫਿਕੈਂਸ ਪਹਿਲੂ ਆ ਜਿਹੜੇ ਸਟੱਡੀਜ਼ ਦੇ ਉਹ ਕਿਹੜੇ ਆ ਜੀ ਉਹ ਕਹਿੰਦੇ frequency with which early encouragement and teaching by parents and tutors ਅੱਛਾ ਕਿਹੜੇ ਕਿਹੜੇ ਦੋ ਇਹਨਾਂ ਨੇ ਚੀਜ਼ਾਂ ਧਿਆਨ 'ਚ ਰੱਖਿਓ ਜੀ ਇਹਨਾਂ ਨੇ ਕਿਹੜੀਆਂ ਦੋ ਚੀਜ਼ਾਂ ਧਿਆਨ 'ਚ ਰੱਖੀਆਂ ਦੇਖਿਓ ਜੀ ਅੱਜ ਆਪਣੇ 'ਚ ਕਹਿੰਦੇ ਦੋ ਮੋਸਟ ਸਿਗਨੀਫਿਕੈਂਟ ਪਹਿਲੂ ਆ ਜੀ ਇਹਦੀਆਂ ਸਟੱਡੀਜ਼ ਦੇ ਵਿੱਚ ਕਿਹੜੇ ਕਿਹੜੇ ਆ ਜੀ ਕਿਹੜੇ ਕਿਹੜੇ ਧਿਆਨ ਨਾਲ ਦੇਖਿਓ ਮੋਸਟ ਸਿਗਨੀਫਿਕੈਂਟ aspect of most of these studies of genius are ਕਿਹੜੇ ਕਿਹੜੇ ਆ ਇੱਕ ਤਾਂ ਹੈਗਾ ਜੀ frequency of with which early encouragement ਕਿ ਪਹਿਲਾਂ ਵਾਲੀ encouragement ਆ ਜਿਹੜੀ ਇੱਕ ਤਾਂ ਇਹ ਹੈ ਜੀ ਕਹਿੰਦੇ ਪਹਿਲੂ and ਹੋਰ ਚੀਜ਼ ਕਿਹੜੀ ਆ teaching by parents and tutors ਦੂਸਰੀ ਚੀਜ਼ ਆ ਵਾਲੀ ਹੈ ਜੀ ਇਹ ਦੋ ਮੇਨ ਪਹਿਲੂ ਹੈ ਜੀ ਕਹਿੰਦੇ ਸਟੱਡੀਜ਼ ਤੇ had beneficial effect on ਇੰਟੈਲੈਕਚੁਅਲ ਇਹ ਕਹਿੰਦੇ ਬੈਨੀਫੀਸ਼ੀਅਲ ਇਫੈਕਟ ਆ ਜਿਹੜੇ ਇੱਕ ਬੰਦੇ ਨੂੰ ਇੰਟੈਲੈਕਚੁਅਲ ਜਾਂ ਆਰਟਿਸਟ ਹੋ ਗਿਆ ਜਾਂ ਮਿਊਜ਼ੀਕਲ ਡਿਵੈਲਪਮੈਂਟ ਹੋ ਗਿਆ ਉਹ ਬੱਚੇ ਦੀ ਕਰਦੇ ਆ ਜੀ ਇਹ ਦੋ ਚੀਜ਼ਾਂ ਜੀ ਉਹ ਕਹਿੰਦੇ ਬਟ ਕਾਜ਼ਡ ਗ੍ਰੇਟ ਡਿਫਿਕਲਟੀ ਆਫ ਐਡਜਸਟਮੈਂਟ ਇਨ देयर ਲੇਟਰ ਲਾਈਫ ਬਾਅਦ ਦੇ ਵਿੱਚੋਂ ਪਰ ਕਹਿੰਦੇ ਬੜੀ ਡਿਫਿਕਲਟੀ ਹੁੰਦੀ ਹੈ ਐਂਡ the frequency with which ability went unrecognized by teachers and school ਕਹਿੰਦੇ ਜੀ ਐਂਡ ਜਿਹੜੀ ਫ੍ਰੀਕੁਐਂਸੀ ਆ ਵਿਦ ਵਿੱਚ ਅਬਿਲਿਟੀਜ਼ ਜਿਹਦੇ ਵਿੱਚ ਅਬਿਲਿਟੀਜ਼ ਨੂੰ ਜ਼ਿਆਦਾ ਰਿਕੋਗਨਾਈਜੇਸ਼ਨ ਨਹੀਂ ਦਿੱਤੀ ਗਈ ਉਹ ਕਿਹੜੀਆਂ ਸੀਗੀਆਂ ਟੀਚਰ ਤੇ ਸਕੂਲ ਨੇ ਉਹ ਬੱਚੇ ਨੂੰ ਕੀ ਸਿਖਾਇਆ ਇਹ ਚੀਜ਼ਾਂ ਨੂੰ ਕਹਿੰਦੇ ਕੀ ਕੀਤਾ ਗਿਆ ਅਨਰਿਕੋਗਨਾਈਜ਼ਡ ਕੀਤਾ ਗਿਆ ਜੀ ਧਿਆਨ ਨਾਲ ਦੇਖਿਓ ਜੀ ਹੁਣ ਇਹ ਚੀਜ਼ ਦਾ ਅੱਗੇ ਜਾ ਕੇ ਜੇ ਆਪਾਂ ਥੋੜਾ ਪੜ੍ਹਨਾ ਪਵੇ ਜੀ ਕਿਉਂਕਿ ਲੈਂਗੁਏਜ ਅੱਜ ਬੜੀ ਹੋਰ ਹੀ ਤਰੀਕੇ ਨਾਲ ਆ ਜੀ ਅੱਗੇ ਜਾ ਕੇ ਦੇਖੀਏ ਜੀ ਦੇ ਆਰ ਕਲੈਕਟਿੰਗ ਉਹ ਕੀ ਕਲੈਕਟ ਕਰ ਰਹੇ ਸੀਗੇ ਜੀ ਸਿਮਿਲੈਰਿਟੀਜ਼ ਤੇ ਐਕਸੈਪਸ਼ਨਸ ਜੀ ਅੱਗੇ ਜਾ ਕੇ ਦੇਖ ਨਹੀਂ ਜੀ ਗਾਂ ਆਪਣੀ ਗੱਲ ਖਤਮ ਹੋ ਗਈ ਤਾਂ ਧਿਆਨ ਨਾਲ ਦੇਖ ਅਪਬ੍ਰਿੰਗਿੰਗ ਦੀ ਇੱਥੇ ਗੱਲ ਹੋਈ ਹੈ ਜੀ ਇਹਨੂੰ ਦੇਖ ਲੈਨੇ ਆਪਾਂ ਮੜਾ ਜਾ ਇਨ ਅਦਰ ਵਰਡਸ ਫੋਰ ਐਗਜ਼ਾਮਪਲ ਕਹਿੰਦੇ ਜੀ ਉਹਨਾਂ ਨੇ ਕਲੈਕਸ਼ਨ ਜਿਹੜੀ ਕੀਤੀ ਹੈ ਉਹ ਅਰਲੀ ਇਲਨੈਸ ਨੂੰ ਲੈ ਕੇ ਕੀਤੀ ਆ ਤੇ ਮੈਥਡ ਵੇਖੇ ਅਪਬ੍ਰਿੰਗਿੰਗ ਦੇ ਤੇ ਬਸ ਸਕੂਲਿੰਗ ਦੇਖੀ ਹੈ ਜੀ ਆਹ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ ਜੀ ਮੇਨ ਚੀਜ਼ਾਂ ਕਿਹੜੀਆਂ ਸੀ ਇਨਕਰੇਜਮੈਂਟ ਪਹਿਲਾਂ ਵਾਲੀ ਤੇ ਟੀਚਰਸ ਤੇ ਟਿਊਟਰ ਨੇ ਕੀ ਸਿਖਾਇਆ ਕੁਐਸਚਨ ਕੀ ਸੀਗਾ ਜੀ ਕੁਐਸਚਨ ਆਪਣਾ ਕਹਿ ਰਿਹਾ ਵਾ ਕਿ ਜੀ ਉਹਨਾਂ ਨੇ ਇੱਕ ਪਰਸਨ ਦੀ ਅਪਬ੍ਰਿੰਗਿੰਗ ਦੀ
ਯੂਨੀਕਨੈਸ ਨੂੰ ਨਹੀਂ ਦੇਖਿਆ। ਯੂਨੀਕਨੈਸ ਦਾ ਮਤਲਬ ਕੀ ਹੁੰਦਾ ਵਾ? ਯੂਨੀਕਨੈਸ ਦਾ ਮਤਲਬ ਹੈ ਕੋਈ ਵੱਖਰਾਪਣ ਜਿਹੜਾ ਵੱਖਰਾਪਣ ਜਿਹੜਾ ਬਾਕੀਆਂ ਤੋਂ ਵੱਖਰਾ ਹੋਵੇ। ਤੇ ਕੁਐਸਚਨ ਦੇ ਵਿੱਚ ਉਹਨਾਂ ਨੇ ਨੋਟ ਕੀ ਕੀਤਾ? ਨੋਟ ਉਹਨਾਂ ਨੇ ਕੀਤਾ ਜੀ ਕਿ ਐਨਕਰੇਜਮੈਂਟ ਸਕੂਲ ਜਾਂ ਟੀਚਰ ਨੇ ਕੀ ਸਿਖਾਇਆ ਵਾ, ਤੇ ਅਪਬ੍ਰਿੰਗਿੰਗ ਦੇ ਕੁਝ ਕੁ ਮੈਥਡ ਆ ਬਸ। ਤਾਂ ਜਾਨੀ ਕਿ ਉਹ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਿੰਪਲ ਕਰੀ ਜਾਂਦੇ ਆ, ਉਹ ਨਾਰਮਲ ਚੀਜ਼ਾਂ ਨੂੰ ਸਿੰਪਲ ਕਰੀ ਜਾਂਦੇ ਆ ਜੀ। ਉਹ ਤਾਂ ਉਹਨਾਂ ਨੇ ਜਿਹੜੀਆਂ ਧਿਆਨ 'ਚ ਚੀਜ਼ਾਂ ਰੱਖੀਆਂ ਵਾ, ਉਹ ਤਾਂ ਪੇਰੈਂਟਸ ਹੋ ਗਏ, ਸਕੂਲ ਹੋ ਗਏ, ਤੇ ਇੱਕ ਚੀਜ਼ ਕਿਹੜੀ ਸੀਗੀ ਜੀ? ਇੱਕ ਚੀਜ਼ ਸੀਗੀ ਜੀ ਕਿ ਉਹਨਾਂ ਨੂੰ ਐਨਕਰੇਜ ਬਸ ਕਿੰਨਾ ਕੀਤਾ ਗਿਆ ਵਾ। ਇਹਦਾ ਮਤਲਬ ਕੋਈ ਯੂਨੀਕਨੈਸ ਤਾਂ ਨਹੀਂ ਨਾ ਵੇਖੀ ਗਈ ਉਹਦੇ ਵਿੱਚ। ਤਾਂ ਬਿਲਕੁਲ ਜੀ ਉਹਨਾਂ ਨੇ ਆ ਨੈਚੁਰਲ ਚੀਜ਼ਾਂ ਦੇਖੀਆਂ ਜਿਹੜੀਆਂ ਆਪਾਂ 3 ਹੁਣੀ ਪੜ੍ਹ ਕੇ ਆਏ ਆ ਜੀ। ਤਾਂ ਇਹਦਾ ਮਤਲਬ ਇਹ ਕੀ ਹੋ ਗਿਆ ਜੀ? ਇਹ ਟਰੂ ਆ, ਕਿਉਂਕਿ ਕੋਈ ਯੂਨੀਕਨੈਸ ਚੀਜ਼ ਨਹੀਂ ਵੇਖੀ ਗਈ ਉਹਦੇ ਵਿੱਚ। 2 ਮੇਨ ਪਹਿਲੂ ਤਾਂ ਆਹੀ ਦੇਖੇ ਗਏ ਸੀਗੇ ਜੀ ਕਿ ਅਰਲੀ ਐਨਕਰੇਜਮੈਂਟ ਤੇ ਇੱਕ ਸਕੂਲ ਤੇ ਜਿਹੜੇ ਪੇਰੈਂਟਸ ਦਾ ਵਿੱਚ ਯੋਗਦਾਨ। ਬਟ ਕੋਈ ਯੂਨੀਕ ਚੀਜ਼ ਨੂੰ ਤਾਂ ਪ੍ਰੈਫਰੈਂਸ ਹੀ ਨਹੀਂ ਦਿੱਤੀ ਗਈ ਜੀ ਉਹਨਾਂ ਨੇ। ਤਾਂ ਇਹ ਆਪਣਾ ਕੀ ਹੋ ਗਿਆ ਜੀ? ਟਰੂ ਹੋ ਗਿਆ ਜੀ ਆਪਣਾ। ਅਗਲਾ ਦੇਖਿਓ ਜੀ, 19th ਸੈਂਚੁਰੀ ਦੀਆਂ ਜਿਹੜੀਆਂ ਸਟੱਡੀਜ਼ ਆ, ਫੇਅਰ ਲੋਕੇਸ਼ਨ ਸੇਮ ਕਹਿ ਰਹੇ ਆ ਜੀ। ਜੀਨੀਅਸ ਨੂੰ ਲੈ ਕੇ ਲੈਕ ਦਾ ਮਤਲਬ ਕੀ ਹੁੰਦਾ? ਉਹਦੇ ਵਿੱਚ ਘਾਟ ਸੀਗੀ ਜੀ। ਘਾਟ ਕਾਦੀ ਸੀਗੀ? ਬੋਥ ਦੋਨਾਂ ਚੀਜ਼ਾਂ ਦੀ ਘਾਟ ਸੀ। ਉਹ 2 ਚੀਜ਼ਾਂ ਕਿਹੜੀਆਂ ਵਾ? ਇੱਕ ਤਾਂ ਆਬਜੈਕਟਿਵਿਟੀ ਤੇ ਇੱਕ ਪ੍ਰੋਪਰ ਸਾਇੰਟੀਫਿਕ ਅਪਰੋਚ। ਤੁਸੀਂ ਕਹੋਗੇ ਸਾਰਿਆਂ ਦਾ ਮੀਨਿੰਗ ਨਹੀਂ ਪਤਾ, ਫਾਈਨਲ ਚ ਵੀ ਇਹਦਾ ਮੀਨਿੰਗ ਨਹੀਂ ਪਤਾ ਹੋਣਾ। ਆਬਜੈਕਟਿਵਿਟੀ ਦਾ ਮਤਲਬ ਹੁੰਦਾ ਐਕਸਟਰਨਲ ਫੈਕਟਰ, ਕੋਈ ਬਾਹਰਲੇ ਜਿਹੜੀਆਂ ਚੀਜ਼ਾਂ ਹੁੰਦੀਆਂ, ਜਾਨੀ ਕਿ ਬਾਹਰੀ ਪ੍ਰਭਾਵ। ਕਹਿੰਦੇ ਜੀ 19th ਸੈਂਚੁਰੀ ਦੀ ਸਟੱਡੀ ਹੈ ਨਾ ਜੀਨੀਅਸ ਨੂੰ ਲੈ ਕੇ, ਤੁਸੀਂ ਆਪਣੇ ਮਾਈਂਡ 'ਚ ਕੀ ਰੱਖੋ? ਜਦੋਂ ਫਾਈਨਲ 'ਚ ਇੰਨੀ ਟਫ ਚੀਜ਼ ਆ ਜੇ ਤਾਂ ਹਮੇਸ਼ਾ ਕੀ ਕਰੀਦਾ ਹੁੰਦਾ? ਧਿਆਨ ਨਾਲ ਦੇਖਿਓ। 19th ਸੈਂਚੁਰੀ ਦੀ ਸਟੱਡੀ ਹੈ ਜਿਹੜੀ, ਉਹਦੇ ਵਿੱਚ ਘਾਟ ਸੀਗੀ ਕਾਦੀ? ਆਬਜੈਕਟਿਵਿਟੀ ਦੀ, ਤੇ ਹੋਰ ਕਾਦੀ? ਸਾਇੰਟੀਫਿਕ ਅਪਰੋਚ ਦੀ। ਚਲੋ ਜਾ ਕੇ ਦੇਖ ਕੇ ਆਈਏ ਜੀ ਕਿਦਾਂ ਸੀਗਾ ਜੀ। ਕੀਵਰਡ ਕੀ ਹੈ ਜੀ? ਆਬਜੈਕਟਿਵਿਟੀ ਹੋ ਸਕਦਾ, ਸਾਇੰਟੀਫਿਕ ਉਹਨੂੰ ਲੈ ਕੇ ਕੋਈ ਚੀਜ਼ ਹੋ ਸਕਦੀ ਹੈ। ਫਾਈਨਲ ਕੁਐਸਚਨ ਕਿੱਥੇ ਜੇ ਖਤਮ ਹੋਇਆ ਸੀ? ਇੱਥੇ ਜੇ ਖਤਮ ਹੋਇਆ ਸੀ। ਦੇਖਦਾ ਜੀ ਜਾ ਕੇ ਕੋਈ ਆਬਜੈਕਟਿਵਿਟੀ ਨੂੰ ਹੋਰ ਵੀ ਵਰਡ ਬਣਾ ਸਕਦੇ ਆ ਉਹ ਇਹਦਾ ਅੱਗੇ ਜਾ ਕੇ। ਮੋਰੈਲਿਟੀ, ਹੋਮ ਟਿਊਟਰਿੰਗ, ਬੁਲਿੰਗ ਹੋ ਗਿਆ ਜੀ, ਮੈਂਬਰਸ ਆਫ, ਠੀਕ ਹੈ ਜੀ, could be carried, ऑब्जेक्टिव वर्ड की तो पे हो सकता ऑब्जेक्टिविटी। अगे जाके साइंटिफिक, बिल्कुल जी इत्थे लोकेशन मैच होगी, यानी कि इहदी लोकेशन कित्थे पई आ? लास्ट लाइन। हुण देखो जो कुछ मर्जी हो जाए, लैंगुएज जिन्नी मर्जी औखी होवे, बट एक गल याद रखियो, तुहाडा आंसर हुण सारी रीडिंग च नहीं बल्कि आ वालियां 2 लाइनां च लिखिया पिया वा। मैं की देखण आया वां? घाट सीगी। घाट कादे कादे विच सीगी? ऑब्जेक्टिविटी विच ते साइंटिफिक ਦੇ ਵਿੱਚ। ਤਾਂ ਦੇਖਿਓ ਜੀ, ਇਟ ਵਾਜ਼ ਓਨਲੀ ਵਿਦ ਦਾ ਗਰੋਥ ਆਫ, ਕਹਿੰਦਾ ਜੀ ਇਹ ਚੀਜ਼ ਜਿਹੜੀ ਸੀਗੀ ਉਹ ਸਿਰਫ ਆਹ ਵਾਲੀ ਤੇ ਆਹ ਵਾਲੀ ਚੀਜ਼ ਦੀ ਗਰੋਥ ਵਿੱਚ ਸੀਗੀ ਜਿਹੜੀ 20th ਸੈਂਚੁਰੀ ਵਿੱਚ ਹੋਈ ਸੀ। ਦੈਟ ਸਟੱਡੀਜ਼ ਕੁਡ ਬੀ ਕੈਰੀਡ ਆਊਟ, ਸਟੱਡੀਜ਼ ਕੀਤੀਆਂ ਜਾ ਸਕਦੀਆਂ ਸੀਗੀਆਂ। ਇਹਦਾ ਮਤਲਬ ਕੀ ਨਿਕਲਿਆ? ਗ੍ਰਾਮਰ ਦੀ ਹੈਲਪ ਲਵਾਂ ਤਾਂ ਇਹਦਾ ਮਤਲਬ ਕਿ ਕੀਤੀਆਂ ਨਹੀਂ ਗਈਆਂ, ਏਦਾਂ ਹੋ ਸਕਦਾ ਸੀਗਾ, ਪੋਸੀਬਲ। ਮੈਂ ਕਿਸੇ ਬੰਦੇ ਨੂੰ ਕਿਹਾ ਯੂ ਕੁਡ ਸਿੰਗ, ਇਹਦਾ ਮਤਲਬ ਕੀ ਆ? ਮੈਂ ਉਹਨੂੰ ਕਿਹਾ ਵੀ ਤੂੰ ਗਾ ਸਕਦਾ ਸੀ, ਇਹਦਾ ਮਤਲਬ ਉਹਨੇ ਗਾਇਆ ਨਹੀਂਗਾ। ਇਹ ਕੀ ਕਹਿੰਦੇ? ਸਟੱਡੀਜ਼ ਕੀਤੀਆਂ ਜਾ ਸਕਦੀਆਂ ਸੀਗੀਆਂ ਜ਼ਿਆਦਾ ਆਬਜੈਕਟਿਵ ਦੇ ਨਾਲ। ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਆ ਕਿ ਜ਼ਿਆਦਾ ਆਬਜੈਕਟਿਵ ਨਾਲ ਕੀਤੀਆਂ ਜਾ ਸਕਦੀਆਂ ਸੀ, ਬਟ ਐਕਚੁਅਲ ਚ ਕੀਤੀਆਂ ਨਹੀਂ ਗਈਆਂ। ਇਹਦਾ ਮਤਲਬ ਕੀ ਨਿਕਲਿਆ? ਕਿ ਜ਼ਿਆਦਾ ਆਬਜੈਕਟਿਵਿਟੀ ਹੈਗੀ ਨਹੀਂ ਸੀ, ਹੋ ਸਕਦੀ ਸੀਗੀ ਬਟ ਸੀ ਨਹੀਂ ਸੀ। ਇਹ 50% ਇਨਫੋਰਮੇਸ਼ਨ ਮੈਚ ਹੋ ਗਈ, ਇਹਦਾ ਮਤਲਬ ਆਬਜੈਕਟਿਵਿਟੀ ਦੀ ਘਾਟ ਸੀਗੀ ਜੀ। ਅੱਗੇ ਕੀ ਜੀ? ਸਟਿਲ ਇਫ ਸਟਿਲ ਨੋਟ ਆਲਵੇਜ਼ ਵੈਰੀ ਸਾਇੰਟੀਫਿਕ, ਤੇ ਨਾ ਹੀ ਹਮੇਸ਼ਾ ਉਹ ਸਾਇੰਟੀਫਿਕ ਰਹੀਆਂ ਵਾ ਜੀ। ਇਹਦਾ ਮਤਲਬ ਕੀ ਆ? ਕਿ ਸਾਇੰਟੀਫਿਕ ਦੀ ਵੀ ਘਾਟ ਸੀਗੀ ਜੀ। 100% ਕੁਐਸਚਨ ਮੇਰਾ ਮੈਚ ਹੋ ਗਿਆ ਜੀ। ਕੁਐਸਚਨ ਕਹਿੰਦਾ ਜੀ ਆਬਜੈਕਟਿਵਿਟੀ ਤੇ ਸਾਇੰਟੀਫਿਕ ਦੋਨਾਂ ਦੀ ਘਾਟ ਸੀਗੀ। ਅੱਛਾ ਮੈਂ ਲੋਕੇਸ਼ਨ ਤੇ ਆਇਆ, ਸਾਇੰਟੀਫਿਕ ਤੇ ਕੀ ਲਿਖਿਆ ਪਿਆ? ਨੋਟ, ਇਹਦਾ ਮਤਲਬ 50% ਇਨਫੋਰਮੇਸ਼ਨ ਮੈਚ ਹੋ ਗਈ।
ਹੁਣ ਕੀ ਮੈਚ ਕਰਨਾ ਰਹਿ ਗਿਆ ਕਿ ਆਬਜੈਕਟਿਵਿਟੀ ਦੀ ਵੀ ਘਾਟ ਸੀਗੀ। ਸਟੱਡੀਜ਼ ਕਹਿੰਦੇ ਜ਼ਿਆਦੇ ਆਬਜੈਕਟਿਵ ਹੋ ਸਕਦੀਆਂ ਸੀਗੀਆਂ, ਇਹਦਾ ਮਤਲਬ ਸੀਗੀਆਂ ਤਾਂ ਸੀ ਨਾ ਬਈ, ਹੈ ਨਹੀਂ ਸੀ ਨਾ ਉਹ, ਤਾਂ ਇਹਦਾ ਮਤਲਬ ਇਹਦੀ ਵੀ ਘਾਟ ਸੀਗੀ ਜੀ। ਇਹ ਕੌਣ ਕਹਿ ਰਿਹਾ? ਇਹ ਉਹਦੀ ਗ੍ਰਾਮਰ ਕਹਿ ਰਹੀ ਆ ਆਪਾਂ ਨੂੰ। ਤਾਂ ਜੀ 100% ਮੈਚ ਹੋ ਗਿਆ, ਆਨਸਰ ਕੀ ਆ? ਟਰੂ ਆ। ਜਦੋਂ ਔਖੇ ਹੋਣ ਤਾਂ ਇਦਾਂ ਦੀਆਂ ਚੀਜ਼ਾਂ, ਵੈਸੇ ਸੰਭਾਵਨਾ ਘੱਟ ਆ ਕਿ ਇੰਨੀ ਔਖੀ ਰੀਡਿੰਗ ਨਹੀਂ ਆਉਂਦੀ ਹੁੰਦੀ, ਤਾਂ ਜੀ ਆਨਸਰ ਕੀ ਆ? ਟਰੂ ਹੈ ਜੀ। ਕੁਡ, ਕੁਡ ਦਾ ਮਤਲਬ ਕਿਸੇ ਚੀਜ਼ ਦੀ ਸੰਭਾਵਨਾ ਹੋ ਸਕਦੀ ਸੀ, ਐਕਚੁਅਲ ਦੇ ਵਿੱਚ ਉਹ ਚੀਜ਼ ਕੀ ਹੋਈ? ਨੋਟ ਹੈਪਨ, ਹੋਈ ਨਹੀਂ ਉਹ ਐਕਚੁਅਲ ਚ ਚੀਜ਼। ਧਿਆਨ ਤੇ ਰੱਖਿਓ ਜੀ, ਜਿਹੜੇ ਬੱਚੇ ਨੂੰ ਚੀਜ਼ ਪਤਾ ਹੋਈ ਉਹਦੀ ਫਾਈਨਲ ਚ ਸਹੀ ਜਾਊਗਾ ਜੀ। ਅਗਲਾ ਕੁਐਸਚਨ, ਜਿਹੜਾ ਟਰੂ ਜੀਨੀਅਸ ਆ ਉਹਦੇ ਕੋਲੇ ਪਾਵਰਸ ਹੁੰਦੀਆਂ ਵਾ। ਅੱਛਾ, ਉਹ ਪਾਵਰਸ ਕੈਪੇਬਲ ਹੁੰਦੀਆਂ, ਉਹ ਟਰੂ ਜੀਨੀਅਸ ਯੋਗ ਹੁੰਦਾ ਵਾ। ਕਾਹਦੇ ਯੋਗ ਹੁੰਦਾ? ਐਕਸੀਲੈਂਸ, ਮਾਹਿਰ ਹੋਣ ਦੇ, ਮਾਹਿਰ ਹੋਣ ਦੇ ਕਿਸੇ ਵੀ ਫੀਲਡ ਦੇ ਵਿੱਚ। ਅੱਛਾ, ਮਤਲਬ ਕੀ ਹੈ? ਜੀਨੀਅਸ ਕੋਲੇ ਪਾਵਰਾਂ ਹੁੰਦੀਆਂ, ਉਹ ਕਿਸੇ ਵੀ ਫੀਲਡ ਦੇ ਵਿੱਚ ਜੀਨੀਅਸ ਹੋ ਸਕਦਾ ਵਾ, ਚਾਹੇ ਮਿਊਜ਼ਿਕ ਲਾ ਲਓ, ਚਾਹੇ ਪੇਂਟਿੰਗ ਲਾ ਲਓ, ਚਾਹੇ ਸਾਇੰਸ ਲਾ ਲਓ, ਜੋ ਮਰਜ਼ੀ, ਚਾਹੇ ਮੈਡੀਕਲ ਫੀਲਡ ਲਾ ਲਓ। ਕਹਿੰਦੇ ਜੀ ਇੱਕ ਜੀਨੀਅਸ ਤਾਂ ਕਿਸੇ ਵੀ ਫੀਲਡ ਦੇ ਵਿੱਚ ਕੀ ਹੋ ਸਕਦਾ ਵਾ? ਐਕਸੀਲੈਂਸ ਕਰ ਸਕਦਾ ਵਾ, ਮਾਨਤਾ ਹਾਸਿਲ ਕਰ ਸਕਦਾ। ਚਲੋ ਜਾ ਕੇ ਦੇਖ ਕੇ ਆਈਏ ਜੀ ਕੀ ਇਦਾਂ ਹੋ ਸਕਦਾ ਵਾ। ਨੈਚੁਰਲ ਜੀ ਗੱਲ ਆ। ਲੋਕੇਸ਼ਨ ਕਿੱਥੇ ਆ? ਲੋਕੇਸ਼ਨ ਉਹਦੇ ਨੀਚੇ ਹੀ ਪਈ ਹੋਊਗੀ ਜੀ। ਟਰੂ ਫਾਲਸ ਨਾਟ ਗਿਵਨ ਦੀ ਇੱਕ ਖਾਸੀਅਤ ਹੁੰਦੀ ਹੈ। ਇੱਥੇ ਆਪਣਾ ਫਾਈਨਲ ਖਤਮ ਹੋਇਆ ਸੀ, ਅੱਗੇ ਹੀ ਹੋਣਗੇ। ਜੀਨੀਅਸਨੈਸ ਆ ਜਿਹੜੀ, ਬਟ ਦਾ ਪੀਕਸ ਆ ਜਿਹੜੀਆਂ, ਕਹਿੰਦੇ ਜੀ ਮਿਸਟ ਆਫ ਹਿਸਟਰੀ ਵਿਜ਼ੀਬਲ ਟੂ ਦਾ ਪਾਰਟਿਕੂਲਰ ਆਬਜ਼ਰਵਰ ਵਿੰਟੇਜ ਪੁਆਇੰਟ। ਤੁਸੀਂ ਲੈਂਗੁਏਜ ਦੇਖ ਸਕਦੇ ਹੋ ਅੱਜ, ਚੇਂਜ ਦਾ ਆਬਜ਼ਰਵਰ ਐਟ ਵਿੰਟੇਜ ਪੁਆਇੰਟ। ਜਦੋਂ ਆਬਜ਼ਰਵਰ ਤੇ ਵਿੰਟੇਜ ਪੁਆਇੰਟ ਚੇਂਜ ਹੁੰਦਾ ਜੀ, ਕਲੀਅਰ ਅਵੇ ਸਮ ਆਫ ਦਾ ਮਿਸਟ। ਮਿਸਟ ਦਾ ਮਤਲਬ ਹੁੰਦਾ ਧੂਲ ਮਿੱਟੀ ਜੀ, ਜੋ ਜਾਨੀ ਕਿ ਬਰਫ਼ ਜੀ ਡਿੱਗਦੀ ਹੁੰਦੀ ਆ, ਕੋਈ ਚੀਜ਼ ਰੁਕਾਵਟ ਪੈਂਦੀ ਆ, ਤਾਂ ਕਹਿੰਦੇ ਜੀ ਕੁਝ ਰੁਕਾਵਟਾਂ ਕਲੀਅਰ ਹੋ ਸਕਦੀਆਂ ਵਾ। ਡਿਫਰੈਂਟ ਲੋਟ ਆਫ ਪੀਕਸ ਅਪੀਅਰ, ਡਿਫਰੈਂਟ ਪੀਕਸ ਦਿਖਦੀਆਂ ਵਾ। ਜੀਨੀਅਸ ਇੱਕ ਟਰਮ ਆ ਜੀ, ਜਿਹੜੀ ਆਪਾਂ ਅਪਲਾਈ ਕਰਦੇ ਆ ਉਹਨਾਂ ਲੋਕਾਂ ਤੇ ਜਿਨ੍ਹਾਂ ਨੂੰ ਆਪਾਂ ਕੀ ਮੰਨਦੇ ਆ? ਕਹਿੰਦੇ ਆਊਟਸਟੈਂਡਿੰਗ ਅਚੀਵਮੈਂਟ ਮੰਨਦੇ ਆ ਜਿਨ੍ਹਾਂ ਨੂੰ ਆਪਾਂ। ਹਲੇ ਕੋਈ ਗੱਲ ਨਹੀਂ ਹੋਈ ਜੀ ਇੱਥੇ, ਮੈਨੂੰ ਨਹੀਂ ਹਲੇ ਪਤਾ ਲੱਗਿਆ ਕਿ ਇੱਕ ਬੰਦਾ ਹਰੇਕ ਫੀਲਡ ਵਿੱਚ ਹੀ ਮਾਨਤਾ ਹਾਸਿਲ ਕਰ ਸਕਦਾ ਜੋ ਜੀਨੀਅਸ ਹੁੰਦਾ। ਨਹੀਂ, ਹਿਊਮਨ ਉੱਥੇ ਪਾਵਰਸ ਲਿਖਿਆ ਸੀ, ਇੱਥੇ ਗਾਂ ਜਾ ਕੇ ਕੀਵਰਡ ਲਿਖਿਆ ਹਿਊਮਨ ਅਬਿਲਿਟੀ। ਅੱਛਾ, ਇੱਥੇ ਅੱਗੇ ਜਾ ਕੇ ਇਨਕੈਪੇਬਲ, ਇਹਦਾ ਮਤਲਬ ਕੀ ਆ? ਨਾ ਯੋਗ ਹੋਣਾ। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ, ਕੋਈ ਗੱਲ ਕੀਤੀ ਹੋਵੇ ਤਾਂ ਜੀ। ਕਹਿੰਦੇ ਜੀ ਜੀਨੀਅਸ ਟਰਮ ਆ ਜਿਹੜੀ ਆਪਾਂ ਉਹਨਾਂ ਲੋਕਾਂ ਤੇ ਲਾਉਂਦੇ ਆ ਜਿਹੜੇ ਆਊਟਸਟੈਂਡਿੰਗ ਅਚੀਵਮੈਂਟ ਹੁੰਦੀ ਆ, ਹੂ ਸਟੈਂਡ ਨੀਅਰ ਦਾ ਐਂਡ ਆਫ ਕੰਟੀਨਮ, ਜਿਹੜੇ ਕੰਟੀਨਮ ਦੇ ਲਾਸਟ, ਜਿਹੜੇ ਹਿਊਮਨ ਅਬਿਲਿਟੀ ਦੇ ਸਿਖਰ ਤੇ ਹੁੰਦੇ ਆ ਲੋਕ। ਪਰ ਇਹਦੇ ਨਾਲ ਇਹ ਤਾਂ ਚੀਜ਼ ਕਲੀਅਰ ਨਹੀਂ ਹੋਈ ਕਿ ਇੱਕ ਜੀਨੀਅਸ ਬੰਦਾ ਹਰ ਇੱਕ ਫੀਲਡ ਵਿੱਚ ਮਾਨਤਾ ਹਾਸਿਲ ਕਰ ਸਕਦਾ। ਹਾਲੇ ਤੱਕ ਰੀਡਿੰਗ ਨੇ ਕੁਝ ਨਹੀਂ ਲਿਖਿਆ ਜੀ। ਵਿਚ ਰੀਚ ਬੈਕ ਥਰੂ ਦਾ, ਨਹੀਂ ਜੀ, ਹਾਲੇ ਕਿਤੇ ਨਹੀਂ ਗੱਲ, ਅੱਗੇ ਜਾਣਾ ਪੈਣਾ। ਦੇयर ਆਰ ਸਟਿਲ, ਇੱਥੇ ਹਾਲੇ ਵੀ ਕਹਿੰਦੇ ਜੀ ਟਰੁੱਥ ਹੈ ਜੀ, ਕਹਿੰਦੇ ਨਹੀਂ ਜੀ। ਅੱਛਾ, ਆਹ ਵਰਡ ਲਿਖਿਆ ਪਿਆ ਜੀ ਪਾਵਰ, ਇਹਦਾ ਮਤਲਬ ਹੋ ਸਕਦਾ। ਅੱਛਾ, ਟਰੂ ਜੀਨੀਅਸ, ਆ ਵੀ ਲਓ ਜੀ ਆਪਣੇ ਕੋਲੇ ਵਰਡਸ ਹੁਣ ਮੈਚ। ਇਹਦਾ ਮਤਲਬ ਪਿੱਛੇ ਆਪਾਂ ਧੱਕੇ ਨਾਲ ਭਾਵੇਂ ਲਾ ਦਿੰਦੇ, ਬਟ ਲੋਕੇਸ਼ਨ ਨਹੀਂ ਸੀ ਹੁੰਦੀ। ਜਿਹੜਾ ਟਰੂ ਜੀਨੀਅਸ ਹੁੰਦਾ ਜੀ is a mind of a large general powers, ਉਹਦੇ ਕੋਲੇ ਕਾਫੀ ਪਾਵਰਸ ਹੁੰਦੀਆਂ, accidentally determined to some particular direction, ਪਰ ਉਹ ਇੱਕ ਖਾਸ ਡਾਇਰੈਕਸ਼ਨ ਦੇ ਵਿੱਚ ਹੁੰਦੀਆਂ ਜੀ ਉਹਦੀਆਂ ਪਾਵਰਾਂ। ਕੁਐਸਚਨ ਕੀ ਕਹਿ ਰਿਹਾ ਜੀ? ਕੁਐਸਚਨ ਕਹਿ ਰਿਹਾ ਕਿ ਟਰੂ ਜਿਹੜਾ ਜੀਨੀਅਸ, ਕੁਐਸਚਨ ਆਪਾਂ ਨੂੰ ਕਹਿ ਰਿਹਾ ਸੀਗਾ ਜੀ, ਕੁਐਸਚਨ ਨੇ ਆਪਾਂ ਨੂੰ ਕਿਹਾ ਕਿ ਇੱਕ ਟਰੂ ਜੀਨੀਅਸ ਤਾਂ ਕਿਸੇ ਵੀ ਫੀਲਡ ਦੇ ਵਿੱਚ ਮਾਨਤਾ ਹਾਸਿਲ ਕਰ ਲੂਗਾ, ਉਹਦੀਆਂ ਜਿਹੜੀਆਂ ਪਾਵਰਾਂ ਕਿਸੇ ਵੀ ਫੀਲਡ ਵਿੱਚ ਚੱਲ ਜਾਣਗੀਆਂ। ਪੈਰਾ ਕੀ ਕਹਿੰਦਾ ਜੀ? ਪੈਰਾ ਕਹਿੰਦਾ ਵੀ ਜਿਹੜੀਆਂ ਉਹਦੀਆਂ ਪਾਵਰਸ ਆ ਉਹ ਤਾਂ ਇੱਕ ਪਾਰਟਿਕੂਲਰ ਡਾਇਰੈਕਸ਼ਨਲ ਆ। ਪਾਰਟਿਕੂਲਰ ਡਾਇਰੈਕਸ਼ਨ ਦਾ ਮਤਲਬ ਕੀ? ਇੱਕ ਏਰੀਆ ਦੇ ਵਿੱਚ। ਵੀ ਮੇ ਡਿਸਐਗਰੀ, ਕਹਿੰਦੇ ਜੀ ਅਸੀਂ ਡਿਸਐਗਰੀ ਆ ਕਿਹੜੀ ਚੀਜ਼ ਦੇ ਨਾਲ? ਕਿ ਜਿਹੜੇ ਸਾਰੇ ਮਿਊਜ਼ੀਸ਼ੀਅਨਸ ਆ, ਜੀਨੀਅਸ ਆ ਜਿਹੜੇ, could have become, ਉਹ ਸਾਇੰਟਿਸਟ ਵੀ ਬਣ ਸਕਦੇ ਸੀਗੇ। ਨਹੀਂ, ਕਹਿੰਦੇ ਜੀ ਇਹ ਕਹਿਣਾ ਰੋਂਗ ਆ। ਤੇ ਵਾਈਸ ਵਰਸਾ, ਵਾਈਸ ਵਰਸਾ ਦਾ ਮਤਲਬ ਕੀ? ਇਦੋਂ ਉਲਟ ਵੀ ਸੱਚ ਨਹੀਂ ਹੈਗਾ, ਯਾਨੀ ਕਿ ਸਾਰੇ ਸਾਇੰਟਿਸਟ ਵੀ ਮਿਊਜ਼ੀਸ਼ੀਅਨ ਨਹੀਂ ਬਣ ਸਕਦੇ। ਅੱਛਾ, ਇਹਦਾ ਮਤਲਬ ਕੀ ਹੈ ਜੀ?
ਰੀਡਿੰਗ ਖੁਦ ਹੀ ਕਹੀ ਜਾਂਦੀ ਹੈ। ਰੀਡਿੰਗ ਕਹਿੰਦੀ ਜੀ ਪਾਵਰਾਂ ਉਹਨਾਂ ਦੀਆਂ ਇੱਕ ਪਾਰਟਿਕੂਲਰ ਡਾਇਰੈਕਸ਼ਨਲ ਲਈ ਚੱਲਦੀਆਂ ਵਾ। ਅਸੀਂ ਕਹਿੰਦੇ ਡਿਸਐਗਰੀ, ਅਸੀਂ ਨਹੀਂ ਮੰਨਦੇ ਵੀ ਸਾਰੇ ਮਿਊਜ਼ੀਸ਼ੀਅਨ ਆ ਜਿਹੜੇ ਪੂਰੇ ਮਾਹਿਰ ਆ ਉਹ ਹੁਣ ਸਾਇੰਟਿਸਟ ਵੀ ਬਣ ਸਕਦੇ ਸੀਗੇ, ਜਾਂ ਜਿਹੜੇ ਸਾਇੰਟਿਸਟ ਆ ਮਿਊਜ਼ੀਸ਼ੀਅਨ ਵੀ ਬਣ ਸਕਦੇ। ਇਹਦਾ ਮਤਲਬ ਕੁਐਸਚਨ ਝੂਠ ਮਾਰੀ ਜਾਂਦਾ ਜੀ। ਪਾਵਰਾਂ ਹਰ ਇੱਕ ਏਰੀਏ 'ਚ ਨਹੀਂ ਚੱਲਦੀਆਂ, ਪਾਵਰਾਂ ਇੱਕ ਸਿੰਗਲ ਡਾਇਰੈਕਸ਼ਨ ਦੇ ਵਿੱਚ ਚੱਲਦੀਆਂ ਵਾ। ਅਗੇਨ ਲੈਂਗੁਏਜ ਔਖੀ ਸੀਗੀ, ਬਟ ਆਪਾਂ ਉਹਨੂੰ ਲਾਈਨ ਨੂੰ ਅੰਡਰਸਟੈਂਡ ਕਰ ਲਿਆ, ਉਹਨੂੰ ਵਿੱਚੋਂ ਇੱਕ ਲਾਈਨ ਕੱਢ ਲਈ। ਜੇ ਕੁਝ ਵੀ ਨਾ ਕੰਮ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਇਨ ਐਨੀ ਏਰੀਆ, ਕਿਸੇ ਵੀ ਏਰੀਏ 'ਚ। ਰੀਡਿੰਗ ਕੀ ਕਹਿ ਰਹੀ ਆ? ਪਾਰਟਿਕੂਲਰ ਡਾਇਰੈਕਸ਼ਨ, ਖਾਸ ਡਾਇਰੈਕਸ਼ਨ ਦੇ ਵਿੱਚ, ਖਾਸ ਏਰੀਏ ਦੇ ਵਿੱਚ। ਨੈਕਸਟ ਚੱਲਦੇ ਹਾਂ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਜਿਹੜੀਆਂ ਸਕਿੱਲਸ ਆ, ਅੱਗੇ ਚੱਲਦੇ ਜੀ, ਧਿਆਨ ਨਾਲ ਦੇਖਿਓ। ਹਾਂਜੀ, ਕਹਿੰਦੇ ਜੀ ਜਿਹੜੀਆਂ ਸਕਿੱਲਸ ਆ ਜੀ, ਸਕਿੱਲਸ ਕਿਹਨਾਂ ਦੀਆਂ ਜੀ? ਆਰਡੀਨਰੀ ਲੋਕਾਂ ਦੀਆਂ। ਆਰ ਇਨ ਅ ਸੈਂਸ ਦਾ ਸੇਮ। ਆਰਡੀਨਰੀ ਲੋਕਾਂ ਦੀਆਂ ਜਿਹੜੀਆਂ ਸਕਿੱਲਸ ਹੁੰਦੀਆਂ ਵਾ ਜੀ, ਠੀਕ ਹੈ ਜੀ, ਸਕਿੱਲ ਜਿਹੜੀਆਂ ਆਰਡੀਨਰੀ ਲੋਕਾਂ ਦੀਆਂ ਜੀ ਸਕਿੱਲਸ ਹੁੰਦੀਆਂ, ਜ਼ਰੂਰੀ ਸਕਿੱਲਸ ਹੁੰਦੀਆਂ, ਸੇਮ ਹੁੰਦੀਆਂ ਜੀ ਉਹ ਐਜ਼ ਦਾ ਸਕਿੱਲਸ ਆਫ। ਇਹਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਜੀ, ਪ੍ਰੋਡੀਜੀਸ, ਇਹਦਾ ਮਤਲਬ ਜੀਨੀਅਸ ਨੂੰ ਕਹਿ ਦਿੰਦੇ ਆ ਜੀ। ਅੱਛਾ ਜੀ, ਸਿੱਟਾ ਕੀ ਨਿਕਲਿਆ ਜੀ? ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਕਿ ਜਿਹੜੀਆਂ ਆਮ ਲੋਕਾਂ ਦੀਆਂ ਸਕਿੱਲਸ ਆ ਉਹ ਸੇਮ ਹੁੰਦੀਆਂ ਜੀ ਜਿਵੇਂ ਕਿ ਜੀਨੀਅਸ ਦੀਆਂ ਸਕਿੱਲ ਹੁੰਦੀਆਂ। ਚਲੋ ਜਾ ਕੇ ਦੇਖ ਕੇ ਆਉਨੇ ਜੀ ਆਪਾਂ, ਦੇਖ ਕੇ ਆਉਨੇ ਜੀ ਆਪਾਂ ਕਿ ਜਿਹੜੀਆਂ ਆਮ ਲੋਕਾਂ ਦੀਆਂ ਸਕਿੱਲਸ ਆ ਉਹ ਸੇਮ ਆ ਕਿਹਨਾਂ ਦੀਆਂ ਸਕਿੱਲਸ ਨਾਲ? ਜੀਨੀਅਸ ਦੀਆਂ ਸਕਿੱਲਸ ਨਾਲ। ਚਲੋ ਜੀ, ਆਹ ਟਾਰਗੇਟਡ ਵਰਡ ਤੇ ਧਿਆਨ ਰੱਖਿਓ ਜੀ, ਇਹ ਟਾਰਗੇਟਡ ਵਰਡ ਹੈ ਜੀ ਜਿਹੜੇ ਆਪਾਂ। ਚਲੋ ਜੀ, ਇੱਥੇ ਆਪਾਂ ਆਗੇ ਜੀ ਹੁਣ ਰੀਚ ਹੋ ਗਏ, ਧਿਆਨ ਨਾਲ ਦੇਖਾਂਗੇ ਜੀ ਇਹ ਚੀਜ਼। ਹਾਂਜੀ ਜੀ, ਇੱਥੇ ਕੋਈ ਸਕਿੱਲ ਦੀ ਗੱਲ ਕੀਤੀ ਹੋ ਸਕਦੀ ਹੈ ਜੀ ਕਿਤੇ। ਓਕੇ, ਜੀਨੀਅਸ ਗੁੱਡ, ਇੱਥੋਂ ਤੱਕ ਤਾਂ ਆਪਣਾ ਹੋ ਗਿਆ, ਇੱਥੋਂ ਤੱਕ ਤਾਂ ਜੀ ਕੋਈ ਲੋਕੇਸ਼ਨ ਨਹੀਂ। ਗਾਂ ਜਾ ਕੇ ਕਾਹਦੀਆਂ ਗੱਲਾਂ ਕਰੀ ਜਾਂਦੇ ਆ? ਪਾਵਰਾਂ ਦੀ ਜੀ, ਪਾਵਰਾਂ ਦੀਆਂ ਗੱਲਾਂ ਹੀ ਹਲੇ ਤੱਕ ਕਰੀ ਜਾਂਦੇ ਆ ਜੀ। ਦੇ ਹੈਵ ਪੋਰਡ देयर ਪਾਵਰ ਸੋ ਸਕਸੈਸਫੁਲੀ, ਉਹਨਾਂ ਨੇ ਆਪਣੀਆਂ ਪਾਵਰਸ ਨੂੰ ਸਕਸੈਸਫੁਲੀ ਟਰਨ ਕਰਤਾ ਜੀ। ਉਹ ਕਹਿੰਦੇ ਅੱਛਾ, ਇਹਦਾ ਮਤਲਬ ਹਲੇ ਕੋਈ ਗੱਲ ਨਹੀਂ, ਇੱਥੇ ਬॉयਜ਼ ਤੇ ਗਰਲਸ ਤੇ ਗੱਲ ਕਰਨ ਲੱਗੇ। ਨਹੀਂ ਜੀ, ਆਨਸਰ ਆਪਣਾ ਇਹਦਾ ਲਾਇਕ ਕਿੱਥੇ ਕਰਦਾ ਜੀ? ਆਨਸਰ ਆਪਣਾ ਲਾਇਕ ਕਰਦਾ ਜੀ ਇਦੋਂ ਅੱਗੇ ਵਾਲੇ ਪੈਰੇ ਦੇ ਵਿੱਚ ਜੀ। ਚਲੋ ਜੀ, ਜਾ ਕੇ ਦੇਖਦੇ ਆਪਾਂ ਕਿ ਅੱਗੇ ਕੋਈ ਆਪਾਂ ਨੂੰ ਮਿਲਦਾ ਜਾਂ ਨਹੀਂ ਮਿਲਦਾ ਜੀ। ਐਪਰੀਸ਼ੀਏਟ, ਓਕੇ, ਆ ਲਿਖਿਆ ਪਿਆ ਕੀਵਰਡ ਸਕਿੱਲ, ਧਿਆਨ ਨਾਲ ਦੇਖਿਓ ਜੀ। ਕੀਵਰਡ ਸਕਿੱਲ ਲਿਖਿਆ ਪਿਆ, ਇਹਦਾ ਮਤਲਬ ਮੈਨੂੰ ਇੱਥੇ ਚੌਕੰਨਾ ਹੋਣ ਦੀ ਲੋੜ ਹੈ ਜੀ। ਕੀ ਕਹਿੰਦੇ ਜੀ? ਕੀ ਕਿਹਾ ਇਹਨਾਂ ਨੇ? ਧਿਆਨ ਨਾਲ ਪੜਿਓ ਜੀ ਇਹਨੂੰ। ਕਹਿੰਦੇ ਜੀ ਵਟ ਵੀ ਐਪਰੀਸ਼ੀਏਟ, ਜਿਹੜੀ ਚੀਜ਼ ਆਪਾਂ ਐਪਰੀਸ਼ੀਏਟ ਕਰਦੇ ਆ, ਇੰਜੋਏ ਕਰਦੇ ਆ, ਜਿਹੜੀ ਚੀਜ਼ ਆਪਾਂ ਨੂੰ ਸ਼ਾਨਦਾਰ ਲੱਗਦੀ ਆ ਜੀਨੀਅਸ ਦੇ ਵਰਕ ਦੇ ਵਿੱਚ ਜਾਂ ਉਹਨਾਂ ਦੀਆਂ ਅਚੀਵਮੈਂਟਸ ਦੇ ਵਿੱਚ, ਆਰ ਮੈਨੀਫੈਸਟੇਸ਼ਨ ਆਫ ਸਕਿੱਲ, ਐਕਚੁਅਲ ਚ ਸਕਿੱਲ ਹੁੰਦੀਆਂ ਜੀ, ਉਹ ਅਬਿਲਿਟੀਜ਼ ਹੁੰਦੀਆਂ ਜਿਹੜੀਆਂ ਕਿ ਵਿੱਚ ਦਾ ਮਤਲਬ ਜਿਹੜੀਆਂ ਕਿ ਸਿਮਿਲਰ ਹੁੰਦੀਆਂ। ਕਿਹਦੀ ਗੱਲ ਕਰ ਰਹੇ ਆ? ਸਕਿੱਲ ਦੀ, ਅਬਿਲਿਟੀ ਦੀ। ਵਿੱਚ ਕਿਹਦੀ ਵਾਰ ਕਰਮਦਾ ਹੁੰਦਾ ਵਾ? ਵਿੱਚ ਕਰਮਦਾ ਹੁੰਦਾ ਵਾਰ ਜਿਹੜੀਆਂ ਇਹਦੇ ਮੂਹਰੇ ਚੀਜ਼ਾਂ ਲਿਖੀਆਂ ਪਈਆਂ ਇਹਦੀ। ਕਹਿੰਦੇ ਜਿਹੜੀਆਂ ਜੀਨੀਅਸ ਦੀਆਂ ਸਕਿੱਲ ਤੇ ਅਬਿਲਿਟੀਜ਼ ਆ ਜਿਨ੍ਹਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ ਆ, ਉਹ ਕਹਿੰਦਾ ਸਿਮਿਲਰ ਆ ਜੀ। ਸਿਮਿਲਰ ਕਿਹਦੇ ਨਾਲ ਹੈ ਜੀ? ਬਟ ਸੁਪੀਰੀਅਰ ਜ਼ਰੂਰ ਹੈਗੀਆਂ, ਬਟ ਹੈ ਸਿਮਿਲਰ। ਕਿਹਨਾਂ ਨਾਲ ਸਿਮਿਲਰ? ਆਪਣੇ ਨਾਲ। ਤੇ ਆਪਣੇ ਕਿਹਨਾਂ ਦੀ ਗੱਲ ਕਰ ਰਿਹਾ ਵਾ? ਪੀਪਲ। ਪੀਪਲ ਕੌਣ ਹੁੰਦੇ ਆ ਜੀ? ਆਰਡੀਨਰੀ ਪੀਪਲ ਜੀ। ਤਾਂ ਇੱਥੇ ਇਦਾਂ ਨਹੀਂ ਕਹਿਣਾ ਕਿ ਸਾਰੇ, ਤਾਂ ਕੋਈ ਸਿੱਧਾ ਤਾਂ ਲਿਖਿਆ ਨਹੀਂ। ਉਹ ਕਹਿੰਦੇ ਜੀ ਦੇਖੋ, ਦੋ ਤਰ੍ਹਾਂ, ਇਹ ਰੀਡਿੰਗ ਨੇ ਦੋ ਤਰ੍ਹਾਂ ਲੋਕਾਂ ਨੂੰ ਕੈਟੇਗਰਾਈਜ਼ ਕੀਤਾ। ਪਹਿਲੇ ਨੰਬਰ ਤੇ ਕਿਹੜੀ ਚੀਜ਼ ਰੱਖ ਰਹੀ ਹੈ? ਪੀਪਲ ਨੂੰ। ਤੇ ਦੂਸਰੀ ਕੈਟਾਗਰੀ ਕਿਹੜੀ ਹੈ ਜੀ? ਜੀਨੀਅਸ ਦੀ। ਇਹ ਪੈਰੇ ਵਿੱਚ ਜੀਨੀਅਸ ਤੇ ਲੋਕਾਂ ਨੂੰ ਦੋਨਾਂ ਦੇ ਵਿੱਚ ਕੰਪੇਅਰ ਕੀਤਾ ਹੈ ਪੈਰੇ ਦੇ ਵਿੱਚ। ਤਾਂ ਇੱਥੇ ਓਨ ਦਾ ਮਤਲਬ ਕੀ ਆ? ਓਨ ਦਾ ਮਤਲਬ ਆ ਵੀ ਪ੍ਰੋਨਾਉਨ ਕਿਹਦਾ ਹੁੰਦਾ? ਵੀ ਹੁੰਦਾ ਪੀਪਲ ਦਾ। ਤੇ ਪੀਪਲ ਕੀ ਹੈ? ਇੱਕ ਕਾਮਨ ਪਰਸਨ। ਤੇ ਕਾਮਨ ਪਰਸਨ ਦਾ ਮਤਲਬ ਕੀ? ਆਰਡੀਨਰੀ ਪੀਪਲ। ਤਾਂ ਇਹ ਚੀਜ਼ ਆਪਣੇ ਮਾਈਂਡ 'ਚ ਰੱਖਣੀ ਆ। ਮੈਂ ਕੀ ਲੱਭਣ ਆਇਆ ਸੀਗਾ? ਜੀਨੀਅਸ ਲੋਕਾਂ ਦੀਆਂ ਸਕਿੱਲਾਂ ਸੇਮ ਹੁੰਦੀਆਂ ਜੀ, ਆਪਣੇ ਵਾਂਗੂ ਹੀ। ਨੈਚੁਰਲ ਜੀ ਗੱਲ ਲਿਖਿਆ ਹੀ ਪਿਆ ਵਾ। ਜੋ ਕਿ ਮਤਲਬ ਕਿ ਸਕਿੱਲ ਤੇ ਅਬਿਲਿਟੀ ਕੀ ਹੁੰਦਾ ਜੀ? ਸਿਮਿਲਰ ਹੁੰਦਾ ਜੀ। ਸਿਮਿਲਰ ਕਿਹਦੇ? ਆਪਣੇ ਕੰਪੈਰੀਜ਼ਨ ਜੀ, ਆਪਣੇ ਨਾਲ। ਇਹਦਾ ਮਤਲਬ ਇਹ ਕੀ ਹੋ ਗਿਆ ਜੀ? ਆਨਸਰ ਆਪਣਾ ਟਰੂ ਹੋ ਗਿਆ ਜੀ। ਧਿਆਨ ਨਾਲ ਦੇਖਿਓ, ਆਨਸਰ ਆਪਣਾ
फ्री हो गए। नेक्स्ट चलते हैं, देखियो जी ध्यान नाल ਤਾਂ ਕੀ ਕਹੀ ਇਹਨਾਂ ਨੇ, ਧਿਆਨ ਨਾਲ ਪੜਿਓ ਜੀ ਨੈਕਸਟ ਨੂੰ, ਬਹੁਤ ਧਿਆਨ ਨਾਲ ਪੜਨਾ ਜੀ ਇਹਨੂੰ। ਓਕੇ, ਤਾਂ ਇਹਨਾਂ ਨੇ ਕਿਹਾ ਜੀ ਦਾ ਈਜ਼, ਈਜ਼ ਦਾ ਮਤਲਬ ਕੀ ਹੈ ਜੀ? ਸਭ ਤੋਂ ਵੱਡੀ ਰੁਕਾਵਟ ਆ ਵਰਡ ਵਿੱਚ ਪੈਦਾ ਕਰਦਾ, ਤੇ ਐਗਜ਼ਾਮੀਨਰ ਦਾ ਫੇਵਰੇਟ ਵਰਡ, ਬਹੁਤ ਰੀਡਿੰਗ ਦੇ ਵਿੱਚ ਵੇਖਿਆ ਗਿਆ। ਤੇ ਮੈਂ ਇਹਦਾ ਇੱਕ ਸੌਖਾ ਜਿਹਾ ਸਿਨੋਨਿਮ ਦੱਸਦਾ ਉਹਨਾਂ ਸਟੂਡੈਂਟਾਂ ਨੂੰ ਕਿ ਤੁਸੀਂ ਇਹਨੂੰ ਈਜ਼ ਨਾ ਪੜਿਆ ਕਰੋ। ਤੁਸੀਂ ਇਹਨੂੰ ਜਦੋਂ ਵੀ ਉਹਨੇ ਵਰਡ ਪੜੋਗੇ ਤਾਂ ਉਹਨੂੰ ਤੁਸੀਂ ਪੜਨਾ ਹੈ ਵਰਡ ਨੂੰ ਕਿਵੇਂ ਪੜਨਾ ਵਾ? ਈਜ਼ੀ ਵੇ। ਤੁਸੀਂ ਇਹਨੂੰ ਪੜਿਆ ਕਰਨਾ ਈਜ਼ੀ ਵੇ। ਈਜ਼ ਦਾ ਮਤਲਬ ਕੀ ਹੁੰਦਾ ਵਾ? ਸੌਖਾ, ਸੁਖਾਲਾ, ਇਹ ਦੀ ਪੰਜਾਬੀ ਹੈ ਜੀ। ਈਜ਼ ਦਾ ਮਤਲਬ ਕੀ ਹੈ? ਦਾ ਈਜ਼ੀ ਵੇ। ਕਹਿੰਦੇ ਜੀ ਜਿਹੜਾ ਸੌਖਾ ਜਿਹਾ ਰਾਸਤਾ ਵਾ, ਕਿਹੜਾ ਰਾਸਤਾ? ਵਿਦ ਵਿੱਚ, ਜਿੰਦੀ ਹੈਲਪ ਨਾਲ ਟਰੂਲੀ ਗ੍ਰੇਟ ਆਈਡੀਆਸ ਆਰ ਅਸੈਪਟਡ। ਕਹਿੰਦੇ ਜੀ ਜਿਹੜਾ ਸੌਖਾ ਜਿਹਾ ਰਾਸਤਾ ਵਾ ਨਾ, ਜਿਹਦੇ ਨਾਲ ਆਪਾਂ ਵੱਡੇ ਵੱਡੇ ਆਈਡੀਆਸ ਨੂੰ ਅਸੈਪਟ ਕਰਦੇ ਆ, ਟੇਕਨ ਫॉर ਗਰੰਟਡ, ਸਵੀਕਾਰ ਕਰ ਲੈਨੇ ਆ, ਪੂਰਾ ਲਾਈਟਲੀ ਜਾਂ ਲੈਣ ਲੱਗ ਜਾਂਦੇ ਆ, ਅਪਣਾ ਲੈਨੇ ਆ, ਉਹ ਜਿਹੜਾ ਰਾਸਤਾ ਵਾ ਨਾ ਉਹ ਫੇਲ ਹੋ ਗਿਆ ਜੀ। ਉਹ ਫੇਲ ਹੋ ਜਾਂਦਾ ਵਾ। ਕਿਹੜੀ ਚੀਜ਼ 'ਚ ਫੇਲ ਹੋ ਜਾਂਦਾ ਵਾ? ਲੈਸਨ। ਲੈਸਨ ਦਾ ਮਤਲਬ ਰਿਡਿਊਸ, ਘਟਾਉਣ ਦੇ ਵਿੱਚ। ਕਿਹੜੀ ਚੀਜ਼ ਘਟਾਉਣ ਦੇ ਵਿੱਚ? ਇਹਦਾ ਸਿਗਨੀਫੀਕੈਂਸ ਘਟਾਉਣ ਦੇ ਵਿੱਚ। ਸਿਗਨੀਫੀਕੈਂਸ ਦਾ ਮਤਲਬ ਕੀ? ਇਹਦੀ ਜਿਹੜੀ ਮਹੱਤਤਾ ਵਾ, ਇਹਦੀ ਜਿਹੜੀ ਇੰਪੋਰਟੈਂਸ ਆ। ਨੈਚੁਰਲ ਜੀ ਗੱਲ ਆ ਜੀ, ਲੈਂਗੁਏਜ ਬੜੀ ਭਾਰੀ ਭਾਰੀ ਯੂਜ਼ ਹੋ ਰਹੀ ਆ, ਬਟ ਮੈਂ ਤੁਹਾਨੂੰ ਦੱਸਦਾ ਕਿ ਜਿੰਨਾ ਜ਼ਿਆਦਾ ਕਲੋਜ਼ ਪਹੁੰਚ ਕੇ ਲਾਉਂਗੇ ਉਨਾ ਚਾਂਸਸ ਸਹੀ ਕਰਨ ਦੇ ਜ਼ਿਆਦੇ ਆ। ਕਹਿੰਦੇ ਜੀ ਜਿਹੜਾ ਸੌਖਾ ਜਿਹਾ ਰਾਸਤਾ ਵਾ ਨਾ, ਜਿਹਦੇ ਨਾਲ ਆਪਾਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਅਸੈਪਟ ਕਰ ਲੈਨੇ ਆ, ਅਪਣਾ ਲੈਨੇ ਆ, ਗਰੰਟਡ ਦਾ ਮਤਲਬ ਪੂਰੀ ਗਰੰਟੀ ਲੈ ਲੈਨੇ ਆ, ਉਹ ਰਾਸਤਾ ਫੇਲ ਹੋ ਜਾਂਦਾ ਵਾ। ਉਹ ਰਾਸਤਾ ਫੇਲ ਹੋ ਜਾਂਦਾ ਕੀ ਕਰਨ ਦੇ ਵਿੱਚ? ਰਿਡਿਊਸ ਕਰਨ ਦੇ ਵਿੱਚ। ਕੀ ਚੀਜ਼ ਰਿਡਿਊਸ ਕਰਨ ਦੇ ਵਿੱਚ? ਇਹਦੀ ਇੰਪੋਰਟੈਂਸ ਨੂੰ। ਚਲੋ ਜਾ ਕੇ ਦੇਖ ਕੇ ਆਈਏ। ਤਾਂ ਨੈਚੁਰਲ ਜੀ ਗੱਲ ਆ ਜੀ, ਇੱਥੇ ਲੈਂਗੁਏਜ ਆ ਜਿਹੜੀ ਉਹ ਕਾਫੀ ਟਫ ਹੋਣ ਵਾਲੀ ਹੈ ਜੀ, ਤੇ ਆਪਾਂ ਨੂੰ ਦੇਖਣਾ ਪੈਣਾ ਇੱਥੇ ਕਿੱਦਾਂ ਦੀਆਂ ਚੀਜ਼ਾਂ ਕੰਮ ਕਰਦੀਆਂ ਵਾ। ਇੱਥੇ ਚੀਜ਼ਾਂ ਦੱਸਾਂ ਕਿਹੜੀਆਂ ਕੰਮ ਕਰਦੀਆਂ? ਨੰਬਰ 1 ਤੇ ਇੱਥੇ ਚੀਜ਼ਾਂ ਕੰਮ ਕਰਦੀਆਂ ਇਹਨਾਂ ਦੇ ਸਿਨੋਨਿਮ। ਫੇਲ ਦਾ ਸਿਨੋਨਿਮ। ਇੱਥੇ ਚੀਜ਼ਾਂ ਕੰਮ ਕਰਦੀਆਂ ਆਹ ਵਾਲਾ ਵਰਡ। ਇੱਥੇ ਕੰਮ ਕਰਦੀਆਂ ਲੈਸਨ ਦਾ ਸਿਨੋਨਿਮ। ਰਿਡਿਊਸ, ਡਿਕਲਾਈਨ, ਗੋ ਡਾਊਨ, ਹੋਰ ਵੀ ਕੋਈ ਹੋ ਸਕਦਾ ਵਾ। ਇੱਥੇ ਚੀਜ਼ਾਂ ਕੰਮ ਕਰਦੀਆਂ ਸਿਗਨੀਫੀਕੈਂਸ। ਇੱਥੇ ਮਾਈਂਡ ਦੇ ਵਿੱਚ ਆਹ ਚੀਜ਼ਾਂ ਨੂੰ ਮਾਈਂਡ 'ਚ ਰੱਖਿਆ ਜਾਂਦਾ ਕਿ ਇਹਨਾਂ ਦਾ ਸਿਨੋਨਿਮ ਜੇ ਕਿਤੇ ਮੈਨੂੰ ਦਿਖ ਗਏ ਤਾਂ ਮੈਂ ਉੱਥੇ ਸਟਾਪ ਹੋ ਜਾਣਾ ਵਾ। ਇਹ ਚੀਜ਼ਾਂ ਆਪਣਾ ਆਨਸਰ ਸਹੀ ਕਰਾ ਸਕਦੀਆਂ ਜੀ। ਚਲੋ ਜਾ ਕੇ ਦੇਖੀਏ ਕਿ ਕੀ ਕੁਝ ਮਿਲਦਾ ਜੀ ਆਪਾਂ ਨੂੰ। ਧਿਆਨ ਨਾਲ ਦੇਖਿਓ ਜੀ, ਹਾਈਪਰ ਨਹੀਂ ਹੋਣਾ, ਸੀਕੁਐਂਸ 'ਚ ਚੱਲੀ ਜਾਂਦੇ ਆ, ਕਾਹਲੀ ਕਿਸੇ ਚੀਜ਼ ਦੀ ਨਹੀਂ। ਜਦੋਂ ਇਦਾਂ ਦਾ ਕੁਐਸਚਨ ਲੱਭਣਾ ਹੋਵੇ ਤਾਂ ਆਪਾਂ ਨੂੰ ਮਾਈਂਡ 'ਚ ਰੱਖਣਾ ਪੈਂਦੀਆਂ ਜੀ ਚੀਜ਼ਾਂ। ਨੋਟ ਡਿਫਰੈਂਟ, ਡਿਫਿਕਲਟ ਨਹੀਂ ਕਿਹਾ, ਡਿਫਰੈਂਟ ਕਿਹਾ ਵਾ। ਡੈਮੋਸਟ੍ਰੇਟਡ ਬਾਈ ਹਾਰਡ ਵੌਨ ਡਿਸਕਵਰੀਜ਼ ਆਫ ਸਾਇੰਟਿਸਟ। ਹਾਰਡ ਵੌਨ ਕਿਹੜੀਆਂ ਹੁੰਦੀਆਂ? ਜੋ ਬੜੀਆਂ ਹੀ ਡਿਫਿਕਲਟੀ ਦੇ ਨਾਲ ਉਹਨਾਂ ਨੇ ਚੀਜ਼ਾਂ ਜਿੱਤੀਆਂ। ਇਹਦਾ ਮਤਲਬ ਕੀ ਹੋ ਸਕਦਾ? ਹਾਰਡ ਵੌਨ ਡਿਸਕਵਰੀ ਕਿਹੜੀਆਂ ਹੋ ਸਕਦੀਆਂ? ਵੱਡੀਆਂ ਵੱਡੀਆਂ ਡਿਸਕਵਰੀਜ਼। ਵੱਡੀਆਂ ਵੱਡੀਆਂ ਕਿਹੜੀਆਂ ਹੋ ਸਕਦੀਆਂ? ਗ੍ਰੇਟ ਹੋ ਸਕਦੀਆਂ ਜੀ। ਅੰਦਾਜ਼ਾ ਵਾ ਆਪਣਾ ਇਹ। ਸਾਇੰਟਿਸਟ ਲਾਈਕ ਬਿਕਮ ਦਾ ਕਾਮਨ ਪਲੇਸ ਨੌਲੇਜ। ਕਾਮਨ ਪਲੇਸ ਦਾ ਮਤਲਬ ਕੀ ਹੁੰਦਾ ਜੀ? ਜਿਹੜੀ ਚੀਜ਼ ਬੜੀ ਆਮ ਜੀ ਹੋ ਜਾਂਦੀ ਆ। ਤੇ ਉਹਨਾਂ ਨੇ ਕੀ ਕਿਹਾ? ਗਰੰਟਡ ਚੀਜ਼ਾਂ ਜਿਹੜੀਆਂ, ਗਰੰਟਡ। ਤਾਂ ਇੱਥੋਂ ਮੈਨੂੰ ਆਹ ਚੀਜ਼ ਦਾ ਪਤਾ ਲੱਗਣ ਲੱਗ ਗਿਆ। ਧਿਆਨ ਨਾਲ ਦੇਖਿਓ, ਉਹਨਾਂ ਨੇ ਕਿਹਾ ਜੀ ਜਿਹੜੀਆਂ ਚੀਜ਼ਾਂ ਆਪਾਂ ਗਰੰਟਡ ਲੈ ਲੈਨੇ ਆ, ਇਹਨਾਂ ਨੇ ਕੀ ਕਿਹਾ? ਕਾਮਨ ਪਲੇਸ ਨੌਲੇਜ ਆ ਜਿਹੜੀ ਜੀ। ਅੱਛਾ, ਅੱਗੇ ਚੱਲਦੇ, ਡੋਂਟ ਵਰੀ। ਇਹਨਾਂ ਦੇ ਮਤਲਬ ਆਪਾਂ ਨੂੰ ਇਹਨਾਂ ਦੇ ਮਤਲਬ ਨਹੀਂ ਪਤਾ ਜੀ। ਧਿਆਨ ਨਾਲ ਦੇਖਿਓ, ਫਾਈਨਲ ਚ ਏਦਾਂ ਚੀਜ਼ ਬਹੁਤ ਘੱਟ ਚਾਂਸ ਆ ਇੰਨੀ ਔਖੀ ਲੈਂਗੁਏਜ ਆਊਗੀ। ਫਾਈਬਰਸ ਵੀ ਵੀਅਰ ਇਟ ਡਜ਼ ਨੋਟ ਮਿਨੀਮਾਈਜ਼। ਇੱਥੇ ਜਦੋਂ ਹੀ ਮੈਂ ਆਇਆ ਤਾਂ ਮੇਰੇ ਮਾਈਂਡ ਚ ਇੱਕ ਹੀ ਘੰਟੀ ਵੱਜੀ ਕਿ ਇਹ ਤਾਂ ਵਰਡ ਕਿਹੜਾ ਪਿਆ ਜੀ? ਇਹ ਤਾਂ ਵਰਡ ਆਪਣਾ ਪਿਆ ਜੀ ਉਧਰ ਜਾ ਕੇ। ਜੇ ਤੁਹਾਨੂੰ ਪਤਾ ਹੋਵੇ ਮਿਨੀਮਾਈਜ਼ ਲੈਸਨ ਦਾ ਸਿਨੋਨਿਮ ਨਹੀਂ ਪਿਆ ਹੈ। ਲੈਸਨ ਦਾ ਮਤਲਬ ਕੀ ਹੁੰਦਾ? ਘੱਟ ਕਰਨਾ। ਤਾਂ ਵਰਡ ਕਿਹੜਾ ਪਿਆ ਜੀ ਉਧਰ? ਮਿਨੀਮਾਈਜ਼। ਤਾਂ ਮਿਨੀਮਾਈਜ਼ ਦੇ ਮੂਹਰੇ ਕੀ ਲਿਖਿਆ ਪਿਆ ਵਾ? ਮਿਨੀਮਾਈਜ਼ ਲਿਖਿਆ ਮੂਹਰੇ ਪਿਆ ਨੋਟ। ਨੋਟ ਦਾ ਮਤਲਬ ਕੀ ਹੁੰਦਾ? ਕਿ ਕੋਈ ਚੀਜ਼ ਨਹੀਂ ਹੋਈ। ਨਹੀਂ ਹੋਈ ਦਾ ਮਤਲਬ ਕੀ ਆ? ਇੱਥੇ ਇਹਨਾਂ ਨੇ ਜਾਣ ਬੁੱਝ ਕੇ ਲਿਖਿਆ ਪਿਆ ਵਾ ਜੀ ਫੇਲ। ਫੇਲ ਦਾ ਮਤਲਬ ਕੀ ਹੁੰਦਾ ਵਾ? ਨੋਟ ਸਕਸੀਡ। ਫੇਲ ਦਾ ਮਤਲਬ ਕੀ ਹੁੰਦਾ? ਨੋਟ ਸਕਸੀਡ, ਯਾਨੀ ਕਿ ਕੋਈ ਚੀਜ਼ ਨਹੀਂ ਹੋਈ, ਸਕਸੈਸਫੁਲ ਨਹੀਂ ਹੋਈ। ਉਹਨਾਂ ਨੇ ਕੀ ਕਿਹਾ ਪਹਿਰੇ ਚ?
कि जी वो मिनीमाइज नहीं करता, ਇਹਦਾ मतलब ਕੀ ਨਿਕਲਿਆ कि बिल्कुल मिनीमाइज नहीं करता। फेल ਦਾ मतलब ਕੀ ਆ, कोई चीज ना होना, कोई चीज ਦਾ सक्सेस तो उल्ट हो जाना। फेल एक खुद च कीवर्ड आ, नेगेटिव वर्ड। ध्यान नाल देखियो, हुण ਆਪਾਂ ਇੱਥੇ हाइपर नहीं होना, ध्यान नाल देखियो जी। ਕਹਿੰਦੇ जी ਜਿਹੜਾ ਇਹ ਰਾਸਤਾ ਵਾ ਨਾ ਸੌਖਾ ਜਿਹਾ, ਜਿਹੜਾ ਜਿੰਦੇ ਨਾਲ ਆਪਾਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਅਪਣਾ ਲੈਨੇ ਆ, ਗਰੰਟਡ ਲੈ ਲੈਨੇ ਆ, ਇਹ ਰਾਸਤਾ ਨਾ ਫੇਲ ਹੋ ਜਾਂਦਾ ਜੀ। ਕੀ ਕਰਨ ਚ? ਘੱਟ ਕਰਨ ਦੇ ਵਿੱਚ। ਕਿਹੜੀ ਚੀਜ਼ ਘੱਟ ਕਰਨ ਚ? ਇਹਦੀ ਇੰਪੋਰਟੈਂਸ। ਚਲੋ ਜਾ ਕੇ ਦੇਖੀਏ ਜੀ ਇਹਨਾਂ ਨੇ ਕੀ ਲਿਖਿਆ ਪਿਆ ਜੀ, ਧਿਆਨ ਨਾਲ ਦੇਖਿਓ ਜੀ। ਦਿਸ ਦਾ ਮਤਲਬ ਕੀ ਆ? ਇਹ ਵਾਲੀ ਚੀਜ਼। ਮਤਲਬ ਕੀ ਹੋਊਗਾ? ਇਹ ਵਾਲਾ ਰਾਸਤਾ। ਡਜ਼ ਨॉट ਨਹੀਂ ਕਰਦਾ, ਮਤਲਬ ਕਿ ਫੇਲ ਹੋ ਜਾਂਦਾ ਕਿਸੇ ਚੀਜ਼। ਕਿਹੜੀ ਚੀਜ਼ ਚ? ਮਿਨੀਮਾਈਜ਼ ਕਰਨ ਦੇ ਵਿੱਚ, ਮਤਲਬ ਕਿ ਲੈਸਨ ਕਰਨ ਦੇ ਵਿੱਚ। ਕਿਹੜੀ ਚੀਜ਼ ਮਿਨੀਮਾਈਜ਼? ਸੁਪਰਮੈਸੀ ਆਫ देयर ਅਚੀਵਮੈਂਟ। ਸੁਪਰਮੈਸੀ ਦਾ ਮਤਲਬ ਕੀ ਆ? ਉਹਨਾਂ ਦੀ ਅਚੀਵਮੈਂਟ ਦੀ ਜਿਹੜੀ ਖਾਸੀਅਤ ਆ, ਜਿਹੜੀ ਇੰਪੋਰਟੈਂਸ ਆ, ਜਿਹੜਾ ਦਰਜਾ ਵਾ, ਤਾਂ ਇਹ ਕਿਹਦਾ ਸੰਬੰਧ ਹੋ ਗਿਆ ਜੀ? ਸਿਗਨੀਫੀਕੈਂਸ ਦਾ। ਇਹਦਾ ਮਤਲਬ ਜੀ ਇੱਕ ਚੀਜ਼ ਫੇਲ ਹੋਈ ਆ। ਕਾਹਦੇ ਚ ਫੇਲ ਹੋਈ ਆ? ਮਿਨੀਮਾਈਜ਼ ਕਰਨ ਦੇ ਵਿੱਚ। ਕੀ ਚੀਜ਼ ਮਿਨੀਮਾਈਜ਼ ਕਰਨ ਦੇ ਵਿੱਚ? ਉਹਨਾਂ ਨੂੰ ਅਚੀਵਮੈਂਟ ਦੀ ਸੁਪਰਮੈਸੀ ਜਿਹੜੀ ਹੈਗੀ ਆ, ਉਹਨੂੰ ਮਿਨੀਮਾਈਜ਼ ਕਰਨ ਦੇ ਵਿੱਚ। ਤੇ ਪਿੱਛੇ ਜਾ ਕੇ ਦੇਖੀਏ ਕਿ ਕੋਈ ਚੀਜ਼ ਨੂੰ ਗਰੰਟਡ ਲੈ ਲੈਣਾ, ਕਿਸੇ ਚੀਜ਼ ਦਾ ਕਾਮਨ ਪਲੇਸ ਹੋ ਜਾਣਾ ਜੀ, ਆਮ ਜਿਹਾ ਹੋ ਜਾਣਾ ਜੀ ਹੁੰਦਾ ਜੀ। ਤਾਂ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਜੀ, ਇਹਨੇ ਰਲ ਕੇ ਲੈਂਗੁਏਜ ਸਾਰੀ ਮੈਚ ਹੋ ਰਹੀ ਆ। ਆਨਸਰ ਕੀ ਬਣ ਰਿਹਾ ਜੀ ਆਪਣਾ? ਟਰੂ ਬਣ ਰਿਹਾ ਜੀ। ਰੀਡਿੰਗ ਸਮ ਟਾਈਮ ਹੋ ਸਕਦਾ ਬਹੁਤ ਔਖੇ ਲੈਵਲ ਦੀ ਆ, ਉਹਦੇ ਵਿੱਚ ਐਦਾਂ ਨਹੀਂ ਕਿ ਤੁਸੀਂ ਤੁੱਕਾ ਲਾਓਗੇ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਮੇਰੀ ਪੈਰਾਫਰੇਜ਼ਿੰਗ ਕਿਹੜੀ ਕੰਮ ਕਰੀ ਜਾਂਦੀ ਹੈ ਜੀ। ਗ੍ਰੇਟ ਆਈਡੀਆਸ ਤਾਂ ਉਹਨਾਂ ਨੇ ਉੱਥੇ ਵੀ ਲਿਖਿਆ ਸੀਗਾ, ਹਾਰਡ ਵੌਨ ਡਿਸਕਵਰੀਜ਼। ਇਹ ਕਹਿੰਦਾ ਵੀ ਤਾਂ ਇੱਕ ਹਿਸਾਬ ਦਾ ਸਿਰੋਨਾਮ ਉਧਰ ਬਣਦਾ ਸੀਗਾ। ਟੇਕਨ ਫॉर ਗਰੰਟਡ, ਜਿਹੜੀਆਂ ਚੀਜ਼ਾਂ ਆਮ ਜੀਆਂ ਹੀ ਲੈ ਲੈਣੀਆਂ ਆਪਾਂ, ਸੁਖਾਲੀਆਂ ਜੀਆਂ ਹੀ ਲੈ ਲੈਣੀਆਂ। ਫੇਲ ਦਾ ਮਤਲਬ ਨॉट, ਲੈਸਨ ਦਾ ਮਤਲਬ ਮਿਨੀਮਾਈਜ਼, ਸਿਗਨੀਫੀਕੈਂਟ ਦਾ ਮਤਲਬ ਸੁਪਰਮੈਂਸੀ ਆਫ देयर ਅਚੀਵਮੈਂਟ। ਤਾਂ ਆਨਸਰ ਇਹ ਘੁੰਮ ਫਰਾ ਕੇ ਕੀ ਆਇਆ ਜੀ? ਟਰੂ ਆਇਆ ਜੀ। ਗੱਲ ਉੱਥੇ ਸਾਰੀ ਕੀਤੀ ਆ, ਬਟ ਬੜੀ ਟਫ ਲੈਂਗੁਏਜ ਦੇ ਵਿੱਚ। ਅੱਗੇ ਦੇਖਦੇ ਹਾਂ ਜੀ, ਧਿਆਨ ਨਾਲ ਦੇਖਿਓ ਜੀ। ਇਹ ਲੈਂਗੁਏਜ ਦੇ ਵਿੱਚ ਤਾਂ ਬੱਚਾ ਹਾਈਪਰ ਥੋੜਾ ਜਿਹਾ ਹੋ ਹੀ ਜਾਂਦਾ ਵਾ, ਪੈਨਿਕ ਹੋ ਹੀ ਜਾਂਦਾ, ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਕਿਉਂਕਿ ਲੈਂਗੁਏਜ ਬੜੀ ਟਫ ਲੈਵਲ ਦੀ ਕੰਮ ਕਰ ਰਹੀ ਹੈ ਜੀ। ਗਿਫਟਡਨੈਸ, ਮੇਰੀ ਬੱਚਿਆਂ ਦਾ ਇਹ ਡਿਮਾਂਡ ਹੁੰਦੀ ਹੈ ਕਿ ਸਰ ਟਫ ਰੀਡਿੰਗ ਕਰਾਓ ਬਹੁਤ ਜ਼ਿਆਦਾ, ਤਾਂ ਮੇਰੇ ਹਿਸਾਬ ਨਾਲ ਆ ਇੱਕ ਸੌਖੀ ਰੀਡਿੰਗ ਚ ਤਾਂ ਕਾਊਂਟ ਜਮਾ ਹੀ ਨਹੀਂ ਹੁੰਦੀ। ਗਿਫਟਡਨੈਸ ਤੇ ਜੀਨੀਅਸ ਦੋ ਚੀਜ਼ਾਂ ਦੇ ਬਾਰੇ ਕਿਹਾ, ਇੱਕ ਤੇ ਦੋ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਗਿਫਟਡਨੈਸ ਤੇ ਜੀਨੀਅਸ ਇਹ ਡਿਜ਼ਰਵ ਕਰਦੇ ਆ। ਕੀ ਡਿਜ਼ਰਵ ਕਰਦੇ ਆ? ਪ੍ਰੋਪਰ ਸਾਇੰਟੀਫਿਕ ਰਿਸਰਚ। ਕਹਿੰਦੇ ਜੀ ਇਹਨਾਂ ਤੇ ਪ੍ਰੋਪਰ ਸਾਇੰਟੀਫਿਕ ਰਿਸਰਚ ਹੋਣੀ ਚਾਹੀਦੀ ਆ। ਇਹ ਡਿਜ਼ਰਵ ਕਰਦੇ ਆ ਕਿ ਇਹਨਾਂ ਤੇ ਪ੍ਰੋਪਰ ਸਾਇੰਟੀਫਿਕ ਰਿਸਰਚ ਕੀਤੀ ਜਾਵੇ। ਇਨਟੂ देयर ਟਰੂ ਨੇਚਰ ਦੇ ਵਿੱਚ, ਸੋ ਦੈਟ, ਤਾਂ ਕਿ। ਇਹਦਾ ਦੋਨਾਂ ਦਾ ਮਤਲਬ ਕੀ ਹੁੰਦਾ? ਧਿਆਨ ਨਾਲ ਦੇਖਿਓ ਜੀ, ਆ ਚੀਜ਼ ਨੋਟ ਕਰ ਲਓ। ਸੋ ਦੈਟ ਦਾ ਮਤਲਬ ਕੀ ਹੁੰਦਾ ਵਾ? ਤਾਂ ਕਿ। ਜਦੋਂ ਇਹ ਲੱਗਦਾ ਹੁੰਦਾ ਇਹਨਾਂ ਦੇ ਆਸੇ-ਪਾਸੇ ਕਦੇ ਵੀ ਕੋਈ ਪੰਕਚੁਏਸ਼ਨ ਨਹੀਂ ਹੁੰਦੀ ਜੀ, ਨਾ ਹੀ ਦੈਟ ਦੇ ਆਸੇ-ਪਾਸੇ, ਸੋ ਦੇ ਆਸੇ-ਪਾਸੇ ਹੁਣ ਤਾਂ ਨਹੀਂ ਹੋਣੀ ਕਿਉਂਕਿ ਨਾਲ ਦੈਟ ਆ ਕੇ ਲੱਗ ਗਿਆ। ਦੋਨਾਂ ਦਾ ਮੀਨਿੰਗ ਮਿਲਾ ਕੇ ਕੁਝ ਹੋਰ ਬਣਦਾ ਵਾ। ਇਹ ਕੱਲਾ ਸੋ ਨਹੀਂਗਾ, ਇਹਦਾ ਮਤਲਬ ਇਸ ਲਈ ਨਹੀਂਗਾ, ਇਹਦਾ ਮਤਲਬ देयरफॉर ਨਹੀਂਗਾ। ਜ਼ਿਆਦਾਤਰ ਬੱਚਿਆਂ ਨੂੰ ਟ੍ਰਾਂਸਲੇਸ਼ਨ ਕਿਉਂ ਨਹੀਂ ਆਉਂਦੀ ਕਰਨੀ? ਕਿਉਂਕਿ ਉਹਨਾਂ ਨੂੰ ਕਈਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਬਈ ਕੰਜੰਕਸ਼ਨਾਂ ਕੰਮ ਕਿਵੇਂ ਕਰਦੀਆਂ ਵਾ। ਤੁਹਾਨੂੰ ਮੈਂ ਦੱਸਾਂ, ਆ ਇੰਗਲਿਸ਼ ਦੇ ਵਿੱਚ ਸੋ ਤੇ ਦੈਟ ਇੱਕ ਕੰਜੰਕਸ਼ਨ ਹੈ ਇੱਕ, ਸ਼ਾਇਦ ਤੁਹਾਨੂੰ ਇਹ ਚੀਜ਼ ਪਹਿਲੀ ਵਾਰੀ ਪਤਾ ਲੱਗੀ। ਇਹਦਾ ਮਤਲਬ ਕੀ ਹੁੰਦਾ ਵਾ? ਤਾਂ ਕਿ। ਇੱਕ ਸੈਂਟੈਂਸ ਬਣਾ ਕੇ ਦਿਖਾਵਾਂ, ਤੁਸੀਂ ਉਹ ਸੈਂਟੈਂਸ ਅੱਜ ਤੋਂ ਪਹਿਲਾਂ ਬਣਾਇਆ ਹੀ ਨਹੀਂ ਹੋਣਾ, ਨਾ ਕਿਤੇ ਸੁਣਿਆ ਹੋਣਾ ਵਾ। ਮੈਂ ਕੀ ਕਿਹਾ ਜੀ? ਆਈ, ਧਿਆਨ ਨਾਲ ਦੇਖਿਓ ਜੀ ਇਹਨੂੰ, ਆਈ ਲਰਨਡ ਇੰਗਲਿਸ਼। I learned English so that I can teach. ਇੱਥੇ ਦਾ ਮਤਲਬ ਇਹ ਨਹੀਂ ਹੈ ਜੀ ਕਿ ਮੈਂ ਇੰਗਲਿਸ਼ ਸਿੱਖੀ ਸੀਗੀ ਇਸ ਲਈ ਮੈਂ ਪੜ੍ਹਾ ਸਕਦਾ ਵਾਂ, ਏਦਾਂ ਦੀ ਪੰਜਾਬੀ ਨਹੀਂ ਹੁੰਦੀ। ਇਹਦਾ ਮਤਲਬ ਕੀ ਹੈ ਜੀ? I learned English
मैं इंग्लिश सीखी ताकि गा परपस दस्या जी मैं आपदा, ਇਹਦਾ मतलब ताकि मैं इंग्लिश सीखी ताकि मैं इंग्लिश टीच कर सका, यानी कि आ वाले परपस दे ਲਈ ਇਹ ਪਰਪਸ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ, ਨਾ ਕਿ ਰਿਜ਼ਲਟ ਨੂੰ ਰਿਪਰੈਜ਼ੈਂਟ ਕਰਦਾ। ਸੋ ਵੈਸੇ ਰਿਜ਼ਲਟ ਕੱਢਦਾ ਹੁੰਦਾ, ਸੋ ਜਦੋਂ ਨਾਲ ਦੈਟ ਦੇ ਲੱਗ ਜਾਵੇ ਉਦੋਂ ਪਰਪਸ ਦੱਸਣ ਲੱਗ ਜਾਂਦਾ ਹੁੰਦਾ। ਤਾਂ ਧਿਆਨ ਨਾਲ ਦੇਖਿਓ ਕੀ ਕਹਿੰਦੇ ਜੀ ਇਹਨਾਂ ਨੇ ਵੀ ਤਾਂ ਇੱਕ ਪਰਪਸ ਹੀ ਕਿਹਾ ਅੱਗੇ, ਕਹਿੰਦੇ ਜੀ ਇਹਨਾਂ ਤੇ ਪੂਰੀ ਸਾਇੰਟੀਫਿਕ ਰਿਸਰਚ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਸਾਰੇ ਟੈਲੈਂਟ ਆ ਉਹਨਾਂ ਨੂੰ ਰਿਟੇਨ ਕੀਤਾ ਜਾ ਸਕੇ ਹਿਊਮਨ ਰੇਸ ਦੇ ਵਿੱਚ। ਅੱਛਾ ਕਹਿੰਦੇ ਤਾਂ ਕਿ ਦੁਬਾਰਾ ਚੀਜ਼ਾਂ ਲਿਆਂਦੀਆਂ ਜਾ ਸਕਣ ਆਪਣੀ ਫੇਰ ਹਿਊਮਨ ਦੇ ਵਿੱਚ, ਇੱਥੇ ਕਹਿੰਦੇ ਜੀ ਕਾਫੀ ਰਿਸਰਚ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਦੇ ਕਹਿਣ ਦਾ ਮਤਲਬ ਬਈ ਫੇਰ ਆਇਨਸਟਾਈਨ ਇੱਕ ਦੁਬਾਰਾ ਬਣਾ ਲਾਂਗੇ ਆਪਾਂ ਜੇ ਆਪਾਂ ਪ੍ਰੋਪਰ ਇਹ ਜਾਣਗੇ ਬਈ ਜੀਨੀਅਸ ਜਿਹੜੀ ਚੀਜ਼ ਆ ਇਹ ਆਉਂਦੀ ਕਿਵੇਂ ਆ ਬੰਦੇ ਦੇ ਵਿੱਚ। ਕਹਿੰਦੇ ਜੀ ਇਹਨੂੰ ਪ੍ਰੋਪਰ ਸਾਇੰਟੀਫਿਕ ਰਿਸਰਚ ਦੀ ਲੋੜ ਹੈ। ਚਲੋ ਜਾ ਕੇ ਦੇਖੀਏ ਜੀ, ਕਿਤੇ ਕਿਹਾ ਜੀ ਉਹਨਾਂ ਨੇ ਕਿ ਗਿਫਟਡਨੈਸ ਤੇ ਜੀਨੀਅਸ ਜਿਹੜੀ ਆਪਣਾ ਐਂਡ ਵਾਲਾ ਕਿੱਥੋਂ ਮਿਲਿਆ ਸੀ, ਇੱਥੋਂ ਜੇ ਮਿਲਿਆ ਸੀਗਾ ਜੀ। ਚਲੋ ਜੀ ਅੱਗੇ ਜਾ ਕੇ ਦੇਖਦੇ ਆਪਾਂ, ਅੱਗੇ ਜਾ ਕੇ ਦੇਖਦੇ ਹਾਂ ਕਿ ਕੀ ਇਹਨੂੰ ਧਿਆਨ ਨਾਲ ਦੇਖਿਓ ਜੀ ਆਪਣਾ ਐਂਡ ਵਾਲਾ ਕਿੱਥੋਂ ਮਿਲਿਆ ਸੀਗਾ, ਇੱਥੋਂ ਜੀ ਸੁਪਰਮੈਸੀ। ਆ ਐਂਡ ਵਾਲੀ ਲਾਈਨ ਤਾਂ ਵੈਸੇ ਹੀ ਨਹੀਂ, ਦੇਖ ਲਓ ਯੋਗਿੰਗ ਦੀ ਗੱਲ ਕੀਤੀ ਹੈ ਕੋਈ। ਚਲੋ ਜੀ ਇੱਥੇ ਗੱਲਾਂ ਹੋਈਆਂ ਪਈਆਂ, ਦੇਖੋ ਦੋਨੇ ਲਿਖੇ ਪਏ ਆ ਜੀ। having a uniquely different brain only reasonable we accept human race ਆ ਜਿਹੜਾ ਕਹਿੰਦਾ ਏ ਹਿਊਮਨ ਬ੍ਰੇਨ ਕਹਿੰਦੇ ਜੀ ਵੱਖਰਾ ਹੁੰਦਾ ਵਾ ਪਰਪਸ ਆਫ, ਠੀਕ ਹੈ ਜੀ। ਯੂਐਸ ਦੀ ਗੱਲ ਕਰਨ ਲੱਗੇ, ਕੀ ਕਹਿੰਦੇ ਜੀ ਅਚੀਵਮੈਂਟ ਆ ਜਿਹੜੀ ਕਹਿੰਦੇ ਓਕੇ we try to emulate, emulate ਦਾ ਮਤਲਬ ਹੁੰਦਾ ਕਾਪੀ ਕਰਨਾ। ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀ ਰੀਡਿੰਗ ਦੇ ਕੋਲੇ ਸਿਨੋਨਮ ਹੀ ਹੈ ਨਹੀਂ, ਰੀਡਿੰਗ ਬੜਾ ਵੀਕ ਜਾਂ ਮੋਡਿਊਲ ਆ, ਇਹਦੇ ਕੋਲੇ ਸਿਨੋਨਮ ਹੀ ਮੁੱਕ ਗਏ ਐਕਚੁਅਲ ਦੇ ਵਿੱਚ। ਇੰਨੇ ਸਾਲਾਂ ਤੋਂ ਇਹ ਫੀਲਡ ਡਿਵੈਲਪ ਹੋਈ ਜਿਹੜੀ ਕਾਪੀ ਦੇ ਜਾਂ ਕਿਸੇ ਵੀ ਨੂੰ ਲੈ ਕੇ ਲੈਸਨ ਨੂੰ ਮਿਨੀਮਾਈਜ਼ ਲਿਖੀ ਜਾਂਦੇ, ਰਿਡਿਊਸ, ਡਿਕਲਾਈਨ, ਗੋ ਡਾਊਨ। ਇਹਨਾਂ ਕੋਲੇ ਨਵੇਂ ਵਰਡ ਹੈ ਨਹੀਂ ਗੇ ਜੀ, ਹੁਣ ਖਤਮ ਹੋ ਗਈਆਂ ਇਹਨਾਂ ਕੋਲ ਚੀਜ਼ਾਂ। ਤਾਂ ਦੇਖੋ ਕਾਪੀ ਨੂੰ ਇਮੀਟੇਟ ਕਹਿ ਦਿੰਦੇ ਆ, ਕਾਪੀ ਕਹਿ ਦਿੰਦੇ ਆ, ਐਮੂਲੇਟ ਕਹਿ ਦਿੰਦੇ ਆ ਤੇ ਰੈਪਲੀਕੇਟ ਕਹਿ ਦਿੰਦੇ ਆ। ਇਹਨਾਂ ਤੋਂ ਬਿਨਾਂ ਮੈਂ ਨਹੀਂ ਅੱਜ ਤੱਕ ਇਹਨਾਂ ਦੀਆਂ ਕਿਤੇ ਕੋਈ ਛੇਤੀ ਸਿਨੋਨਮ ਦੇਖਿਆ ਜੀ। ਧਿਆਨ ਨਾਲ ਦੇਖਿਓ ਜੀ। ਓਕੇ ਜੀ ਇੱਥੇ ਕੋਈ ਕਾਪੀ ਦੀਆਂ ਗੱਲਾਂ ਹੋਈ ਜਾਂਦੀਆਂ, ਸਮ ਆਫ ਦਾ ਥਿੰਗਸ ਜਿਹੜੀਆਂ ਆਪਾਂ ਸਿੱਖੀਆਂ। ਓਕੇ ਆਹ ਦੇਖੋ ਤੁਹਾਡੇ ਸਾਹਮਣੇ ਜਿਨ੍ਹਾਂ ਤੇ ਮੈਂ ਕਰੀ ਜਾਂਦਾ ਵਾ ਨਾ, ਇਹਦਾ ਮਤਲਬ ਮੈਂ ਇਹਨੂੰ ਸਕਿਮ ਕਰ ਕਰਕੇ ਪੜ੍ਹੀ ਜਾਂਦਾ ਵੀ ਕੀ ਕਿਤੇ ਇੱਥੇ ਇੱਕ ਲਾਈਨ ਤਾਂ ਮੈਨੂੰ ਦਿਖੇ ਨਾ ਕਿ ਜੀ ਇੱਥੇ ਪੂਰੀ ਐਨ ਡੀਪ ਰਿਸਰਚ ਦੀ ਲੋੜ ਹੈ ਇਹਨੂੰ ਤਾਂ ਕਿ ਦੁਬਾਰਾ ਲੋਕੀ ਬਣਾਏ ਜਾਣ ਜੀਨੀਅਸ। ਤਾਂ ਜੀ ਕਿਤੇ ਗੱਲ ਨਹੀਂ, ਥੱਲੇ ਜਾ ਕੇ ਦੇਖਣਾ, ਲੋ ਇੱਥੇ ਦੇਖ ਲਓ ਗਿਫਟਡ, ਜੀਨੀਅਸ, ਡਿਫਰੈਂਟ, ਮੈਂਟੀ, ਸੇਵ ਇਨ ਦਾ ਡਿਗਰੀ। ਆ ਕੋਈ ਡਿਗਰੀ ਡੁਗਰੀ ਦੀ ਗੱਲ ਕਰਨੀ ਨਹੀਂ। ਦੇਖੋ ਜੀ ਤੈਨੂੰ ਕੀ ਲਾਵਾਂ ਜੀ, ਨੈਚੁਰਲ ਜੀ ਗੱਲ ਆ। ਇਹ ਡਿਜ਼ਰਵ ਕੀ ਕਰਦਾ ਵਾ, ਇਹ ਨੋਟ ਗਿਵਨ ਡਿਜ਼ਰਵ ਕਰਦਾ ਜੀ। ਧਿਆਨ ਨਾਲ ਦੇਖਿਓ ਨੋਟ ਗਿਵਨ। ਨੈਕਸਟ ਚੱਲਦਾ, ਧਿਆਨ ਨਾਲ ਦੇਖਿਓ ਜੀ। ਆਪਣੇ ਲਾਸਟ ਵਾਲੇ ਰਹਿ ਗਏ ਜੀ ਆ, ਧਿਆਨ ਨਾਲ ਪੂਰਾ ਜੀ। ਕਹਿੰਦੇ ਜੀ ਜਿਹੜਾ ਜੀਨੀਅਸਨੈਸ ਆ ਨਾ, ਜੀਨੀਅਸ ਆ ਜਿਹੜੇ ਅਕਸਰ ਉਹ ਪੇ ਅ ਹਾਈ ਪ੍ਰਾਈਜ਼ ਟੂ ਅਚੀਵ ਗ੍ਰੇਟਨੈਸ। ਗ੍ਰੇਟਨੈਸ ਨੂੰ ਪਾਉਣ ਦੇ ਲਈ ਨਾ ਉਹ ਹਾਈ ਪ੍ਰਾਈਜ਼ ਪੇ ਕਰਦੇ ਆ। ਹੁਣ ਦੇਖੋ ਹਰ ਇੱਕ ਲੈਂਗੁਏਜ ਆ ਨਾ ਜਿਹੜੀ, ਹਰ ਇੱਕ ਲੈਂਗੁਏਜ ਦੇ ਵਿੱਚ ਨਾ ਈਡੀਓਮੈਟਿਕ ਐਕਸਪ੍ਰੈਸ਼ਨ ਹੁੰਦੇ ਆ। ਇਹ ਆਪਣੀ ਇਕੱਲੀ ਪੰਜਾਬੀ ਹੋਈ ਨਹੀਂ ਗੀ ਜਿਹਦੇ ਵਿੱਚ ਈਡੀਓਮੈਟਿਕ ਐਕਸਪ੍ਰੈਸ਼ਨ ਆ ਜੀ। ਕਿਵੇਂ ਜੀ, ਇਹ ਉਹਨਾਂ ਦੀ ਲੈਂਗੁਏਜ ਦੇ ਵਿੱਚ ਵੀ ਈਡੀਓਮੈਟਿਕ ਚੀਜ਼ਾਂ ਹੈਗੀਆਂ ਜੀ। ਆਪਣੀ ਪੰਜਾਬੀ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਹੈਗੀਆਂ ਵਾ ਜਿਨ੍ਹਾਂ ਨੂੰ ਤੁਸੀਂ ਪੰਜਾਬੀ 'ਚ ਟਰਾਂਸਲੇਟ ਕਰੋਗੇ ਉਹਨਾਂ ਦਾ ਮੀਨਿੰਗ ਹੋਰ ਹੀ ਨਿਕਲ ਆਉਣਾ, ਐਕਚੁਅਲ ਤੁਸੀਂ ਉਹਨਾਂ ਨੂੰ ਕਰ ਵੀ ਨਹੀਂ ਸਕਦੇ ਜੀ। ਠੀਕ ਹੈ ਜੀ, ਉਸੇ ਤਰ੍ਹਾਂ ਹੀ ਹੁਣ ਧਿਆਨ ਨਾਲ ਦੇਖੋ ਜੀ। ਹੁਣ ਇੱਥੇ ਜਿਹੜਾ ਪ੍ਰਾਈਜ਼ ਲਿਖਿਆ ਵਾ ਇਹਨੇ ਇੰਗਜ਼ਾਮੀ ਸੌਰੀ ਜੋ ਰਾਈਟਰ ਆ, ਦੇਖੋ ਇਹਦਾ ਮਤਲਬ ਉਹਨੂੰ ਪੈਸਿਆਂ ਨਾਲ ਥੋੜੀ ਲੈਣਾ ਦੇਣਾ ਵਾ। ਇੱਥੋਂ ਆਪਾਂ ਟਰਾਂਸਲੇਸ਼ਨ ਗਲਤ ਕਰਦੇ ਆ। ਇੱਥੇ ਪੇ ਦਾ ਮਤਲਬ ਇਹ ਥੋੜੀ ਹੁੰਦਾ ਬਈ ਪੈਸੇ, ਜਾਨੀ ਕਿ ਮਨੀ ਦੇਣਾ, ਗਿਵ ਮਨੀ। ਦੇਖੋ ਇਹਦਾ ਇਹ ਮਤਲਬ ਥੋੜੀ ਆ ਕਿ ਜੀਨੀਅਸ ਅਕਸਰ ਪੈਸੇ ਦਿੰਦੇ ਆ ਜੀ। ਤਾਂ ਇੱਥੇ ਆਪਣੀ ਲੈਕ ਆਫ ਅੰਡਰਸਟੈਂਡਿੰਗ ਨੂੰ ਰਿਪਰੈਜ਼ੈਂਟ ਕਰਦਾ ਵਾ। ਇੱਥੇ ਪੇ ਦਾ ਮਤਲਬ ਕੀ ਹੁੰਦਾ ਜੀ, ਧਿਆਨ ਨਾਲ ਦੇਖਿਓ। ਜੀਨੀਅਸ ਨਾ ਜਿਹੜੇ ਅਕਸਰ ਉਹ ਹਾਈ ਪ੍ਰਾਈਜ਼ ਪੇ ਕਰਦੇ ਆ ਗ੍ਰੇਟਨੈਸ ਨੂੰ ਅਚੀਵ ਕਰਨ ਦੇ ਲਈ। ਹਾਈ ਪ੍ਰਾਈਜ਼ ਦਾ
ਹਾਈ ਪ੍ਰਾਈਸ ਪੇ ਕਰਦੇ ਆ। ਇਹਦਾ ਮਤਲਬ ਕੀ ਆ ਕਿ ਜੀ ਉਹ ਜ਼ਿਆਦੇ ਐਫਰਟਸ ਕਰਨੀਆਂ ਪੈਂਦੀਆਂ ਉਹਨਾਂ ਨੂੰ ਜ਼ਿਆਦੇ ਭੁਗਤਾਨ ਕਰਨਾ ਪੈਂਦਾ ਇਹ ਚੀਜ਼ ਤੱਕ ਪਹੁੰਚਣ ਦੇ ਲਈ। ਉਹਨਾਂ ਨੂੰ ਜ਼ਿਆਦੇ ਜਾਣੀ ਕਿ ਦੇਣਾ ਪੈਂਦਾ ਵਾ ਇਹ ਚੀਜ਼ ਨੂੰ ਅਚੀਵ ਕਰਨ ਦੇ ਲਈ, ਨਾ ਕਿ ਇੱਥੇ ਕੋਈ ਪੈਸੇ ਧੇਲੇ ਦੀ ਗੱਲ ਆ। ਇੱਥੇ ਰਾਈਟਰ ਇਡੀਅਮੈਟਿਕ ਗੱਲਾਂ ਕਰੀ ਜਾਂਦਾ। ਕਿਵੇਂ ਪਤਾ ਲੱਗਿਆ? ਨੈਚੁਰਲ ਜੀ ਗੱਲ ਤਾਂ ਜੀਨੀਅਸ ਤੇ ਉਹਦੇ ਤੇ ਹੋਈ ਜਾਂਦੀ ਹੈ ਜੀ। ਪੈਸੇ ਇੱਧਰੋਂ ਕਿੱਧਰ ਆ ਗਏ ਇਹਦੇ ਵਿੱਚ? ਪੈਰਾ ਮੇਰਾ ਖਤਮ ਹੋਣ ਲੱਗਾ ਵਾ, ਕੋਈ ਫਾਈਨੈਂਸ ਵਗੈਰਾ ਕੋਈ ਏਦਾਂ ਦੀਆਂ ਗੱਲਾਂ ਥੋੜੀਆਂ ਕਰੀ ਜਾਂਦੇ ਆ। ਇਹ ਤਾਂ ਇਡੀਅਮੈਟਿਕ ਐਕਸਪ੍ਰੈਸ਼ਨ ਹੈ ਜੀ। ਲੱਗਿਆ ਪਤਾ ਜੀ? ਜੀਨੀਅਸ ਅਕਸਰ ਕਹਿੰਦੇ ਜ਼ਿਆਦਾ ਤਪਦੇ ਆ, ਜ਼ਿਆਦਾ ਪੇ ਕਰਦੇ ਆ, ਜ਼ਿਆਦਾ ਭੁਗਤਾਨ ਕਰਦੇ ਆ, ਜ਼ਿਆਦਾ ਐਫਰਟ ਕਰਦੇ ਆ ਇਹ ਲੈਵਲ ਨੂੰ ਅਚੀਵ ਕਰਨ ਦੇ ਲਈ। ਚਲੋ ਜਾ ਕੇ ਦੇਖ ਕੇ ਆਉਂਦੇ ਕਿ ਇਦਾਂ ਦੀ ਕੋਈ ਗੱਲ ਕੀਤੀ ਹੋਵੇ ਜੀ। ਓਕੇ, ਐਂਡ ਵਾਲਾ ਆਪਣਾ ਕਿੱਥੇ ਖਤਮ ਹੋਇਆ ਸੀਗਾ ਜੀ? ਇੱਥੇ ਜੇ ਖਤਮ ਹੋਇਆ ਸੀਗਾ ਜੀ ਆਪਣਾ। ਕਿਉਂਕਿ ਮੈਨੂੰ ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਨੋਟ ਗਿਵਨ ਨਿਕਲ ਜੇ ਨਾ ਉੱਪਰਲਾ, ਉਦੋਂ ਉੱਥੋਂ ਸ਼ੁਰੂ ਕਰਨਾ ਪੈਂਦਾ ਹੁੰਦਾ ਵਾ ਜਿੱਥੇ ਆਪਣਾ ਕੋਈ ਲਾਸਟ ਵਾਲਾ ਟਰੂ ਜਾਂ ਫਾਲਸ ਆਇਆ ਸੀਗਾ, ਤੇ ਲਾਸਟ ਵਾਲਾ ਇੱਥੇ ਆਇਆ ਸੀਗਾ। ਚਲੋ ਜਾ ਕੇ ਦੇਖੀਏ ਜੀ। ਜ਼ਿਆਦਾ ਭੁਗਤਾਨ ਕਰਦੇ ਆ ਜੀ, ਦੇਖਦੇ ਹਾਂ ਜੀ ਜਾ ਕੇ। ਇੱਥੇ ਕੋਈ ਗੱਲ ਨਹੀਂ ਹੋਈ ਸੀ। ਪਰਪਸ ਜਿਹੜਾ ਕਹਿੰਦੇ ਜੀ ਇਹਦਾ ਟਰਾਈ ਕਰਦੇ ਆਪਾਂ ਜੀਨੀਅਸ ਨੂੰ ਕਾਪੀ ਕਰਨ ਦਾ, ਐਨਕਰੇਜ ਕਰਦੇ ਆਪਾਂ ਆਪਦੇ ਬੱਚਿਆਂ ਨੂੰ ਜੀ। ਉਹ ਕਹਿੰਦੇ ਸਮ ਆਫ ਦਾ ਥਿੰਗਸ ਆ ਜਿਹੜੀਆਂ ਸਿੱਖੀਆਂ ਜਾਂਦੀਆਂ। ਕਿਤੇ ਨਹੀਂ ਗੱਲ ਹੋਈ ਜੀ ਇੱਥੇ ਹਲੇ ਤੱਕ। ਵੀ ਮੇ ਐਨਵੇ देयर ਅਚੀਵਮੈਂਟ ਐਂਡ ਫੇਮ। ਕਈ ਵਾਰੀ ਆਪਾਂ ਜੈਲਸੀ ਕਰਦੇ ਆ ਨਾ, ਉਹ ਕਹਿੰਦੇ ਧਿਆਨ ਨਾਲ ਦੇਖਿਓ ਲਾਈਨ ਨੂੰ, ਕਹਿੰਦੇ ਆਪਾਂ ਜੈਲਸੀ ਕਰਦੇ ਆ ਨਾ ਕਦੇ ਕਦੇ ਉਹਨਾਂ ਦੀਆਂ ਅਚੀਵਮੈਂਟ ਤੋਂ ਤੇ ਉਹਨਾਂ ਦੀ ਜਿਹੜੀ ਸ਼ੋਹਰਤ ਆ। ਬਟ ਵੀ ਸ਼ੁੱਡ ਆਲਸੋ ਰਿਕੋਗਨਾਈਜ਼ ਦਾ ਪ੍ਰਾਈਜ਼। ਬਟ ਆਪਾਂ ਨੂੰ ਜੀ ਇਹ ਵੀ ਚੀਜ਼ ਧਿਆਨ ਚ ਰੱਖਣੀ ਚਾਹੀਦੀ ਆ ਕਿ ਜਿਹੜਾ ਚੀਜ਼ ਉਹਨਾਂ ਨੇ ਇਹਦੇ ਬਦਲੇ ਦਿੱਤੀ, ਦੇ ਮੇ ਹੈਵ ਪੇਡ ਇਨ ਟਰਮਸ ਆਫ, ਆ ਦੇਖੋ ਇੱਥੇ ਪਤਾ ਲੱਗਿਆ ਕਿ ਪੈਸੇ ਧੇਲੇ ਦੀ ਕੋਈ ਗੱਲ ਨਹੀਂ ਸੀਗੀ। ਕਹਿੰਦੇ ਜੀ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ, ਰਿਕੋਗਨਾਈਜ਼ ਕਰਨਾ ਚਾਹੀਦਾ ਆਪਾਂ ਨੂੰ ਜਿਹੜਾ ਉਹਨਾਂ ਨੇ ਚੀਜ਼ ਪ੍ਰਾਈਜ਼, ਜਿਹੜਾ ਬਦਲੇ ਵਿੱਚ ਉਹਨਾਂ ਨੇ ਚੀਜ਼ ਪੇ ਕੀਤੀ ਆ। ਇਨ ਟਰਮਸ ਆਫ, ਇਨ ਟਰਮਸ ਦਾ ਮਤਲਬ ਹੁੰਦਾ ਕਿ ਕਿਹੜੀ ਚੀਜ਼, ਇਨ ਟਰਮਸ ਆਫ ਦਾ ਮਤਲਬ ਕਿਹੜੇ ਕੇਸ ਦੇ ਵਿੱਚ। ਕਹਿੰਦੇ ਜੀ ਜਿਹੜੀਆਂ ਉਹਨਾਂ ਨੇ ਜਾਨੀ ਕਿ ਪ੍ਰੀਜ਼ਰਵੈਂਸ, ਸਿੰਗਲ ਮਾਈਂਡਡ ਰਹੇ, ਡੈਡੀਕੇਸ਼ਨ ਲਾਈ, ਰਿਸਟ੍ਰਿਕਸ਼ਨਸ ਔਨ देयर ਪਰਸਨਲ ਲਾਈਫ ਲਾਈਆਂ, ਤਾਂ ਦੇਖੋ ਇੱਥੇ ਪੈਸੇ ਦੀ ਤਾਂ ਫਿਰ ਗੱਲ ਹੀ ਨਹੀਂ ਹੋ ਰਹੀ ਸੀ। ਵਾਕਈ ਗੱਲ ਕਿਹਨਾਂ ਦੀ ਹੋ ਰਹੀ ਸੀਗੀ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਪੇ ਕੀਤੀਆਂ ਇਹਦੇ ਬਦਲੇ ਚ। ਕਹਿੰਦੇ ਜੀ ਆਪਾਂ ਉਹਨਾਂ ਤੋਂ ਜੈਲਸੀ ਤਾਂ ਜ਼ਰੂਰ ਕਰਦੇ ਆ, ਬਟ ਆਪਾਂ ਨੂੰ ਉਹ ਚੀਜ਼ਾਂ ਦੇ ਬਾਰੇ ਨਹੀਂ ਭੁੱਲਣਾ ਚਾਹੀਦਾ ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ। ਕਿਹੜੀਆਂ ਜੀ? ਪ੍ਰੀਵਲੈਂਸ ਹੋ ਗਿਆ, ਸਿੰਗਲ ਮਾਈਂਡਡ ਰਹੇ ਉਹ, ਡੈਡੀਕੇਸ਼ਨ ਲਾਈ ਉਹਨਾਂ ਨੇ, ਪਰਸਨਲ ਲਾਈਫ ਦੇ ਬਾਰੇ ਨਹੀਂ ਸੋਚਿਆ ਜੀ ਉਹਨਾਂ ਨੇ। ਅੱਗੇ ਜਾ ਕੇ ਲਿਖਿਆ ਹਾਊ ਆਫਨ ਦੇ ਹੈਡ ਟੂ ਗ੍ਰੇਟ ਇਨਕਰੇਜ, ਕਿੰਨਾ ਇਨਕਰੇਜ ਕੀਤਾ ਜੀ ਉਹਨਾਂ ਨੇ ਟੂ ਪ੍ਰੀਜ਼ਰਵ देयर ਇੰਟੀਗ੍ਰਿਟੀ, ਆਪਣੀ ਜੋ ਆਤਮ ਜਾਨੀ ਕਿ ਸਮਰਪਣ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਨੂੰ ਕਿੰਨਾ ਉਹਨਾਂ ਨੇ ਪ੍ਰੀਜ਼ਰਵ ਕਰ ਕਰਕੇ ਰੱਖਿਆ। ਆਪਣੀ ਜੋ ਆਈਡੈਂਟਿਟੀ ਆ, ਜੋ ਆਪਣੀਆਂ ਡੈਡੀਕੇਸ਼ਨ ਆ, ਜੋ ਆਪਣੀ ਪਰਸਨਲ ਲਾਈਫ ਆ, ਇਹਨੂੰ ਸਾਰਿਆਂ ਨੂੰ ਦੂਰ ਰੱਖ ਕੇ ਉਹਨਾਂ ਨੇ ਕਿੰਨੀਆਂ ਚੀਜ਼ਾਂ ਕਹਿੰਦੇ ਕੀਤੀਆਂ ਜੀ। ਕੁਐਸਚਨ ਤਾਂ ਇੱਕ ਨਿੱਕਾ ਜਿਹਾ ਚੀਜ਼ ਪੁੱਛ ਰਿਹਾ ਜੀ। ਕਿਹੜੀ ਕੁਐਸਚਨ? ਕਹਿੰਦਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਬਦਲੇ ਵਿੱਚ ਦਿੱਤੀਆਂ ਹੁੰਦੀਆਂ ਜੀਨੀਅਸ ਨੇ ਇੱਥੋਂ ਤੱਕ ਪਹੁੰਚਣ ਲਈ। ਬਿਲਕੁਲ ਟਰੂ ਹੈ ਜੀ। ਲਿਸਟ ਤਾਂ ਬਣਾਈ ਪਈ ਉਹਨਾਂ ਦੀ, ਜਿਹੜੀਆਂ ਚੀਜ਼ਾਂ ਕਾਮਨ ਲੋਕੀ ਨਹੀਂ ਕਰਦੇ ਬਲਕਿ ਉਹ ਕਰਦੇ ਆ ਜੀ। ਠੀਕ ਹੈ ਨਾ? ਤਾਂ ਐਂਡ ਵਾਲਾ ਜੀ, ਟੂ ਬੀ ਏ ਜੀਨੀਅਸ, ਜੀਨੀਅਸ ਹੋਣਾ ਵਰਥ ਹੈ ਜੀ। ਉਹ ਕਹਿੰਦੇ ਵਰਥ, ਹਾਈ ਪਰਸਨਲ ਕੋਸਟ। ਅੱਛਾ, ਜੀਨੀਅਸ ਹੋਣਾ ਵਰਥ ਹੈ ਜੀ, ਕਹਿੰਦੇ ਹਾਈ ਪਰਸਨਲ ਕੋਸਟ। ਪਰਸਨਲ ਕੋਸਟ ਕੀ ਹੈ ਜੀ? ਕਹਿੰਦੇ ਜੀ ਜੀਨੀਅਸ ਹੋਣਾ, ਕਹਿੰਦੇ ਵਰਥ ਦਾ ਮਤਲਬ ਕੀ ਹੁੰਦਾ? ਬੈਨੀਫੀਸ਼ੀਅਲ, ਯੂਜ਼ਫੁਲ। ਕਿਹਦੇ ਵਿੱਚ ਜੀ? ਪਰਸਨਲ ਕੋਸਟ ਦੇ ਵਿਊ ਤੋਂ ਦੇਖਿਆ ਜਾਵੇ ਤਾਂ ਜਾ ਕੇ ਦੇਖ ਕੇ ਆਉਂਦੇ ਆ ਜੀ ਆਪਾਂ ਕਿ ਜੇ ਆਪਾਂ ਪਰਸਨਲ ਵਿਊ ਤੋਂ ਦੇਖੀਏ, ਪਰਸਨਲ ਕੋਸਟ ਤੋਂ ਦੇਖੀਏ, ਤਾਂ ਜੀਨੀਅਸ ਹੋਣਾ ਇੱਕ ਯੂਜ਼ਫੁਲ ਚੀਜ਼ ਹੈ। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ। ਜੇ ਕਹਿੰਦੇ ਪਰਸਨਲ ਕੋਸਟ ਤੋਂ ਵੇਖਿਆ ਜਾਵੇ, ਹੁਣ ਕੋਸਟ ਨੈਚੁਰਲ ਜੀ ਗੱਲ ਹੈ ਤੇ ਮਨੀ ਨਾਲ ਥੋੜੀ ਹੈ ਜੀ। ਰਾਈਟਰ ਗੱਲਾਂ ਘੁਮਾ ਫਿਰਾ ਕੇ ਕਰੀ ਜਾਂਦਾ ਵਾ ਜੀ। ਉਹ ਕਹਿੰਦੇ ਜੀ ਜੀਨੀਅਸ ਹੋਣਾ, ਟੂ ਬੀ ਅ ਜੀਨੀਅਸ ਦਾ ਮਤਲਬ ਜੀਨੀਅਸ ਹੋਣਾ ਵਰਥ ਹੈ ਜੀ, ਇਹ ਯੂਜ਼ਫੁਲ ਆ, ਬੈਨੀਫੀਸ਼ੀਅਲ ਆ, ਯਾਨੀ ਕਿ ਪਰਸਨਲ ਕੋਸਟ ਤੋਂ ਦੇਖ ਲੈਂਦੇ ਜੀ ਜਾ ਕੇ। ਇੱਥੋਂ ਤੱਕ ਖਤਮ ਹੋ ਗਿਆ ਜੀ ਆਪਣਾ ਆ ਲਿਸਟ ਬਣਾ, ਇੱਥੋਂ ਤੱਕ ਖਤਮ ਹੋ ਗਿਆ ਜੀ।
ਜੀਨੀਅਸ ਜਿਹੜਾ ਹੈਗਾ ਜੀ relatively descriptive term, no real substance, we may some precision, whatever we do we should never delude ourselves believing that are different from the rest of humanity, ਬਾਕੀਆਂ ਤੋਂ ਵੱਖਰੇ ਹੁੰਦੇ ਆ ਉਹ, save in the degree to which they developed the, ਸਾਰਾ ਪੈਰਾ ਖਤਮ ਹੋ ਗਿਆ ਜੀ। ਮੈਨੂੰ ਕਿਤੇ ਨਹੀਂ ਦੇਖਿਆ ਕਿ ਪਰਸਨਲ ਪੁਆਇੰਟ ਆਫ ਵਿਊ ਤੋਂ ਜੀਨੀਅਸ ਹੋਣਾ ਵਰਥ ਆ ਜੀ। ਤਾਂ ਇਹਦਾ ਕੀ ਹੋ ਗਿਆ ਜੀ, ਤਾਂ ਮੈਂ ਨੈਚੁਰਲ ਦੀ ਗੱਲ ਆ, ਮੈਂ ਉਹਨਾਂ ਨੂੰ ਜਾ ਕੇ ਕਹਿ ਦੂੰਗਾ ਜੀ ਇਹ ਕੀ ਆ, ਨੋਟ ਗਿਵਨ ਆ ਜੀ। ਬਹੁਤ ਘੱਟ ਚਾਂਸ ਆ ਕਿ ਫਾਈਨਲ ਚ ਇਦਾਂ ਦੀ ਰੀਡਿੰਗ ਆਵੇ, ਬਹੁਤ ਘੱਟ ਚਾਂਸ, ਇੰਨੀ ਔਖੀ ਨਹੀਂ ਹੁੰਦੇ, ਇੰਨਾ ਜ਼ਿਆਦਾ ਬਦਲਾ ਵੀ ਨਹੀਂ ਉਹ ਸਟੂਡੈਂਟਾਂ ਤੋਂ ਲੈਂਦੇ ਹੁੰਦੇ। ਅਨਮਿਊਟ ਕਰਦਾ ਮੈਂ ਤੁਹਾਨੂੰ, ਤਾਂ ਮੈਨੂੰ ਦੱਸਿਓ ਜੀ ਕਿ ਕਿੱਦਾਂ ਸੀਗੀ ਇਹ ਰੀਡਿੰਗ, ਤੇ ਤੁਹਾਨੂੰ ਸਮਝ ਲੱਗੀ ਨਾ, ਫਿਰ ਵੀ ਆਪਾਂ ਆਨਸਰ ਉਹਨੂੰ ਮਿਲਾ ਕੇ ਮੈਚ ਕਰਕੇ ਸਿਨੋਨਿਮ ਫਾਈਂਡ ਕਰਕੇ ਪੈਰਾਫਰੇਜ਼ ਕਰਕੇ ਉਦੋਂ ਏਦਾਂ ਦਾ ਮਾਈਂਡ ਚਲਾਉਣਾ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਅਨਮਿਊਟ ਕਰਦਾ ਜੀ ਮੈਂ ਤੁਹਾਨੂੰ।